तो देखो कल दे ਲੈਕਚਰ ਵਿੱਚ ਆਪਾਂ ਡਾਈ ਇਲੈਕਟ੍ਰਿਕਸ ਤੇ ਥੋੜੀ ਜਿਹੀ ਬਹੁਤੀ ਗੱਲ ਕਰਕੇ ਇਹੀ ਕੱਲ ਖਤਮ ਕਰਨਾ ਪਿਆ ਸੀ ਆਪਾਂ ਨੂੰ, ਟਾਈਮ ਕੱਟ ਸੀ ਆਪਣੇ ਕੋਲ। ਅੱਜ ਥੋੜੀ ਜਿਹੀ ਮੈਂ ਹੋਰ ਗੱਲ ਕਰਨ ਡਾਈ ਇਲੈਕਟ੍ਰਿਕਸ। ਡਾਈਇਲੈਕਟ੍ਰਿਕਸ ਬੇਸਿਕਲੀ ਹੁੰਦੇ ਨੇ ਇਨਸੂਲੇਟਰਸ, ਠੀਕ ਹੈ। ਇਹ ਚ ਥਰਮੋਕੋਲ ਹੋ ਸਕਦਾ ਆ, ਪਲਾਸਟਿਕ ਹੋ ਸਕਦਾ, ਲੱਕੜ ਦਾ ਚੂਰਾ ਹੋ ਸਕਦਾ, ਇਦਾਂ ਦਾ ਕੁਝ ਵੀ ਹੋ ਸਕਦਾ, ਮਤਲਬ ਜੋ ਇਨਸੂਲੇਟਰ ਹੋਵੇ ਬਸ। ਮਤਲਬ ਇਹ ਕੰਡਕਟਰਸ ਨਾਲ ਥੋੜਾ ਡਿਫਰੈਂਟ ਹੁੰਦੇ ਨੇ, ਕੰਡਕਟਰਸ ਨਾਲ ਡਿਫਰੈਂਟ ਹੁੰਦੇ ਨੇ ਤੇ ਆਪਾਂ ਮੋਸਟਲੀ ਇਹਨਾਂ ਨੂੰ ਸੋਲਿਡ ਫਾਰਮ 'ਚ ਜ਼ਿਆਦਾ ਯੂਜ਼ ਕਰਦੇ ਹਾਂ ਇੱਥੇ। ਤੇ ਆਪਾਂ ਗੱਲ ਕਰਦੇ ਹਾਂ ਕਿ ਕਿਸੇ ਡਾਈਇਲੈਕਟ੍ਰਿਕ ਦਾ ਬਿਹੇਵੀਅਰ ਕਿੱਦਾਂ ਦਾ ਹੁੰਦਾ ਆ ਜਦੋਂ ਉਹਨੂੰ ਕਿਸੇ ਇਲੈਕਟ੍ਰਿਕ ਫੀਲਡ ਦੇ ਅੰਦਰ ਰੱਖਿਆ ਜਾਂਦਾ ਹੈ। ਤੁਸੀਂ ਸਾਰੇ ਇਹ ਗੱਲ ਨੂੰ ਯਾਦ ਕਰੋ, ਇੱਕ ਚੀਜ਼ ਤੁਹਾਨੂੰ ਮੈਂ ਸਮਝਾਈ ਹੋਈ ਸੀ ਪਹਿਲਾਂ ਹੀ ਕਿ ਕੰਡਕਟਰਸ ਵਿੱਚ ਕੀ ਹੁੰਦਾ ਆ। ਜਦੋਂ ਆਪਾਂ ਕਿਸੇ ਕੰਡਕਟਰ ਨੂੰ ਰੱਖਦੇ ਹਾਂ ਤਾਂ ਉਹਦਾ ਕੀ ਹੁੰਦਾ ਆ। ਫਿਰ ਡਾਈਇਲੈਕਟ੍ਰਿਕਸ ਬਾਰੇ ਆਪਾਂ ਇੱਥੇ ਗੱਲ ਕਰਦੇ ਹਾਂ। ਪਹਿਲਾਂ ਆਪਾਂ ਗੱਲ ਕਰੀਏ ਕੰਡਕਟਰਸ ਦੇ ਵਿੱਚ ਕੀ ਹੁੰਦਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੰਡਕਟਰਸ ਜਿਹੜੇ ਹੁੰਦੇ ਨੇ ਮੋਸਟਲੀ ਮੈਟਲਸ, ਹਨਾ, ਆਪਾਂ ਗੱਲ ਕਰਦੇ ਹਾਂ। ਤੇ ਮੈਟਲਸ ਦੇ ਵਿੱਚ ਕੀ ਹੁੰਦੇ ਨੇ, ਫ੍ਰੀ ਇਲੈਕਟ੍ਰੋਨਸ ਹੁੰਦੇ ਨੇ, ਹਨਾ। ਫ੍ਰੀ ਇਲੈਕਟ੍ਰੋਨ ਦਾ ਮਤਲਬ ਆ ਉਹ ਇਲੈਕਟ੍ਰੋਨਸ ਜਿਹੜੇ ਆਪਣੇ ਨਿਊਕਲੀਅਸ ਦੀ ਅਟਰੈਕਸ਼ਨ ਤੋਂ ਥੋੜੇ ਜਿਹੇ ਆਜ਼ਾਦ ਮਹਿਸੂਸ ਕਰਦੇ ਨੇ। ਉਹਨਾਂ ਨੂੰ ਜਿੱਧਰ ਨੂੰ ਫੋਰਸ ਲੱਗਿਆ ਇਲੈਕਟ੍ਰੋਨ ਉਧਰ ਨੂੰ ਭੱਜ ਲੈਂਦੇ ਨੇ। ਸਮਝ ਲੱਗੀ ਗੱਲ। ਸੋ ਇੱਕ ਐਟਮ ਦੇ ਅਗਰ ਮੈਂ ਇੱਕ ਸਿਰਫ ਇੱਕ ਲੇਅਰ ਦਿਖਾਵਾਂ ਤੁਹਾਨੂੰ, ਮੈਂ ਸਾਰਾ ਤਾਂ ਨਹੀਂ ਮੈਂ ਇੱਥੇ ਬਣਾਉਂਗਾ, ਪਰ ਇੱਕ ਐਟਮ ਦੀ ਲੇਅਰ ਦਿਖਾਵਾਂ। ਮੰਨ ਲਓ ਇੱਕ ਐਟਮਸ ਦੀ ਲੇਅਰ ਆ ਇਹ ਮੈਟਲ ਦੇ ਵਿੱਚ। ਮੈਟਲ 'ਚ ਕੀ ਹੁੰਦਾ ਦੇਖੋ, ਇਹ ਮੈਟਲ ਦੇ ਦੇਖੋ ਬਹੁਤ ਛੋਟੀ ਜਿਹੀ ਲੇਅਰ ਆਫ ਐਟਮਸ ਦਿਖਾਉਣ ਜਾ ਰਿਹਾ ਮੈਂ, ਲੇਅਰ ਆਫ ਐਟਮਸ, ਠੀਕ ਹੈ, ਮੈਟਲ ਦੀ। ਤਾਂ ਮੰਨ ਲਓ ਮੈਟਲ ਦਾ ਇੱਕ ਆ ਐਟਮ ਹੈ, ਦੂਜਾ ਇਹ ਐਟਮ ਹੈ। ਆਬਵੀਅਸਲੀ ਤੁਹਾਨੂੰ ਪਤਾ ਤੁਸੀਂ ਡੀਲ ਕਰਦੇ ਹੋ ਛੋਟੇ ਜਿਹੇ ਵੀ ਪੀਸ ਦੇ ਵਿੱਚ ਮਿਲੀਅਨਸ ਆਫ ਐਟਮਸ ਹੁੰਦੇ ਨੇ। ਆਪਾਂ ਤਾਂ ਗੱਲ ਸਮਝਣੀ ਹੈ, ਪਹਿਲਾਂ ਗੱਲ ਸਮਝਣ ਲਈ, ਉਹਦਾ ਬਿਹੇਵੀਅਰ ਸਮਝਣ ਦੇ ਲਈ ਆਪਾਂ ਇਸ ਨੂੰ ਇੱਕ ਲੇਅਰ ਆਫ ਐਟਮਸ ਇਮੇਜਿਨ ਕਰ ਲੈਂਦੇ ਹਾਂ। ਮੰਨ ਲਓ ਇਹ ਮੈਟਲ ਦੀ ਲੇਅਰ ਹੈ ਤੇ ਮੈਟਲ ਦੀ ਜਿਹੜੇ ਐਟਮਸ ਨੇ ਉਹਨਾਂ ਸਾਰਿਆਂ ਦੇ ਸੈਂਟਰ ਦੇ ਵਿੱਚ ਪੋਜ਼ਿਟਿਵ ਚਾਰਜ ਹੈਗਾ ਆ, ਜਿਹਨੂੰ ਆਪਾਂ ਨਿਊਕਲੀਅਸ ਬੋਲ ਦਿੰਦੇ ਹਾਂ, ਸਮਝ ਲੈਂਦੇ ਹਾਂ। ਤੇ ਇਹਦੇ ਅੰਦਰ ਇਨਰ ਸ਼ੈਲ ਇਲੈਕਟ੍ਰੋਨ ਵੀ ਬਹੁਤ ਸਾਰੇ ਹੈਗੇ ਨੇ, ਪਰ ਆਪਾਂ ਇਨਰ, ਜਿਵੇਂ ਹੁਣ ਸੋਡੀਅਮ ਆ, ਸੋਡੀਅਮ ਦਾ ਐਟੋਮਿਕ ਨੰਬਰ ਹੈਗਾ ਜੀ 11। ਇਹਦਾ ਭਾਵ ਇਹ ਹੈ ਕਿ 2 8 1 ਸਿੱਧੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਹੀ ਇਹਦਾ ਵੈਲੈਂਸ ਇਲੈਕਟ੍ਰੋਨ ਆ ਜਿਹੜਾ ਸਭ ਤੋਂ ਬਾਹਰ, ਸਭ ਤੋਂ ਦੂਰ ਪਿਆ ਹੁੰਦਾ ਨਿਊਕਲੀਅਸ ਤੋਂ। ਆਹੀ ਵਾਲਾ ਹੁੰਦਾ ਹੈ ਫ੍ਰੀ ਇਲੈਕਟ੍ਰੋਨ। ਇਹ ਫ੍ਰੀ ਇਲੈਕਟ੍ਰੋਨ ਹੁੰਦਾ ਆ ਜਿਹੜੇ ਆ ਹੈਗੇ ਨੇ 2 ਤੇ 8, ਇਹ ਕੀ ਹੁੰਦੇ ਨੇ, ਬਾਉਂਡ ਇਲੈਕਟ੍ਰੋਨਸ, ਹਨਾ। ਬਾਉਂਡ ਕਹਿ ਦੋ, ਹਨਾ, ਕਿ ਇਹ ਬਾਉਂਡ ਨੇ, ਇਹ ਨਿਊਕਲੀਅਸ ਨੂੰ ਛੱਡ ਕੇ ਜਾ ਨਹੀਂ ਸਕਦੇ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਕੋਈ। ਠੀਕ ਹੈ ਗੱਲ ਜੈਸਮੀਨ? ਯੈਸ ਸਰ। ਹੁਣ ਤੁਹਾਨੂੰ ਆਪਣਾ ਮਾਈਕ ਆਫ ਨਾ ਕਰੀ, ਆਪਾਂ ਨਾਲ ਨਾਲ ਹੀ ਗੱਲ ਕਰਨੀ ਹੈ ਇਸ ਪੂਰੇ ਵਿਸ਼ੇ ਤੇ, ਠੀਕ ਆ? ਹਾਂਜੀ। ਹੁਣ ਇਹਦੇ ਸਾਰਿਆਂ ਵਿੱਚ ਜਿਹੜਾ ਇੱਕ ਇਲੈਕਟ੍ਰੋਨ ਹੈਗਾ ਉਹ ਭਾਵੇਂ ਜਿੱਥੇ ਮਰਜ਼ੀ ਦਿਖਾ ਦਵਾਂ, ਇੱਧਰ ਵੀ ਹੋ ਸਕਦਾ, ਇੱਧਰ ਇੱਧਰ ਇੱਧਰ, ਜਿੱਧਰ ਮਰਜ਼ੀ ਸ਼ੋ ਕਰ ਸਕਦਾ, ਕਿਉਂਕਿ ਉਹਦਾ ਮੋਸ਼ਨ ਚ ਹੁੰਦਾ ਹੀ ਹਮੇਸ਼ਾ। ਆਪਾਂ ਹਾਲ ਦੀ ਘੜੀ ਮੰਨ ਲਾ ਇੱਥੇ ਸ਼ੋ ਕਰ ਦਿੰਦੇ ਹਾਂ E, ਇਹਦਾ ਵੀ E ਸ਼ੋ ਕਰ ਦਿੰਦੇ ਇੱਥੇ। ਤੁਹਾਨੂੰ ਪਤਾ ਹੈ ਕਿਤੇ ਵੀ ਹੋ ਸਕਦਾ, ਇਹ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਇਹ ਗੱਲ, ਮੈਂ ਮੰਨਦਾ। ਆਪਾਂ ਇਹਨੂੰ ਫਿਲਹਾਲ ਐ ਸ਼ੋ ਕਰ ਦਿੰਦੇ ਹਾਂ। ਆ 5 ਹੀ ਐਟਮ ਸ਼ੋ ਕੀਤੇ ਨੇ, 5 ਦੇ ਇਲੈਕਟ੍ਰੋਨ ਸ਼ੋ ਕੀਤੇ ਨੇ। ਸਮਝ ਲੱਗੀ ਗੱਲ? ਯੈਸ ਸਰ। ਹੋਊਗਾ ਕਿ ਜੇ ਮੈਂ ਹੁਣ ਇੱਥੇ ਇਲੈਕਟ੍ਰਿਕ ਫੀਲਡ ਅਪਲਾਈ ਕਰ ਦਵਾਂ ਇਹਦੇ ਆਲੇ ਦੁਆਲੇ, ਜਿਵੇਂ ਇੱਥੇ ਵੈਸੇ ਹੀ ਇੱਕ ਦੂਰ ਰੱਖੀਏ ਪਲੇਟ, ਨੂੰ ਟੱਚ ਨਹੀਂ ਕੀਤਾ, ਕੰਡਕਸ਼ਨ ਦੀ ਗੱਲ ਨਹੀਂ ਕਰ ਰਹੇ, ਇਸ ਤਰ੍ਹਾਂ। ਤੇ ਇਧਰਲੀ ਪਲੇਟ ਤੇ ਦੇ ਦਈਏ ਆਪਾਂ ਚਾਰਜ ਪੋਜ਼ਿਟਿਵ, ਤੇ ਇਧਰਲੀ ਪਲੇਟ ਤੇ ਦੇ ਦਈਏ ਚਾਰਜ ਨੈਗੇਟਿਵ, ਤਾਂ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਹੋ ਜਾਊਗਾ, ਇੱਧਰ ਨੂੰ ਹੋ ਜਾਊਗਾ ਅਪਲਾਈਡ। ਯੈਸ ਸਰ। ਇਹਦੇ ਕਰਕੇ ਇਲੈਕਟ੍ਰੋਨਸ ਨੂੰ ਫੋਰਸ ਕਿੱਧਰ ਨੂੰ ਲੱਗੂਗਾ, ਸਰ ਪਿੱਛੇ ਨੂੰ। ਤਾਂ ਆਪਾਂ ਫਿਲਹਾਲ ਇਹ ਸਮਝ ਲੈਂਦੇ ਹਾਂ ਕਿ ਆਹ ਵਾਲਾ ਜਿਹੜਾ ਇਲੈਕਟ੍ਰੋਨ ਹੈ ਇਹ ਪੱਕੀ ਗੱਲ ਹੈ, ਫਿਰ ਇੱਥੇ ਆ ਜਾਊਗਾ ਨਾ, ਖੁੰਝੇ ਲੱਗ ਜਾਊਗਾ, ਹਨਾ। ਹਾਂਜੀ ਸਰ। ਹਨਾ। ਯੈਸ ਸਰ। ਤੇ ਜਿਹੜਾ ਆਹ ਵਾਲਾ ਇਲੈਕਟ੍ਰੋਨ ਆ, ਆਹ ਵਾਲਾ ਇਲੈਕਟ੍ਰੋਨ ਸੋਚੋ, ਧਿਆਨ ਨਾਲ ਸੋਚੋ ਵੀ ਆਹ ਇਲੈਕਟ੍ਰੋਨ ਇੱਥੇ ਆ ਜਾਊਗਾ, ਨਹੀਂ ਇੱਥੇ ਨਹੀਂ, ਇਹਨੂੰ ਛੱਡ ਕੇ ਇੱਥੇ ਆ ਜਾਊਗਾ ਵੀ। ਕਿਉਂ? ਕਿਉਂਕਿ ਇਹ ਇਲੈਕਟ੍ਰੋਨ ਕੀ ਹੈ, ਫ੍ਰੀ ਹੈ, ਇਹ ਆਪਣੇ ਨਿਊਕਲੀਅਸ ਤੋਂ ਆਜ਼ਾਦ ਹੋ ਸਕਦਾ ਨਾ। ਯੈਸ ਤੇ ਆਪਣੇ ਨਿਊਕਲੀਅਸ ਨੂੰ ਛੱਡ ਕੇ ਹੀ ਚਲਾ ਗਿਆ ਇੱਥੇ, ਠੀਕ ਹੈ। ਤੇ ਆਹ ਵਾਲਾ ਵੀ ਹੋ ਸਕਦਾ ਇੱਥੇ ਹੀ ਪਹੁੰਚ ਗਿਆ, ਕਿਸੇ ਤਰ੍ਹਾਂ ਕਰਾ ਕੇ ਇੱਥੇ ਹੀ ਪਹੁੰਚ ਗਿਆ। ਤੇ ਆਹ ਜਿਹੜੇ ਬਾਕੀ ਇਲੈਕਟ੍ਰੋਨ ਬਚੇ, ਕਿੰਨੇ ਬਚੇ, 5 ਸੀਗੇ ਨਾ ਟੋਟਲ? ਹਾਂਜੀ ਸਰ। 5 ਸੀਗੇ ਨਾ। ਤਾਂ ਉਹਨਾਂ ਵਿੱਚੋਂ ਜਿਹੜੇ ਬਾਕੀ ਇਲੈਕਟ੍ਰੋਨ ਜੋ ਬਚੇ ਉਹ ਵੀ ਇਧਰੋਂ ਦੀ ਛੱਡਾ ਕੇ ਇੱਧਰ ਆ ਗਏ ਨੇ, ਇੱਧਰ ਤੇ ਇੱਧਰ। ਸਮਝ ਲੱਗੀ ਗੱਲ?
ਆ ਇਧਰਲਾ ਪਾਸਾ ਜਿਹੜਾ ਹੈ ਬਹੁਤ ਪਤਲਾ ਹੋਏਗਾ, ਦੋ ਐਟਮ ਦੀ ਲੇਅਰ ਤੁਹਾਨੂੰ ਪਤਾ ਕਿੰਨੀ ਪਤਲੀ ਹੋ ਸਕਦੀ ਹੈ, ਤੁਸੀਂ ਇਮੇਜਿਨ ਕਰ ਸਕਦੇ ਹੋ ਐਟਮ ਬਹੁਤ ਛੋਟਾ ਹੁੰਦਾ ਹੈ, ਪਤਾ ਨਹੀਂ ਕਿੰਨੀ ਪਤਲੀ ਲੇਅਰ ਹੋਏਗੀ। ਇਸੇ ਚੀਜ਼ ਨੂੰ ਆਪਾਂ ਐ ਸ਼ੋ ਕਰ ਦਿੰਦੇ ਆ ਕਿ ਜਦੋਂ ਆਪਾਂ ਕੋਈ ਮੈਟਲ ਰੱਖਦੇ ਆ ਤਾਂ ਮੈਟਲ ਦੇ ਵਿੱਚ ਜਦੋਂ ਇਲੈਕਟ੍ਰਿਕ ਫੀਲਡ ਬਾਰ ਅਪਲਾਈ ਕਰਦੇ ਆ, ਇਧਰਲੇ ਪਾਸੇ ਆਪਾਂ ਸ਼ੋ ਕਰਦੇ ਨੈਗੇਟਿਵ ਚਾਰਜ ਆ ਗਿਆ, ਇਧਰਲੇ ਪਾਸੇ ਸ਼ੋ ਕਰਦੇ ਆ ਪੋਜ਼ਿਟਿਵ ਚਾਰਜ ਆ ਗਿਆ। ਪੋਜ਼ਿਟਿਵ ਕਿਉਂ ਕਰਕੇ ਆਇਆ? ਕਿਉਂਕਿ ਇਹ ਦੋਨੋਂ ਐਟਮ ਜਿਹੜੇ ਆ ਹਨਾ ਇਹ ਖਾਲੀ ਹੋ ਗਏ ਨਾ। ਯੈਸ ਸਰ। ਇਹਨਾਂ ਇਲੈਕਟ੍ਰੋਨ ਇਹਨਾਂ ਨੂੰ ਛੱਡ ਕੇ ਚਲਾ ਗਿਆ ਤਾਂ ਕਰਕੇ ਆਇਆ। ਤੇ ਆ ਜਿਹੜਾ ਨੈਗੇਟਿਵ ਚਾਰਜ ਹੈ, ਜੇ ਤੁਸੀਂ ਹੋਰ ਸਟਰੋਂਗ ਇਲੈਕਟ੍ਰਿਕ ਫੀਲਡ ਅਪਲਾਈ ਕਰੋਗੇ ਤਾਂ ਆ ਇਲੈਕਟ੍ਰੋਨ ਦਾ ਜਾਣਾ ਜਾਰੀ ਰਹੇਗਾ। ਇਹ 5 ਇਲੈਕਟ੍ਰੋਨ ਤੁਹਾਨੂੰ ਸਮਝਾਉਣ ਲਈ ਸੀ ਕਿ ਤੁਹਾਨੂੰ ਪਤਾ ਤੇ ਮਿਲੀਅਨਸ ਬਿਲੀਅਨਸ ਆਫ ਐਟਮਸ ਹੋਣਗੇ ਛੋਟੇ ਜਿਹੇ ਪੀਸ ਵਿੱਚ ਵੀ, ਤੇ ਉਹ ਮਿਲੀਅਨਸ ਬਿਲੀਅਨਸ ਐਟਮਸ ਦੇ ਵਿੱਚ ਇਲੈਕਟ੍ਰੋਨਸ ਵੀ ਇੰਨੇ ਹੀ ਸਾਰੇ ਹੋਣਗੇ, ਸੋ ਉਹਨਾਂ ਦਾ ਇੱਧਰ ਜਾਣਾ ਜਾਰੀ ਰਹੇਗਾ। ਸੋ ਇਲੈਕਟ੍ਰੋਨ ਜਦੋਂ ਇੱਧਰ ਜਾਣਗੇ, ਇੱਧਰ ਪੋਜ਼ਿਟਿਵ ਇੱਧਰ ਨੈਗੇਟਿਵ, ਤਾਂ ਇਹਦੇ ਅੰਦਰ ਮੈਟਲ ਦੇ ਅੰਦਰ ਇੱਕ ਉਲਟਾ ਇਲੈਕਟ੍ਰਿਕ ਫੀਲਡ ਪੈਦਾ ਹੋਏਗਾ। ਉਹਨੂੰ ਕੀ ਬੋਲਦੇ ਆ? ਇੰਡਿਊਸਡ ਇਲੈਕਟ੍ਰਿਕ ਫੀਲਡ, ਹਨਾ? ਸਮਝ ਲੱਗੀ ਗੱਲ? ਯੈਸ ਸਰ। ਹੁਣ ਧਿਆਨ ਨਾਲ ਸਮਝੋ ਕਿ ਜੇ ਇਲੈਕਟ੍ਰਿਕ ਫੀਲਡ ਹੈਗਾ ਮੰਨ ਲਓ 10 ਬਾਹਰ ਵਾਲਾ ਤੇ ਇੰਡਿਊਸਡ ਵਾਲਾ ਹੋਇਆ ਮੰਨ ਲਓ 8, ਤਾਂ ਤੁਹਾਡਾ ਨੈਟ ਇਲੈਕਟ੍ਰਿਕ ਫੀਲਡ ਅੰਦਰ E ਨੈਟ ਕਿੰਨਾ ਹੋਏਗਾ ਦੱਸੋ? 2 ਰਹਿ ਜਾਏਗਾ। ਹੁਣ ਜੇ 2 ਰਹਿ ਜਾਏਗਾ, ਆ ਰੈੱਡ ਵਾਲਾ ਸ਼ੋ ਕਰ ਰਿਹਾ ਮੈਂ, ਇਹਦੇ ਕਰਕੇ ਇਲੈਕਟ੍ਰੋਨ ਹੋਰ ਜਾਣਗੇ ਨਾ ਉਧਰ ਨੂੰ। ਯੈਸ ਸਰ। ਹੋਰ ਜਾਣਗੇ, ਇਧਰ ਹੋਰ ਇਲੈਕਟ੍ਰੋਨ ਆਣਗੇ, ਇਧਰ ਹੋਰ ਪੋਜ਼ਿਟਿਵ ਚਾਰਜ ਆ ਜਾਊਗਾ, ਮੁੜ ਕੇ ਕੀ ਆ ਉਹ ਫਿਰ ਇੰਡਿਊਸਡ ਵਾਲਾ ਵਧੂਗਾ ਨਾ ਫਿਰ ਹੋਰ। ਯੈਸ ਸਰ। ਇੱਕ ਟਾਈਮ ਆਊਗਾ ਜਦੋਂ ਇਹਨੇ ਵੀ 10 ਹੋ ਜਾਣਾ, ਤਾਂ ਫਿਰ ਤੁਹਾਡਾ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਰਹਿ ਜਾਊਗਾ? 0। ਤਾਂ ਅੰਦਰ ਨੈਟ ਇਲੈਕਟ੍ਰਿਕ ਫੀਲਡ 0 ਹੋ ਜਾਊਗਾ। ਆਪਾਂ ਇਸੇ ਲਈ ਤਾਂ ਕਹਿੰਦੇ ਆ ਕਿ ਜਦੋਂ ਅਸੀਂ ਕਿਸੇ ਵੀ ਮੈਟਲ ਨੂੰ ਕਿਸੇ ਵੀ ਬਾਹਰਲੇ ਇਲੈਕਟ੍ਰਿਕ ਫੀਲਡ ਦੇ ਵਿੱਚ ਜਾਂ ਕਿਸੇ ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਵਾਲੇ ਰੀਜਨ 'ਚ ਲੈ ਕੇ ਜਾਂਦੇ ਆ, ਆਪਣੇ ਆਪ ਹੀ ਮੈਟਲ ਆਪਣੇ ਦੋਨੇ ਸਿਰਿਆਂ ਤੇ 2 ਚਾਰਜ ਪੈਦਾ ਕਰ ਦਿੰਦੀ ਆ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ। ਉਹ ਪੁੱਠੇ ਕਰਦੀ ਆ, ਜਿੱਧਰ ਪਾਸੇ ਐਕਸਟਰਨਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੁੰਦੀ ਆ ਉਹਦੇ ਉਲਟ ਦਿਸ਼ਾ ਵਿੱਚ ਇਲੈਕਟ੍ਰੋਨ ਇਕੱਠੇ ਹੋ ਜਾਂਦੇ ਨੇ, ਦੂਜੇ ਪਾਸੇ ਪੋਜ਼ਿਟਿਵ ਚਾਰਜ ਇਕੱਠਾ ਹੋ ਜਾਂਦਾ। ਆਪਾਂ ਕਹਿੰਦੇ ਆ ਕਿ ਅੰਦਰ ਇਲੈਕਟ੍ਰਿਕ ਫੀਲਡ 0 ਹੈ, ਤੁਸੀਂ ਜਾਂ ਤਾਂ ਇਹਨੂੰ ਐ ਸਮਝ ਲਓ ਵੀ ਅੰਦਰ ਇਲੈਕਟ੍ਰਿਕ ਫੀਲਡ 0 ਹੈ, ਜਾਂ ਤੁਸੀਂ ਇਹਨੂੰ ਐ ਸਮਝ ਲਓ ਕਿ ਅੰਦਰ ਹੁਣ 2 ਇਲੈਕਟ੍ਰਿਕ ਫੀਲਡ ਨੇ। ਇੱਕ ਤਾਂ ਹੈਗਾ ਤੁਹਾਡਾ ਵਾਲਾ ਜਿਹੜਾ ਅਪਲਾਈ ਕੀਤਾ ਹੋਇਆ ਸੀ ਉਹ ਹੈਗਾ ਆ, ਤੇ ਦੂਜਾ ਹੈਗਾ ਆ ਕਿਹੜਾ? ਇੰਡਿਊਸਡ। ਤੇ ਹੁੰਦਾ ਇਹ ਆ ਕਿ ਮੈਟਲ ਦੇ ਅੰਦਰ ਅਪਲਾਈ ਕੀਤਾ ਇਲੈਕਟ੍ਰਿਕ ਫੀਲਡ ਤੇ ਇੰਡਿਊਸਡ ਇਲੈਕਟ੍ਰਿਕ ਫੀਲਡ ਜਮਾ ਬਰਾਬਰ ਹੋ ਜਾਂਦੇ ਨੇ, ਉਹਦੇ ਕਰਕੇ ਬਿਲਕੁਲ ਇਲੈਕਟ੍ਰਿਕ ਫੀਲਡ 0 ਹੋ ਜਾਂਦਾ ਆ ਕਿਸੇ ਵੀ ਮੈਟਲ ਦੇ ਅੰਦਰ, ਚਾਹੇ ਮੈਟਲ ਨੂੰ ਤੁਸੀਂ ਇਲੈਕਟ੍ਰਿਕ ਫੀਲਡ ਵਾਲੇ ਰੀਜਨ 'ਚ ਰੱਖ ਦਿਓ, ਸਟਰੋਂਗ 'ਚ ਲਿਆ ਕਰ। ਸਮਝ ਲੱਗੀ ਗੱਲ? ਯੈਸ ਸਰ। ਯੈਸ ਸਰ। ਹੁਣ ਜੈਸਮੀਨ, ਹਾਂਜੀ ਸਰ। ਜੇ ਮੈਂ ਇਹਨੂੰ 10 ਤੋਂ ਆ ਵਾਲੇ ਨੂੰ 10 ਤੋਂ ਹੁਣੇ ਹੀ ਵਧਾ ਕੇ 12 ਕਰ ਦਵਾਂ ਤਾਂ ਅੰਦਰ ਇਲੈਕਟ੍ਰਿਕ ਫੀਲਡ ਫੇਰ ਡਿਸਟਰਬ ਹੋ ਜੂ, 2 ਹੋ ਜੂਗਾ ਨਾ ਇਧਰ ਲੈਫਟ ਟੂ ਰਾਈਟ। ਹਾਂਜੀ। ਫਿਰ ਇਲੈਕਟ੍ਰੋਨ ਨੂੰ ਫੇਰ ਫੋਰਸ ਲੱਗਣ ਲੱਗ ਜੂ, ਆ ਜਿਹੜੇ ਵਿਚਕਾਰ ਪਏ ਹੋਏ ਨੇ ਐਵਰੇਜ ਵਿਚਕਾਰ ਇਹ ਹੋਰ ਜਾਣਾ ਸ਼ੁਰੂ ਕਰ ਦੇਣਗੇ, ਇਧਰ ਹੋਰ ਨੈਗੇਟਿਵ ਸਟਰੋਂਗ ਹੋ ਜਾਏਗਾ, ਇਧਰ ਹੋਰ ਪੋਜ਼ਿਟਿਵ ਸਟਰੋਂਗ ਹੋ ਜਾਏਗਾ। ਇੰਡਿਊਸਡ ਵੀ ਆਪਣੇ ਆਪ ਨੂੰ ਕਿੰਨਾ ਕਰ ਲੇਗਾ ਵਧਾ ਕੇ? 12। ਜੇ ਇਹਨੂੰ 15 ਕਰ ਦਈਏ, ਇੰਡਿਊਸ ਆਪਣੇ ਆਪ ਨੂੰ ਕੀ ਕਰ ਲੇਗਾ? 15। ਇਹ ਸਾਰਾ ਪ੍ਰੋਸੈਸ ਮੈਟਲਸ ਦੇ ਵਿੱਚ ਬੜੇ ਆਰਾਮ ਨਾਲ ਚੱਲ ਸਕਦਾ ਆ, ਬੜੇ ਆਰਾਮ ਨਾਲ ਚੱਲਦਾ ਰਹਿੰਦਾ ਆ, ਕਿਉਂਕਿ ਮੈਟਲ 'ਚ ਫ੍ਰੀ ਇਲੈਕਟ੍ਰੋਨ ਹੁੰਦੇ ਨੇ ਜਿਹੜੇ ਆਪਣੇ ਐਟਮ ਨੂੰ ਛੱਡ ਕੇ ਇੱਕੋ ਹੀ ਸਿਰੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੰਨਾ ਵੀ ਤੁਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰਨਾ ਆ ਉਹਦੀ ਬਰਾਬਰੀ ਕਰਨ ਦੇ ਲਈ ਉਨੀ ਗਿਣਤੀ 'ਚ ਇੱਧਰ ਇਕੱਠੇ ਹੋ ਜਾਂਦੇ ਨੇ, ਤਾਂ ਕਿ ਮੈਟਲ ਦੇ ਅੰਦਰ ਇੰਡਿਊਸ ਇਲੈਕਟ੍ਰਿਕ ਫੀਲਡ ਉਲਟ ਦਿਸ਼ਾ ਦੇ ਵਿੱਚ ਪੈਦਾ ਹੋ ਜਾਵੇ ਤੇ ਮੈਟਲ ਦੇ ਅੰਦਰ ਨੈਟ ਇਲੈਕਟ੍ਰਿਕ ਫੀਲਡ 0 ਹੋ ਜਾਵੇ। ਉਸ ਨੈਟ ਨੂੰ ਹੀ ਆਪਾਂ ਇਲੈਕਟ੍ਰਿਕ ਫੀਲਡ 0 ਕਹਿ ਦਿੰਦੇ ਆ ਕਿ ਮੈਟਲ ਦੇ ਅੰਦਰ ਇਲੈਕਟ੍ਰਿਕ ਫੀਲਡ 0 ਹੁੰਦਾ ਹੈ। ਕਲੀਅਰ ਹੈ ਗੱਲ? ਯੈਸ ਸਰ। ਡਾਈ ਇਲੈਕਟ੍ਰਿਕ 'ਚ ਕੀ ਹੁੰਦਾ ਆ? ਡਾਈ ਇਲੈਕਟ੍ਰਿਕ ਜਿਹੜਾ ਹੁੰਦਾ ਆ, ਡਾਈ ਇਲੈਕਟ੍ਰਿਕ ਦੇ ਵਿੱਚ ਪਹਿਲੀ ਗੱਲ ਤਾਂ ਫ੍ਰੀ ਇਲੈਕਟ੍ਰੋਨ ਹੁੰਦੇ ਆ ਕਿ ਨਹੀਂ ਦੱਸੋ ਇਨਸੂਲੇਟਰਸ ਵਿੱਚ? ਨੋ ਸਰ। ਨਹੀਂ ਹੁੰਦੇ। ਆਪਾਂ ਡਾਈ ਇਲੈਕਟ੍ਰਿਕ ਦੇ ਵਿੱਚ ਜੇ ਗੱਲ ਕਰੀਏ, ਜੇ ਚਾਹੇ ਉਹਨੂੰ ਪੋਲਰ ਦੀ ਗੱਲ ਕਰੀਏ ਚਾਹੇ ਨਾਨ ਪੋਲਰ ਦੀ ਗੱਲ ਕਰੀਏ, ਜੇ ਤਾਂ ਜੇ ਆਪਾਂ ਇੱਕ ਹੀ ਸਿਰੇ ਦੇ ਵਿੱਚ ਗੱਲ, ਜੇ ਇਲੈਕਟ੍ਰਿਕ ਫੀਲਡ ਅਪਲਾਈ ਕਰੀਏ ਐਕਸਟਰਨਲ ਇਲੈਕਟ੍ਰਿਕ ਫੀਲਡ ਜਿਵੇਂ ਪਹਿਲਾਂ ਕੀਤਾ, ਲਓ ਜੀ ਆ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਤੇ ਉਹਦੇ ਲਈ ਆਬਵੀਅਸਲੀ ਇੱਥੇ ਮੰਨ ਲਓ ਆਪਾਂ ਪੋਜ਼ਿਟਿਵ ਚਾਰਜ ਰੱਖਿਆ ਆ ਤੇ ਇੱਥੇ ਨੈਗੇਟਿਵ ਰੱਖਿਆ ਆ, ਇਸ ਪੂਰੇ ਰੀਜਨ 'ਚ ਇਲੈਕਟ੍ਰਿਕ ਫੀਲਡ E ਸੀਗਾ, ਇਹਦੇ ਅੰਦਰ ਵੀ ਫਿਰ ਯਾਨੀ ਕਿ ਮਤਲਬ ਇੱਥੇ ਇਹਦੋਂ ਸੀਗਾ ਹੀ ਨਹੀਂ ਇਲੈਕਟ੍ਰਿਕ। ਡਾਈ ਇਲੈਕਟ੍ਰਿਕ ਮਟੀਰੀਅਲ ਨੂੰ ਲੈ ਕੇ ਆਇਆ ਮੈਂ ਇਹਦੇ ਅੰਦਰ, ਹੁਣ ਆਹ ਮਟੀਰੀਅਲ ਡਾਈ ਇਲੈਕਟ੍ਰਿਕ ਦਾ ਮਟੀਰੀਅਲ ਆ, ਇਹ ਕੋਈ ਮੈਟਲ ਨਹੀਂ ਗੀ, ਤੇ ਇਹਦੇ ਅੰਦਰ ਜਿਹੜੇ ਐਟਮਸ ਨੇ ਉਹਨਾਂ ਦੇ ਵਿੱਚ ਪੋਲਰਾਈਜੇਸ਼ਨ ਹੋ ਜੂਗੀ, ਚਾਹੇ ਉਹ ਪੋਲਰ ਸੀਗੇ ਚਾਹੇ ਉਹ ਨਾਨ ਪੋਲਰ ਸੀਗੇ,
ਕੋਈ ਫਰਕ ਨਹੀਂ ਪੈਂਦਾ। ਇਲੈਕਟ੍ਰਿਕ ਫੀਲਡ ਨੇ ਤਾਂ ਪੋਲਰਾਈਜ਼ ਕਰ ਹੀ ਲੈਣੇ ਆ, ਜਿਵੇਂ ਮੈਂ ਪਹਿਲਾਂ ਸਮਝਾਇਆ ਕੱਲ ਵੀ, ਹਨਾ। Yes, sir. Yes, sir. ਉਹਦੇ ਕਰਕੇ ਇਹ 'ਚ ਜਿਹੜੇ 5 ਐਟਮ ਆ ਮੈਂ ਐ ਸ਼ੋ ਕਰ ਦਿੰਦਾ ਵਾ, 1 ਠੀਕ ਹੈ, 2 3 4 ਤੇ 5। ਸਮਝ ਲੱਗੀ ਗੱਲ? Yes, sir. ਇਹਨਾਂ ਨੂੰ ਆਪਾਂ ਸ਼ੋ ਹੀ ਐ ਕਰ ਦਿੰਨੇ ਆ ਵੀ ਇੱਧਰ ਇਹਨਾਂ ਦਾ ਪੋਜ਼ਿਟਿਵ ਹੈ, ਇੱਧਰ ਨੈਗੇਟਿਵ, ਇੱਧਰ ਪੋਜ਼ਿਟਿਵ, ਇੱਧਰ ਨੈਗੇਟਿਵ, ਇੱਧਰ ਇਹ ਪਹਿਲੇ ਪੋਲਰਾਈਜ਼ ਹੋ ਚੁੱਕੇ ਨੇ, ਹਨਾ। Yes, sir. ਤੇ ਇਹਨਾਂ ਵਿੱਚ ਕੋਈ ਵੀ ਇਲੈਕਟ੍ਰੋਨ ਜਿਹੜਾ ਉਹ ਛੱਡ ਕੇ ਨਹੀਂ ਜਾ ਸਕਦਾ ਐਟਮ ਨੂੰ। ਕਹਿਣ ਦਾ ਭਾਵ ਇਹ ਆ ਕਿ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਇੱਥੇ ਦਾ ਇਲੈਕਟ੍ਰੋਨ ਇਹ ਆਵਲੇ 2 ਐਟਮ ਨੂੰ ਖਾਲੀ ਛੱਡ ਕੇ ਚਲੇ ਗਏ ਸੀ, ਉਧਰ ਜਾ ਕੇ ਸਾਰੇ ਉਹੀ ਇਕੱਠੇ ਹੋ ਗਏ ਇੱਕ ਪਾਸੇ ਨੂੰ। ਪਰ ਡਾਈਇਲੈਕਟ੍ਰਿਕ ਵਿੱਚ ਇਹ ਜਿਹੜੇ ਇਲੈਕਟ੍ਰੋਨ ਆਵਲਾ ਨੈਗੇਟਿਵ ਚਾਰਜ ਆ, ਜਿਵੇਂ ਇੱਥੇ ਇਲੈਕਟ੍ਰੋਨ ਦਾ ਚਾਰਜ ਸੀਗਾ, ਇਹ ਫ੍ਰੀ ਚਾਰਜ ਸੀ, ਆ ਨੈਗੇਟਿਵ ਚਾਰਜ ਫ੍ਰੀ ਚਾਰਜ ਸੀ ਨਾ। ਇੱਥੇ ਜਿਹੜਾ ਨੈਗੇਟਿਵ ਚਾਰਜ ਆਇਆ ਇਹ ਬੇਸਿਕਲੀ ਪੋਲਰਾਈਜੇਸ਼ਨ ਕਰਕੇ ਆਇਆ। ਇਹ ਕੋਈ ਇਕੱਲੇ ਫ੍ਰੀ ਇਲੈਕਟ੍ਰੋਨ ਜਾਂ ਫ੍ਰੀ ਇਲੈਕਟ੍ਰੋਨ ਵਾਲੀ ਕੋਈ ਗੱਲ ਹੈ ਹੀ ਨਹੀਂਗੀ। ਮਤਲਬ ਇਹ 'ਚ ਇਲੈਕਟ੍ਰੋਨਸ ਇੱਕ ਪਾਸੇ ਨੂੰ ਸਾਰੇ ਖਿੱਚੇ ਜਿਹੇ ਹੋਏ ਨਜ਼ਰ ਆ ਰਹੇ ਨੇ। ਇਹ 'ਚ ਇਨਰ ਇਲੈਕਟ੍ਰੋਨ ਵੀ ਹੋਣਗੇ, ਅੰਦਰ ਵਾਲੇ ਵੀ ਬਾਹਰ ਵਾਲੇ ਵੀ, ਸਾਰਾ ਟੋਟਲ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਵੀ ਆ ਇਲੈਕਟ੍ਰੋਨ, ਆ ਨੈਗੇਟਿਵ ਚਾਰਜ ਇਹ 'ਚ ਬਾਉਂਡ ਹੈ। ਸੋ ਆ ਨੈਗੇਟਿਵ ਚਾਰਜ ਜਿਹੜਾ ਇਹ ਬਾਉਂਡ ਚਾਰਜ ਹੈ, ਇਹ ਉਸ ਐਟਮ ਨੂੰ ਛੱਡ ਕੇ ਜਾ ਕਿਤੇ ਨਹੀਂ ਸਕਦਾ। ਮਾੜੀ ਮੋਟੀ ਪੋਲਰਾਈਜੇਸ਼ਨ ਤੇ ਫਰਕ ਪੈ ਸਕਦਾ ਹੈ ਕਿ ਥੋੜਾ ਹੋਰ ਸਟਰੋਂਗ ਪੋਲਰਾਈਜ਼ ਹੋ ਜਾਏਗੀ, ਪਰ ਇਹ ਜਾ ਨਹੀਂ ਸਕਦਾ ਕਿਤੇ। ਗੱਲ ਸਮਝ ਲੱਗੀ? Yes, sir. ਬਿਲਕੁਲ ਇਸੇ ਤਰ੍ਹਾਂ ਹੁਣ ਜੇ ਮੈਂ ਗੱਲ ਕਰਾਂ, ਜਿਵੇਂ ਇੱਕ ਬਹੁਤ ਵੱਡੀ ਸ਼ੀਟ ਲਵਾਂ, ਸ਼ੀਟ ਦੇ ਉੱਪਰ ਗੱਲ ਕਰਾਂ, ਤਾਂ ਜੇ ਸ਼ੀਟ ਨੂੰ ਰੱਖਾਂ ਮੈਂ ਕਿਸੇ ਵੀ ਉਹਦੇ ਵਿੱਚ ਇਲੈਕਟ੍ਰਿਕ ਫੀਲਡ ਦੇ ਵਿੱਚ, ਤੇ ਉਹ ਸ਼ੀਟ ਦੇ ਵਿੱਚ ਮੈਂ ਇਹ ਸ਼ੋ ਕਰੂੰਗਾ ਇਹਨਾਂ ਨੂੰ, ਕਈ ਲੇਅਰਸ ਦਿਖਾ ਦਿੰਦੇ ਆਪਾਂ ਜਸਟ ਸਮਝਣ ਦੇ ਲਈ ਗੱਲ ਨੂੰ, ਵੀ ਆ 1 2 3 4 ਦੀ ਲੇਅਰ ਦਿਖਾ ਦਿੰਦੇ, 4 ਇਹਦੇ 1 ਫਿਰ 2 ਫਿਰ 3 ਫਿਰ 4 ਫਿਰ 1 ਫਿਰ 2। मैं बहुत ज्यादा एक्यूरेसी ਨਾਲ ਨਹੀਂ ਬਣਾ ਰਿਹਾ, ਤੁਸੀਂ ਸਮਝ ਸਕਦੇ ਹੋ ਗੱਲ ਨੂੰ। ਇਦਾਂ ਹੀ 4 ਕਲੇਅਰ ਦਿਖਾ ਦੇਣਾ ਬਸ, ਠੀਕ ਹੈ। ਸਾਰਿਆਂ ਦੇ ਵਿੱਚ ਆ ਪੋਲਰਾਈਜੇਸ਼ਨ ਹੋਏਗੀ, ਇਧਰ ਪੋਜ਼ਿਟਿਵ ਇਧਰ ਨੈਗੇਟਿਵ, ਕਿਉਂਕਿ ਇਲੈਕਟ੍ਰਿਕ ਫੀਲਡ ਇਧਰ ਨੂੰ ਆ, ਠੀਕ ਹੈ। ਨੈਗੇਟਿਵ ਪੋਜ਼ਿਟਿਵ, 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 ਨੈਗੇਟਿਵ ਪੋਜ਼ਿਟਿਵ। ਇਸ ਤਰ੍ਹਾਂ ਆਪਾਂ ਇਹਨੂੰ ਇੰਨੀ ਕੁ ਬਣਾ ਕੇ ਗੱਲ ਨੂੰ ਸਮਝਦੇ ਆ। ਲਓ ਜੀ, ਹੁਣ ਕੀ ਹੋਊਗਾ ਤੁਸੀਂ ਸੋਚ ਕੇ ਦੇਖੋ ਵੀ ਜਿਹੜਾ ਆ ਪੋਜ਼ਿਟਿਵ ਹੈ, ਸੌਰੀ ਇਹਨੂੰ ਇੱਥੋਂ ਇਮੇਜਿਨ ਕਰੋ, ਇਧਰਲੇ ਪਾਸੇ ਵਾਲੇ ਤੇ ਇਧਰਲੇ ਪਾਸੇ ਵਾਲੇ ਚਾਰजेस ਦੀ ਸੈਪਰੇਸ਼ਨ ਨੂੰ। ਤਾਂ ਬੇਸਿਕਲੀ ਇਹਦੇ ਇਧਰਲੇ ਪਾਸੇ ਅੰਦਰ ਦੇਖੋ, ਫਿਰ ਪੋਜ਼ਿਟਿਵ ਨੈਗੇਟਿਵ ਪੂਰੇ ਜੋੜੇ ਬਣ ਗਏ ਨਾ ਅੰਦਰ। Yes, sir. ਠੀਕ ਹੈ, Yes, sir. ਇਹਦਾ ਵੀ ਬਣ ਗਿਆ, ਇਹਦੇ ਨਾਲ ਇਹਦੇ ਨਾਲ। ਬੇਸਿਕਲੀ ਆਪਾਂ ਕਹਿ ਸਕਦੇ ਇਹਦੇ ਵੀ ਕਿਸੇ ਨੈਟ ਉਹਦੇ ਵਿੱਚ ਆਪਾਂ ਕਹਿੰਦੇ ਚਾਰਜ ਨਹੀਂ ਹੈਗਾ, ਨਿਊਟਰਲ। ਜਿਵੇਂ ਇਹਦੇ ਵਿੱਚ ਵੀ ਇੱਥੇ ਚਾਰਜ ਨਹੀਂ ਸੀਗਾ ਨਾ, ਇੱਥੇ ਇਹਨਾਂ ਇੰਨੇ ਪੋਰਸ਼ਨ ਦੇ ਵਿੱਚ, ਹਨਾ। ਠੀਕ ਹੈ, ਨਿਊਟਰਲ ਸੀਗਾ ਨਾ ਇਹ। Yes, sir. ਉਦਾਂ ਹੀ ਇਹਨੂੰ ਮੰਨ ਲਈਏ ਤਾਂ ਇਹਦੇ ਇਧਰਲੇ ਪਾਸੇ ਨੈਗੇਟਿਵ ਚਾਰਜ ਆ ਗਿਆ, ਇਧਰਲੇ ਪਾਸੇ ਪੋਜ਼ਿਟਿਵ ਚਾਰਜ ਆ ਗਿਆ, ਬਿਲਕੁਲ ਉਦਾਂ ਹੀ ਜਿਵੇਂ ਮੈਟਲ ਦੇ ਵਿੱਚ ਇਧਰਲੇ ਪਾਸੇ ਨੈਗੇਟਿਵ ਆਇਆ ਸੀ, ਇਧਰਲੇ ਪਾਸੇ ਪੋਜ਼ਿਟਿਵ ਆਇਆ ਸੀ। ਪਰ ਇਹਦੇ ਵਿੱਚ ਬਹੁਤ ਜ਼ਿਆਦਾ ਗੁੰਜਾਇਸ਼ ਨਹੀਂਗੀ ਕਿ ਜੇ ਤੁਸੀਂ E ਨੂੰ ਹੋਰ ਸਟਰੋਂਗ ਕਰੋਗੇ ਤਾਂ ਬਿਲਕੁਲ ਉਸ ਤਰ੍ਹਾਂ ਹੀ ਇਹ ਆਪਣੇ ਨੂੰ ਮੈਨੇਜ ਕਰ ਸਕੇ। ਨਾ ਹੀ ਇਹ 'ਚ ਇੰਨੀ ਗੁੰਜਾਇਸ਼ ਹੈਗੀ ਆ ਕਿ ਇੰਨੇ ਇਲੈਕਟ੍ਰੋਨ ਜਾਂ ਇੰਨਾ ਨੈਗੇਟਿਵ ਚਾਰਜ ਇੱਧਰ ਇਕੱਠਾ ਹੋ ਜਾਵੇ, ਇੰਨਾ ਪੋਜ਼ਿਟਿਵ ਇਕੱਠਾ ਹੋ ਜਾਵੇ, ਕਿਉਂਕਿ ਇਕੱਠਾ ਹੋਣ ਲਈ ਉਹਨੂੰ ਛੱਡ ਕੇ ਜਾਣਾ ਪੈਣਾ ਨਾ, ਛੱਡ ਕੇ ਜਾ ਨਹੀਂ ਸਕਦਾ। ਆ ਵਿਚਕਾਰ ਲਿਆ ਤਾਂ ਦੇਖੋ ਇੱਥੇ ਆਵਲੇ ਦਾ ਨੈਗੇਟਿਵ ਚਾਰਜ ਇੱਥੇ ਫਸਿਆ ਆ ਕਿਹੜਾ ਉਧਰ ਗਿਆ ਵਾ, ਉਧਰ ਇਸ ਪਾਸੇ ਜਿਹੜਾ ਆਵਲੇ ਨੈਗੇਟਿਵ ਚਾਰਜ ਆਏ ਨੇ ਸਿਰਫ ਉਹੀ ਐਟਮਸ ਦੇ ਕਰਕੇ ਆਏ ਨੇ ਮੋਸਟਲੀ, ਜਿਹੜੇ ਐਟਮਸ ਇਹਦੇ ਲੈਫਟ ਸਾਈਡ ਤੇ ਬਿਲਕੁਲ ਲੇਅਰ ਦੇ ਨਾਲ ਸੀਗੇ, ਹਨਾ। Yes, sir. ਆ ਪੋਜ਼ਿਟਿਵ ਚਾਰਜ ਇਕੱਲੇ ਉਹਦੇ ਕਰਕੇ ਆਇਆ ਸੀ, ਇਸ ਲਈ ਇਹਦੇ ਚ ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ ਦਾ ਸੈਪਰੇਸ਼ਨ ਤਾਂ ਹੁੰਦਾ ਆ, ਪਰ ਉਹ ਸੈਪਰੇਸ਼ਨ ਜਿਹੜਾ ਹੁੰਦਾ ਆ ਉਹ ਇੰਨਾ ਸਟਰੋਂਗ ਨਹੀਂ ਹੁੰਦਾ ਕਿ ਜੇ ਇਲੈਕਟ੍ਰਿਕ ਫੀਲਡ ਅਪਲਾਈ 10 ਕੀਤਾ ਤਾਂ ਇਹ ਆਪਣੇ ਆਪ ਨੂੰ 10 ਬਣਾ ਸਕੇ। ਇਹਦਾ ਜਿਹੜਾ ਇੰਡਿਊਸਡ ਇਲੈਕਟ੍ਰਿਕ ਫੀਲਡ ਹੁੰਦਾ ਆ, ਇਹਦੇ ਵਿੱਚ ਵੀ ਇੰਡਿਊਸਡ ਇਲੈਕਟ੍ਰਿਕ ਫੀਲਡ ਹੁੰਦਾ ਆ, ਉਲਟੀ ਦਿਸ਼ਾ 'ਚ ਹੁੰਦਾ ਆ, ਪਰ ਇੰਡਿਊਸਡ ਇਲੈਕਟ੍ਰਿਕ ਫੀਲਡ ਅਪਲਾਈਡ ਇਲੈਕਟ੍ਰਿਕ ਫੀਲਡ ਨਾਲੋਂ ਘੱਟ ਹੋਏਗਾ। ਸੋ ਡਾਈਇਲੈਕਟ੍ਰਿਕਸ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਤਾਂ ਕਿਸੇ ਵੀ ਡਾਈਇਲੈਕਟ੍ਰਿਕ 'ਚ ਇਲੈਕਟ੍ਰਿਕ ਫੀਲਡ ਅਪਲਾਈਡ ਯਾਨੀ ਜ਼ੀਰੋ ਨਹੀਂ ਹੁੰਦਾ। ਸੋ ਆਪਾਂ ਹੁਣ ਇਨ ਜਨਰਲ ਗੱਲ ਕਰੀਏ, ਆ ਮੰਨ ਲਓ ਡਾਈਇਲੈਕਟ੍ਰਿਕ ਮਟੀਰੀਅਲ ਦੀ ਇੱਕ ਸਲੈਬ ਹੈ, ਆਪਾਂ ਕਿਸੇ ਤਰ੍ਹਾਂ ਦਾ ਮਟੀਰੀਅਲ ਲੈ ਸਕਦੇ ਸੀ, ਕਿਸੇ ਵੀ ਸ਼ੇਪ ਦਾ, ਤੇ ਮੰਨ ਲਓ ਕਿ ਇੱਥੇ ਇੱਕ ਅਪਲਾਈਡ ਇਲੈਕਟ੍ਰਿਕ ਫੀਲਡ ਇਹ ਹੈਗਾ, ਇਹਨੂੰ ਆਪਾਂ ਕਹਿ ਦਿੰਦੇ EA ਯਾਨੀ E ਅਪਲਾਈਡ, ਠੀਕ ਹੈ। ਕਈ ਵਾਰ E0 ਵੀ ਕਹਿ ਦਿੰਦੇ ਆਪਾਂ, ਕਿਉਂਕਿ ਮੰਨ ਲਓ ਇੱਥੇ ਇਲੈਕਟ੍ਰਿਕ ਫੀਲਡ ਸੀਗਾ ਪਹਿਲਾਂ ਹੀ ਹਵਾ ਦੇ ਵਿੱਚ ਸੀਗਾ, ਤਾਂ ਆਪਾਂ E0 ਕਹਿ ਦਿੰਦੇ ਆ। ਆਪਾਂ ਇੱਕ ਸਲੈਬ ਲਿਆ ਕੇ ਇੱਥੇ ਰੱਖੀ ਆ, ਕਹਿਣ ਦਾ ਭਾਵ
ਸਲੈਬ ਲਿਆ ਕੇ ਆਪਾਂ ਇਸ ਇਹਦੇ ਵਿੱਚ ਇੱਥੇ ਤੱਕ ਸੀਗਾ, ਠੀਕ ਆ, E ਨੋਟ ਸਾਰੇ ਪਾਸੇ ਸੀਗਾ, ਆਪਾਂ ਲਿਆ ਕੇ ਉਸ ਫੀਲਡ ਦੇ ਵਿੱਚ ਸਲੈਬ ਰੱਖਤੀ। ਇੱਕ ਸਲੈਬ ਰੱਖਣ ਦੇ ਕਰਕੇ ਸਲੈਬ ਦੇ ਵਿੱਚ ਇੰਡਿਊਸਡ ਚਾਰजेस ਪੈਦਾ ਹੋਣਗੇ, ਇੱਧਰ ਵੇਲੇ ਨੈਗੇਟਿਵ ਤੇ ਇੱਧਰ ਪੋਜ਼ਿਟਿਵ, ਤੇ ਉਹਦੇ ਕਰਕੇ ਇਹ ਚ ਇੰਡਿਊਸਡ ਇਲੈਕਟ੍ਰਿਕ ਫੀਲਡ ਪੈਦਾ ਹੋਊਗਾ ਪੁੱਠੀ ਦਿਸ਼ਾ ਦੇ ਵਿੱਚ। ਤੇ ਇੰਡਿਊਸਡ ਇਲੈਕਟ੍ਰਿਕ ਫੀਲਡ ਜਿਹੜਾ ਹੈਗਾ, ਇੰਡਿਊਸਡ ਇਲੈਕਟ੍ਰਿਕ ਫੀਲਡ ਹਮੇਸ਼ਾ ਲੈਸ ਦੇਨ ਹੋਊਗਾ ਅਪਲਾਈਡ ਇਲੈਕਟ੍ਰਿਕ ਫੀਲਡ ਤੋਂ। ਕਲੀਅਰ ਆ ਗੱਲ? Yes, sir. ਸੋ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਜ਼ੀਰੋ ਹੋ ਪਾਊਗਾ ਨੈਟ? No, sir. No, sir. ਤੇ ਬਲਕਿ ਇਲੈਕਟ੍ਰਿਕ ਫੀਲਡ ਦੀ ਦਿਸ਼ਾ ਉਹੀ ਹੋਊਗੀ ਜਿਹੜੀ ਅਪਲਾਈਡ ਵਾਲੀ ਹੋਊਗੀ, ਹੈ ਨਾ, ਕਿਉਂਕਿ ਉਹੀ ਹਮੇਸ਼ਾ ਜ਼ਿਆਦਾ ਹੋਏਗਾ। Yes, sir. ਸੋ ਇਹਦੇ ਚ ਜੇ E ਨੈਟ ਦੇਖਿਆ ਜਾਵੇ, E ਨੈਟ ਨੂੰ ਆਪਾਂ ਇਲੈਕਟ੍ਰਿਕ ਫੀਲਡ ਹੀ ਕਹਿੰਦੇ ਨੇ ਇਕੱਲਾ, ਵੀ ਜੋ ਵੀ ਇਲੈਕਟ੍ਰਿਕ ਫੀਲਡ ਹੁੰਦਾ ਹੈ ਬੇਸਿਕਲੀ, ਜਿਵੇਂ ਆਪਣੇ ਮੈਟਲ ਚ ਜ਼ੀਰੋ ਸੀਗਾ, ਇਹ ਚ ਕੀ ਆਊਗਾ ਫਿਰ? E ਨੋਟ ਸਿੱਧਾ ਹੀ ਮਾਈਨਸ ਕਰ ਦੋ, Induced. E ਇੰਡਿਊਸਡ। ਸਮਝ ਲੱਗੀ ਗੱਲ? Yes, sir. Yes, sir. ਮਤਲਬ ਇਹ ਆ ਕਿ ਕਿਸੇ ਡਾਈ ਇਲੈਕਟ੍ਰਿਕ ਮਟੀਰੀਅਲ ਨੂੰ ਕਿਤੇ ਵੀ ਰੱਖੋਗੇ ਤਾਂ ਇਲੈਕਟ੍ਰਿਕ ਫੀਲਡ ਦੀ ਵੈਲਿਊ ਨੂੰ ਉਹ ਘਟਾ ਦਿੰਦਾ ਹੈ, ਤੇ ਉਹ ਇੰਨਾ ਇੰਡਿਊਸ ਦੇ ਬਰਾਬਰ ਘਟਾ ਦਿੰਦਾ ਹੈ। ਜਿੰਨੀ ਉਹ ਘਟਾ ਦਿੰਦਾ ਆ, ਆਪਾਂ ਸਮਝਦੇ ਆ ਵੀ ਜਿੰਨਾ ਉਹਨੇ ਘਟਾਤਾ ਬੇਸਿਕਲੀ ਉਹੀ ਇੰਡਿਊਸਡ ਹੋਏਗਾ, ਮਤਲਬ ਜਿੰਨਾ ਘਟਿਆ। ਜੇ 10 ਤੋਂ, ਜੇ ਮੰਨ ਲਓ 10 ਸੀਗਾ ਬਾਹਰ, ਤੇ ਜੋ ਡਾਇਲੈਕਟ੍ਰਿਕ ਰੱਖਿਆ ਤਾਂ ਅੰਦਰ E ਨੈਟ ਰਹਿ ਗਿਆ 6, ਮਤਲਬ ਇੰਡਿਊਸ ਕਿੰਨਾ ਹੋਊਗਾ? 4. ਹਾਂ, 4 ਹੋਊਗਾ ਨਾ। Yes, sir. तो जिन्ना कट गया मतलब वो इंड्यूस जाएगा। ਹੁਣ ਇਸੇ ਗੱਲ ਨੂੰ ਆਪਾਂ ਡਾਈਇਲੈਕਟ੍ਰਿਕ ਕਨਸਟੈਂਟ ਨਾਲ ਵੀ ਰਿਲੇਟ ਕਰ ਸਕਦੇ ਹਾਂ, ਤੇ ਆਪਾਂ ਕਹਿੰਦੇ ਆ ਵੀ ਜਿਹੜਾ E ਨੈਟ ਹੁੰਦਾ ਆ ਕਿਸੇ ਵੀ ਮਟੀਰੀਅਲ ਦੇ ਉਹਦੇ ਵਿੱਚ, ਉਹ ਬੇਸਿਕਲੀ ਇਲੈਕਟ੍ਰਿਕ ਫੀਲਡ ਜਿੰਨਾ ਹੈਗਾ ਹਵਾ ਵਿੱਚ ਉਸ ਤੋਂ k ਟਾਈਮਸ ਘੱਟ ਹੁੰਦਾ ਹੈ, ਸਮਝ ਲਓ 1/k ਟਾਈਮਸ ਆਫ ਦੈਟ ਹੁੰਦਾ ਆ। ਇਸ ਨੂੰ ਆਪਾਂ ਪ੍ਰੈਕਟੀਕਲੀ ਜ਼ਿਆਦਾ ਯੂਜ਼ ਕਰਦੇ ਹਾਂ। ਇੰਡਿਊਸਡ ਵਾਲੀ ਉੱਪਰ ਵਾਲੀ ਗੱਲ ਨੂੰ ਸਮਝਣ ਲਈ ਠੀਕ ਹੈ ਵੀ ਘਟਦਾ ਕਿਉਂ ਆ ਹਿਸਾਬ ਇੱਥੋਂ ਪਤਾ ਲੱਗ ਗਿਆ, ਪਰ ਘਟਦਾ ਕਿੰਨਾ ਆ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਮਟੀਰੀਅਲ ਰੱਖ ਕੇ ਚੈੱਕ ਹੀ ਕਰ ਲਿਆ ਕਿੰਨਾ ਘਟਿਆ, ਫਿਰ ਉਹਨਾਂ ਨੇ ਕੀ ਕੀਤਾ ਵੀ ਜਿੰਨਾ ਸੀਗਾ ਬਟਾ ਜਿੰਨਾ ਘਟ ਕੇ ਹੋ ਗਿਆ ਹੁਣ ਮੀਡੀਅਮ ਦੇ ਵਿੱਚ, ਇਸ ਚੀਜ਼ ਨੂੰ ਇੱਕ ਨਵਾਂ ਨਾਮ ਦਿੱਤਾ, ਡਾਈਇਲੈਕਟ੍ਰਿਕ ਕਨਸਟੈਂਟ ਆਫ ਦੈਟ ਮੀਡੀਅਮ। ਤੇ ਆ ਡਾਈਇਲੈਕਟ੍ਰਿਕ ਕਨਸਟੈਂਟ ਹਰੇਕ ਦਾ ਵੱਖਰਾ, ਜਿਵੇਂ ਪਾਣੀ ਦਾ ਹੁੰਦਾ ਹੈ, ਪਾਣੀ ਦਾ 80.67 ਹੁੰਦਾ ਹੈ, 81 ਵੀ ਲੈ ਲੈਂਦੇ ਆ ਕਈ ਵਾਰ 80 ਵੀ ਲੈ ਲੈਂਦੇ ਆ, ਜੋ ਵੀ ਗਿਵਨ ਹੋਵੇ ਨੂਮੈਰੀਕਲ ਚ ਆਪਾਂ ਉਹ ਵੀ ਲੈ ਕੇ ਚੱਲ ਪੈਂਦੇ। ਹਰੇਕ ਦਾ ਡਾਇਲੈਕਟ੍ਰਿਕ ਕਨਸਟੈਂਟ ਕੁਛ ਨਾ ਕੁਛ ਹੁੰਦਾ ਹੈ, ਤੇ ਉਹਨੂੰ E ਨੋਟ ਬਾਈ E, ਯਾਨੀ ਆ E ਨੈਟ ਹੈ, ਇਹ ਚ ਕੋਈ ਇੰਡਿਊਸ ਦਾ ਜ਼ਿਕਰ ਨਹੀਂ ਹੈ, ਕੋਈ ਅਪਲਾਈਡ ਦਾ ਜ਼ਿਕਰ। ਆ ਹੋ ਗਿਆ ਐਕਸਟਰਨਲ ਫੀਲਡ, ਇਹ ਇੰਡਿਊਸ ਨਹੀਂਗਾ EM, ਇਹ ਹੈਗਾ ਵੀ ਟੋਟਲ ਜਿੰਨਾ ਫਿਰ ਰਹਿ ਗਿਆ, ਜਿੰਨਾ ਸੀਗਾ ਜਿੰਨਾ ਰਹਿ ਗਿਆ, ਤੇ ਜਾਂ ਮੀਡੀਅਮ ਦੇ ਵਿੱਚ ਜਿੰਨਾ ਇਲੈਕਟ੍ਰਿਕ ਫੀਲਡ ਹੋਏਗਾ ਬਰਾਬਰ ਹੈ K। ਸਮਝ ਲੱਗੀ ਗੱਲ ਸਾਰਿਆਂ ਨੂੰ? Yes, sir. Yes, sir. ਹੁਣ ਇੱਕ ਹੋਰ ਜਿਵੇਂ ਸਿੰਪਲ ਜੀ ਗੱਲ ਦੇਖੋ, ਇਹਦਾ ਮਤਲਬ ਕੀ ਹੈ ਕਿ ਜੇ ਕਿਸੇ ਵੀ ਪਾਰਟਿਕੂਲਰ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਸੀਗਾ E ਨੋਟ, ਤੇ ਤੁਸੀਂ ਕੋਈ ਡਾਈ ਇਲੈਕਟ੍ਰਿਕ ਮਟੀਰੀਅਲ ਲਿਆ ਕੇ ਇਹਦੇ ਆਲੇ ਦੁਆਲੇ ਭਰ ਦਿੱਤਾ, ਤਾਂ ਆ E ਨੋਟ ਹੁਣ E ਨੋਟ ਨਹੀਂ ਰਹੇਗਾ, ਇਹ ਘਟ ਜਾਏਗਾ, ਤੇ ਘਟ ਕੇ ਹੋ ਜਾਏਗਾ ਕਿੰਨਾ? E naught by K. by K, where K is the dielectric constant of this material। ਸਮਝ ਲੱਗੀ ਗੱਲ? Yes, sir. Yes, sir. ਤੇ ਮਟੀਰੀਅਲ ਦੇ ਬਾਹਰ E ਨੋਟ ਹੀ ਰਹੇਗਾ, ਜੇ ਆਪਾਂ ਅਪਲਾਈ ਕੀਤਾ ਸੀ, ਉਹ ਬਾਹਰ ਵਾਲਾ ਨਹੀਂ ਘਟਦਾ, ਅੰਦਰ ਘਟਦਾ ਹੈ। ਜਿਹੜੇ ਪੁਆਇੰਟ ਬਾਹਰ ਨੇ, ਬਾਹਰਲੇ ਪੁਆਇੰਟਾਂ ਤੇ ਉਨਾ ਹੀ ਰਹੇਗਾ, ਕਿਉਂਕਿ ਬਾਹਰਲੇ ਪੁਆਇੰਟਾਂ ਤੇ ਕੋਈ ਇੰਡਿਊਸ ਵਾਲੀ ਗੱਲ ਹੀ ਨਹੀਂ ਗੀ, ਉਹ ਅੰਦਰ ਹੋਈ ਆ ਮਟੀਰੀਅਲ ਦੇ ਅੰਦਰ। ਤੇ ਕਿਉਂਕਿ ਹਮੇਸ਼ਾ ਘਟਦਾ ਹੀ ਆ, ਤੇ ਤੁਹਾਨੂੰ ਪਤਾ ਕਿ ਜਿਹੜਾ E ਨੋਟ ਹੈ ਬਟਾ ਮਟੀਰੀਅਲ ਦੇ ਵਿੱਚ ਜਿਹੜਾ ਮੀਡੀਅਮ ਵਿੱਚ ਇਲੈਕਟ੍ਰਿਕ ਫੀਲਡ ਹੁੰਦਾ, ਇਲੈਕਟ੍ਰਿਕ ਫੀਲਡ ਹਮੇਸ਼ਾ ਘਟ ਜਾਂਦਾ ਹੈ ਨਾ, ਤਾਂ E ਨੋਟ ਬਾਈ E M ਹਮੇਸ਼ਾ ਗ੍ਰੇਟਰ ਦੈਨ ਕੀ ਹੋਏਗਾ? 1, ਕਿਉਂਕਿ ਆ ਹਮੇਸ਼ਾ ਹੀ ਵੱਡਾ ਹੁੰਦਾ ਹੈ ਨਾ, ਇਸ ਲਈ ਆਪਾਂ ਕਹਿੰਦੇ ਡਾਈਇਲੈਕਟ੍ਰਿਕ ਕਨਸਟੈਂਟ ਵੀ ਹਮੇਸ਼ਾ ਕੀ ਹੁੰਦਾ ਹੈ? ਗ੍ਰੇਟਰ ਦੈਨ 1 ਹੁੰਦਾ ਹੈ ਫॉर ਡਾਈਇਲੈਕਟ੍ਰਿਕ। ਸਮਝ ਲੱਗੀ ਗੱਲ ਕਿ ਨਹੀਂ ਦੱਸੋ? Yes, sir. Yes, sir. Yes, sir. ਠੀਕ ਹੈ, ਹੁਣ ਆਪਾਂ ਚਲੋ ਇਹ ਡਾਇਲੈਕਟ੍ਰਿਕ ਵਾਲੀ ਗੱਲ ਸਮਝ ਲੱਗ ਗਈ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਬਸ ਬਾਹਰ ਇਲੈਕਟ੍ਰਿਕ ਫੀਲਡ ਜੇ E ਨੋਟ ਅਪਲਾਈ ਕੀਤਾ ਹੈ, ਤੇ ਡਾਇਲੈਕਟ੍ਰਿਕ ਦੇ ਅੰਦਰ E ਨੋਟ ਬਾਈ K ਲਿਆ ਕਰਾਂਗੇ ਪ੍ਰੈਕਟੀਕਲੀ, ਇਸ ਗੱਲ ਨੂੰ ਐ ਲੈ ਕੇ ਚੱਲਾਂਗੇ, ਬਸ ਗੱਲ ਖਤਮ। ਦੂਜੀ ਗੱਲ ਆਪਾਂ ਨੂੰ ਪਤਾ ਲੱਗ ਗਈ, ਜੇ ਤੁਸੀਂ ਹਵਾ ਹੀ ਰੱਖਣੀ ਆ ਵਿੱਚ, ਕਿਉਂਕਿ E ਨੋਟ ਬੇਸਿਕਲੀ ਹਵਾ ਦੇ ਵਿੱਚ ਹੈ ਨਾ, ਬਾਹਰ ਜਦੋਂ ਮਟੀਰੀਅਲ ਕੋਈ ਨਹੀਂ ਹੈਗਾ, ਵੈਕਿਊਮ ਜਾਂ 에ਅਰ। ਸੋ ਇਹਦਾ ਮਤਲਬ ਬਹੁਤ ਇੰਪੋਰਟੈਂਟ ਗੱਲ ਹੈ, ਲਿਖਣ ਲੱਗਾ ਮੈਂ ਇੱਥੇ, that for vacuum और एयर, चाहे हवा हो चाहे वैक्यूम, लगभग आप बराबर लेने आ, इन्हां दे लई डाइइलैक्ट्रिक कांस्टेंट की वैल्यू कितनी होएगी? बोलो
ਵੀ E नॉट by EM कर देना, जे हवा ही आता E नॉट by E नॉट ही हो गया होता, फिर Yes, sir. 1 ਹੋ ਗਿਆ। ਤੇ ਜੇ ਤੁਸੀਂ ਗੱਲ ਕਰਦੇ ਹੋ ਫॉर ਐਨੀ ਡਾਈਇਲੈਕਟ੍ਰਿਕ, ਯਾਨੀ ਕੋਈ ਵੀ ਮਟੀਰੀਅਲ ਜਿਹੜਾ ਜਿਸ ਤਰ੍ਹਾਂ ਦੀ ਆਪਾਂ ਗੱਲਾਂ ਕੀਤੀਆਂ ਹੋਣੀ ਡਾਈਇਲੈਕਟ੍ਰਿਕ ਬਾਰੇ, K ਦੀ ਵੈਲਿਊ ਹਮੇਸ਼ਾ ਕੀ ਹੋਏਗੀ, ਗ੍ਰੇਟਰ ਦੈਨ 1, ਤੇ ਜੇ ਹੋਵੇ ਫॉर ਕੰਡਕਟਰਸ ਜਾਂ ਫॉर ਮੈਟਲਸ ਤਾਂ K ਦੀ ਵੈਲਿਊ ਕੀ ਹੁੰਦੀ ਹੈ, ਇੱਧਰ ਦੇਖੋ ਆ E ਦੀ ਵੈਲਿਊ ਕਿੰਨੀ ਹੁੰਦੀ ਹੈ ਮੈਟਲ ਦੇ ਅੰਦਰ, ਜਾਂ ਆਹੀ ਹੁੰਦਾ ਨਾ ਆਪਣਾ ਅਸਲੀ ਇਲੈਕਟ੍ਰਿਕ ਫੀਲਡ ਕਿਸੇ ਮਟੀਰੀਅਲ ਚ, Yes, sir. yes sir, E नॉट बटा K, ਤੇ E ਦੀ ਵੈਲਿਊ ਕਿੰਨੀ ਹੁੰਦੀ ਹੈ ਦੱਸੋ ਮੈਟਲ ਚ, E नॉट ਦੇ ਬਰਾਬਰ। ਉਹ ਭਾਈ ਫॉर ਮੈਟਲਸ ਇਲੈਕਟ੍ਰਿਕ ਫੀਲਡ ਜਿਹੜਾ ਹੁੰਦਾ ਹੈ 0 ਹੁੰਦਾ ਆ, Yes, sir. ਤੇ ਇਹਦਾ ਮਤਲਬ ਫਿਰ K ਦੀ ਵੈਲਿਊ, ਕਿਉਂਕਿ E ਨॉट ਤਾਂ ਫਿਰ ਕਾਂਸਟੈਂਟ ਹੀ ਹੈ ਜਿਹੜਾ ਵੀ ਹੈ ਉੱਪਰ ਬਾਹਰ ਸੀਗਾ, ਪਰ ਮੈਟਲ ਰੱਖਦੇ ਹੀ ਅੰਦਰ ਇਲੈਕਟ੍ਰਿਕ ਫੀਲਡ, ਆ ਰੈੱਡ ਵਾਲਾ ਐਰੋ ਆਊਗਾ ਹੀ ਨਹੀਂ ਨਾ, 0 ਹੀ ਹੋ ਜਾਊਗਾ ਨਾ, ਇਹਦਾ ਸਾਰੇ ਖਤਮ ਹੋ ਜਾਊਗਾ। Yes, sir. Yes, sir. ਤਾਂ ਮਤਲਬ E नॉट by K ਜੇ ਕਰੋਗੇ ਤਾਂ K ਦੀ ਵੈਲਿਊ ਕਿਹਦੇ ਅਪਰੋਚ ਹੋਣੀ ਚਾਹੀਦੀ ਹੈ, 0. ਇਨਫਿਨਿਟੀ, Infinity. ਡਿਨੋਮੀਨੇਟਰ ਇਨਫਿਨਿਟੀ ਨੂੰ ਅਪਰੋਚ ਕਰੂਗਾ ਤਾਂ ਹੀ ਤਾਂ ਨਿਊਮਰੇਟਰ ਆ 0 ਬਣੂਗਾ ਨਾ। Yes, sir. ਇਹ ਤਾਂ ਹਵਾ 'ਚ ਸੀਗਾ ਇਲੈਕਟ੍ਰਿਕ ਫੀਲਡ, ਆਹ ਵਾਲਾ ਮੈਟਲ ਦੇ ਵਿੱਚ ਜਾਂ ਕਿਸੇ 'ਚ ਆਪਾਂ ਦੇਖ ਰਹੇ ਕਿਸੇ ਮਟੀਰੀਅਲ ਦੇ ਵਿੱਚ E, ਇਹ ਬੜੀ ਇੰਪੋਰਟੈਂਟ ਗੱਲ ਹੈ। ਸਮਝ ਲੱਗੀ ਗੱਲ ਸਾਰਿਆਂ ਨੂੰ, ਡਾਈਇਲੈਕਟ੍ਰਿਕ ਕਿਹੜੇ ਕਿਹੜੇ ਤਰ੍ਹਾਂ ਦੇ, ਹੁਣ ਜੇ ਵੈਕਿਊਮ ਜਾਂ ਹਵਾ ਹੈ ਫਿਰ ਤਾਂ 1 ਹੀ ਹੈ, ਫਿਰ ਤਾਂ ਕੋਈ ਗੱਲ ਹੀ ਨਹੀਂ, ਇਸ ਲਈ ਆਪਾਂ K ਵਰਤਦੇ ਵੀ ਨਹੀਂ, ਆਪਾਂ ਸਿੱਧਾ ਹੀ ਐਪਸਿਲਨ ਨੋਟ ਲਿਖਦੇ ਹਾਂ, ਗੱਲ ਖਤਮ। ਡਾਈਇਲੈਕਟ੍ਰਿਕ ਦੇ ਲਈ ਆਪਾਂ ਲਿਖ ਦਿੰਦੇ ਹਾਂ K ਗ੍ਰੇਟਰ ਦੈਨ 1 ਹੋਏਗਾ। ਹੁਣ ਪਾਣੀ ਲਈ ਜਿਵੇਂ 80.67 ਹੁੰਦਾ ਆ, ਕੰਡਕਟਰਾਂ ਲਈ ਇਨਫਿਨਿਟੀ ਹੁੰਦਾ ਆ, ਤਾਂ ਫਿਰ ਇਸ ਤਰ੍ਹਾਂ ਆਪਾਂ ਇਹਨੂੰ ਕੈਟੇਗਰਾਈਜ਼ ਕਰ ਸਕਦੇ ਹਾਂ। ਸਮਝ ਲੱਗ ਗਈ ਸਾਰਿਆਂ ਨੂੰ ਗੱਲ ਕਿ ਨਹੀਂ ਦੱਸੋ? Yes, sir. तो आ बड़ी इंपॉर्टेंट चीज है जी समझनी है। दूसरी गल हैगी है हुण, हाँ जी बोलो सर। के हाँ जी। इन्फिनिटी को अप्रोच कर रहा है सर, इसका मतलब क्या सिग्निफिकेंस हो सकता है सर, ऐसे कुछ मतलब? जैसे कि अगर मैं कहता हूं, देखो मैं सिग्निफिकेंस इस बात को समझते हैं, वैसे इस तरह की चंगियां गल्लां ने तुहानूं ऐ पुछना भी चाहिए, सही गल है, शुभम अच्छी गल पूछ रहा वा कि अगर अप्रोच कर रहा है इन्फिनिटी का, इसका सेंस की बन रही है, इसकी मतलब है ना शुभम? यस सर। पानी में, मैं पानी की बात कर रहा हूं, ठीक है, पानी का मैंने अभी आपको बताया कि 81 होता है डाइलेक्ट्रिक कांस्टेंट लगभग, ठीक है, यस, यानी 80.67 होता है, हम 81 ले लेते हैं, कई बार 80 भी ले सकते हैं, चलो हम सिर्फ सिग्निफिकेंस समझना चाहते हैं हम तो, है ना। यस, इसका मतलब ये है कि अगर ये पॉइंट पे इलेक्ट्रिक फील्ड की वैल्यू, जस्ट मैं वैसे ही एग्जांपल ले रहा हूं, 162 न्यूटन पर कूलम है, यस सर। अगर इस पॉइंट पर इलेक्ट्रिक फील्ड की वैल्यू 162 न्यूटन पर कूलम है, और अगर मैं ऐसा करता हूं कि यहां पर पानी भर देता हूं, इस जगह पर उस पॉइंट को उस पानी से घेर लेता हूं, चारों तरफ पानी भर दिया मैंने, वाटर, समझ आई बात? यस सर। तो इसका मतलब यह है कि उस पानी के अंदर जो इलेक्ट्रिक फील्ड होगा वो इस E नॉट जो कि पहले वहां पर था हवा में, उससे कितने गुना कम हो जाएगा ये पता लगता है। तो वो E नॉट बाय 81 हो गया, यस तो सर। पानी में इलेक्ट्रिक फील्ड कितना आएगा बताओ? 2 न्यूटन। 2 न्यूटन पर कूलम आएगा, इतना कम हो जाता है, ये इसका फिजिकल सिग्निफिकेंस है। क्लियर है बात? यस सर। और अगर आप कोई दो चार्जेस के बीच में फोर्स की बात करते हो तो फोर्स भी इतने ही गुना कम हो जाता है, क्योंकि इलेक्ट्रिक फील्ड अगर इतना कमजोर पड़ जाएगा तो फोर्स तो उस चार्ज को गुना करते हैं ना इलेक्ट्रिक फील्ड से। यस सर। जब इलेक्ट्रिक फील्ड 1/81 हो गया तो फिर इसका मतलब फोर्स भी 1/81 हो जाएगा। यस। इसीलिए डाइलेक्ट्रिक कांस्टेंट को हमने जब कूलम्स लॉ पढ़ा था तो वहां पे भी हमने किया था कि फोर्स इन एयर डिवाइडेड बाय फोर्स इन मीडियम अगर करते हो तो उस मीडियम का डाइलेक्ट्रिक कांस्टेंट K आता है। ये बात समझ में आई? यस सर। यानी कि अगर मैं साल्ट की बात करूं, साल्ट में सोडियम और क्लोराइड होते हैं ना, यस सर। सोडियम में पॉजिटिव चार्ज और क्लोराइड पे नेगेटिव शो कर देता हूं मैं, तो बेसिकली सोडियम क्लोराइड साल्ट में कौन सा बॉन्ड होता है, कोवलेंट या आयोनिक? बस वही है, कोवलेंट बॉन्ड होता है कि आयोनिक बॉन्ड होता है? आयोनिक है ना। वो बेसिकली मतलब है, मैं रेड पेन से ऐसे शो करूंगा, इन दोनों के बीच में एक फोर्स ऑफ अट्रैक्शन है, और वो बेसिकली कूलम्स वाला ही फोर्स है ना एक तरह से, यस सर। है ना। यस।
तो अब मैंने क्या किया, इस साल्ट को पानी में डाल दिया, ठीक है। यस सर। तो इस फोर्स को क्या होगा, ये फोर्स कितना हो जाएगा अब? सर डिवाइड हो जाएगा सर 81 हाँ, तो यानी जो फोर्स दोनों, ये फोर्स इन वाटर हो गया, सोडियम और क्लोराइड के बीच में, यानी अगर आप मानकर चलो कि 162 न्यूटन फोर्स था, तो अब वो कितना फोर्स रह जाएगा? 2। यानी वो काफी ज्यादा कम हो जाएगा ना। यस सर। यानी अगर मैं सोडियम क्लोराइड साल्ट को पानी में ऐसे ही फेंक देता हूं, तो वो फोर्स कम होने की वजह से सोडियम और क्लोराइड एक दूसरे से जो बॉन्डेड थे, अब बॉन्डेड नहीं रहेंगे ना। यस सर। तो वो खुल जाएगा बॉन्ड, और उसके खुलते ही सोडियम और क्लोराइड दोनों आजाद हो जाएंगे और वो पानी में कहीं भी घूम फिर सकेंगे। यस। और यही तो होता है ना साल्ट का घुल जाना पानी में। यस सर। तो साल्ट का पानी में घुल जाना इसीलिए होता है क्योंकि पानी, उनके बीच में जो आयंस हैं, आयंस के बीच में जो फोर्स है उसको 1/81 कर देता है। यस। ये बात समझ में आई अच्छे से? यस सर। अब मैं ये कह रहा हूं कि अगर ये फोर्स, ये जो इलेक्ट्रिक फील्ड है, जैसे मैंने अभी इलेक्ट्रिक फील्ड की एग्जांपल ली आपके सामने 162 न्यूटन पर कूलम वाली, अगर ये इलेक्ट्रिक फील्ड 1/81 होकर 2 न्यूटन पर कूलम रह गया पानी में, अगर किसी का डाइलेक्ट्रिक कांस्टेंट हो जाता 162, तो कितना फोर्स रह जाता, कितना इलेक्ट्रिक फील्ड रह जाता? सर 1 रह जाता। अगर डाइलेक्ट्रिक कांस्टेंट हो जाता 1000, तो कितना रहता? 162/1000। यस। अगर हो जाता 1,00,000, तो कितना इलेक्ट्रिक फील्ड रहता? 0.000, है ना, 162। यस। ऐसे करते करते मैं कह रहा हूं कि अगर डाइलेक्ट्रिक कांस्टेंट इन्फिनिटी हो जाएगा, तो जाके ये होएगा ना, जीरो को अप्रोच करेगा। यस। ये जितना बढ़ता जा रहा है इलेक्ट्रिक फील्ड कम होता जा रहा है, और वहां पर मेटल्स के केस में क्या होता है कि इलेक्ट्रिक फील्ड कम होता होता बल्कि खत्म ही हो जाता है। तो हम कहते हैं कि ये कितने गुना कम हो गया? इन्फिनिटी टाइम्स, 1/∞ टाइम्स हो गया। यानी तो ये जो नीचे वाला डिनोमिनेटर है, अगर इन्फिनिटी हो जाएगा तो बेसिकली वो जीरो को अप्रोच करेगा, जो कि अप्रोच करने का प्रोसीजर कैसे चलता है वो मैंने पहले पेज पे अभी बताया आपको। तो उससे हमने इसे रिलेट कर दिया। अब समझ में आई बात कि इसका फिजिकल सिग्निफिकेंस क्या है? यस सर। पता लग गया? यस सर, मतलब कि उतने टाइम्स वो वीक हो जाता है। वीक हो जाता है। तो ये डाइलेक्ट्रिक कांस्टेंट ये बताता है कि वो अपने अंदर जो जितने भी इलेक्ट्रोस्टैटिक फोर्सेस हैं या इलेक्ट्रोस्टैटिक फील्ड है उसको कमजोर करता है। यस। ठीक है। यस। जैस्मीन पता लग गया था ना? हाँ जी सर। जो भी है कंसेप्ट दे डाउट्स, देखो कोई रट्टा नहीं मारना, इदां ही पूछ लिया करो, क्योंकि जे अपने वो प्रॉब्लम्स है दिमाग च रह गई तो कोई फायदा नहींगा, कोई भी फायदा नहींगा फिर आ सारी क्लासां क्लूसां लाने का। कोई मैं एक लैक्चर पहला या इसके बाद कोई फर्क नहीं पैंदा। कल मैं ਤੁਹਾਨੂੰ ਕਿਹਾ ਸੀ ਨਾ ਵੀ ਅੱਜ मैं खत्म कर दूंगा ਤੇ ਕੱਲ ਦਾ ਦਿਨ ਆਪਾਂ ਸ਼ਾਇਦ ਕਰੰਟ ਇਲੈਕਟ੍ਰਿਸਿਟੀ ਕਰਾਂਗੇ, नहीं ਕਰਾਂਗੇ, ਕਿਉਂਕਿ ਮੈਂ ਹੁਣ ਇਹਨਾਂ ਨੂੰ ਕਰਾਇਆ, ਇਹਨਾਂ ਇਹ ਕੰਮ ਜਿਹੜਾ ਹਨਾ ਇਹ ਵੈਲ ਪਲਾਨ ਨਹੀਂ ਸੀਗਾ, ਇਹ ਤੁਸੀਂ ਤੁਹਾਡੇ ਡਾਊਟਸ ਤੇ ਇੰਨਾ ਟਾਈਮ ਲੱਗ ਗਿਆ। ਇਹਦਾ ਮਤਲਬ ਹੈ ਕਿ ਕੱਲ ਵੀ ਆਪਾਂ ਇਹੀ ਕਰਾਂਗੇ, ਕੋਈ ਦਿੱਕਤ ਨਹੀਂ, ਇੱਕ ਦਿਨ ਹੋਰ ਲਾ ਲਵਾਂਗੇ, ਐਡੀ ਕੋਈ ਗੱਲ ਨਹੀਂ, ਪਰ ਕੰਮ ਪੂਰਾ ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈ। ਚਲੋ ਫਿਰ ਅੱਜ ਦਾ ਸ਼ੁਰੂ ਕਰੀਏ। ਅੱਜ ਹੈਗਾ ਜੀ ਕਿ ਕੈਪੈਸਿਟਰ ਹੈ। ਹੁਣ ਤੁਸੀਂ ਕਿਸੇ ਵੀ ਕੈਪੈਸਿਟਰ ਦਾ ਕੈਪੈਸਿਟੈਂਸ ਆਪਾਂ ਦੇਖਿਆ कि अगर कोई दो प्लेट्स है ना एरिया ए वालियां डी डिस्टेंस ते रखियां तो उन्होंने कैपेसिटेंस कितना है सी एप्सिलॉन नॉट ए बाय डी। क्लियर है गल? यस सर। हुण मैं कह रहा कैपेसिटेंस ऑफ अ कैपेसिटर, तुसी पता करो किसी भी कैपेसिटर दा कैपेसिटेंस इफ वी इंसर्ट, ये वी इंसर्ट दी बजाय तुसी ये लिख दो इफ a dielectric slab, if a dielectric slab is inserted between the plates of capacitor, मतलब कि कैपेसिटेंस तो तुसी कर ही चुके हो, पर जे हुण ओदे अंदर जिथे हवा सीगी, हवा दी बजाय अगर डाइइलैक्ट्रिक स्लैब नूं पुट कर दोगे तो ओदे नाल ओदे ते स्लैब जिहड़ी है फुली आपां फिल करनी है। ठीक है, फुली इंसर्टेड, यानी कि मतलब मैं दस दूं डायग्राम बना के दो।
आम करके सोचो, आम करके तुहानूं पता कि आ अपना मान लो प्लेट है कैपेसिटर दी, आ दूजी प्लेट है, ਤੇ ਤੁਹਾਨੂੰ ਪਤਾ ਆ कि ਇਹਦੇ ਵਿੱਚ ਇਲੈਕਟ੍ਰਿਕ ਫੀਲਡ ਹੋਏਗਾ, ਹੈ ਨਾ, ਕਿਉਂਕਿ ਇੱਧਰ ਪੋਜ਼ਿਟਿਵ ਚਾਰਜ ਹੋਏਗਾ, ਇੱਧਰ ਨੈਗੇਟਿਵ ਚਾਰਜ ਹੋਏਗਾ। ਕੋਈ ਕੈਪੈਸਿਟਰ ਆਪਾਂ ਉਹਦੀ ਚਾਰਜ ਵਾਲੀ ਸਟੇਟ ਦੀ ਗੱਲ ਕਰ ਰਹੇ ਹਾਂ, ਜ਼ਰੂਰ ਨਹੀਂ ਕਿ ਆਪਾਂ ਇਹ ਚਾਰਜ ਹੀ ਆਪਾਂ ਖਾਲੀ ਕੈਪੈਸਿਟਰ ਦਾ ਵੀ ਕੈਪੈਸਿਟੈਂਸ ਹੁੰਦਾ ਆ। ਆਪਾਂ ਇਹਦੀ ਦੀ ਗੱਲ ਕਰੀਏ, ਇਹਦੇ ਅੰਦਰ ਇਲੈਕਟ੍ਰਿਕ ਫੀਲਡ ਹੋਏਗਾ। ਸੋ ਆਪਾਂ ਮੰਨ ਲਈਏ ਕਿ ਇਹਦੇ ਉੱਪਰ ਜਿਹੜੀ ਚਾਰਜ ਹੈਗਾ, ਮੰਨ ਲਓ ਇੱਥੇ ਪਲੱਸ ਕਿਊ ਚਾਰਜ ਹੈਗਾ, ਇੱਥੇ ਮਾਈਨਸ ਕਿਊ ਚਾਰਜ ਹੈ, ਆ ਕੈਪੈਸਿਟਰ ਹੈ ਨਾਰਮਲੀ। ਤਾਂ ਤੁਸੀਂ ਦੱਸੋ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਜਿਹੜਾ ਹੁੰਦਾ ਹੈ, ਇਲੈਕਟ੍ਰਿਕ ਫੀਲਡ ਦੀ ਵੈਲਿਊ ਕਿੰਨੀ ਹੁੰਦੀ ਹੈ? ਉਹਨੂੰ E ਨੋਟ ਕਹਿ ਦਿੰਦੇ ਆਪਾਂ, ਕਿਉਂਕਿ ਅੰਦਰ ਹਵਾ ਹੀ ਹੈ, ਇਹਦੇ ਅੰਦਰ ਹਵਾ ਹੀ ਹੈ। ਉਹ ਹੁੰਦਾ ਸਿਗਮਾ ਬਾਈ ਐਪਸਿਲਨ ਨੋਟ ਨਾ। ਹਾਂਜੀ सिग्मा सर। दिया जाएगा क्यू बाई ए सिग्मा हो गया बटा एप्सिलॉन नॉट हो गया, एप्सिलॉन नॉट हो गया, आ इलेक्ट्रिक फील्ड हो गया। ठीक है, ਤੇ ਜਦੋਂ ਤੁਸੀਂ ਕੈਪੈਸਿਟੈਂਸ ਦੀ ਗੱਲ ਕਰਦੇ ਹੋ ਇੱਥੇ, ਤੇ ਆਪਾਂ ਦੇਖਿਆ ਸੀ ਕਿ ਆਪਣੇ ਕੋਲ ਜੇ ਆ ਇਲੈਕਟ੍ਰਿਕ ਫੀਲਡ ਹੋਏਗਾ ਇਹਦੇ ਅੰਦਰ, ਤੇ ਡਿਸਟੈਂਸ ਬਿਟਵੀਨ ਦਾ ਪਲੇਟਸ d ਹੋਏਗਾ, ਤਾਂ ਇਸ ਪਲੇਟ ਤੋਂ ਇਸ ਪਲੇਟ ਤੱਕ ਜਾਂਦੇ ਹੋਏ ਤੁਹਾਡਾ ਪੋਟੈਂਸ਼ੀਅਲ ਡਿਫਰੈਂਸ ਦਾ ਜੋ ਡ੍ਰੌਪ ਹੋਏਗਾ, ਉਹ ਸਿੱਧੀ ਸਿੱਧੀ ਗੱਲ ਤੁਸੀਂ ਕਹਿ ਦਿੰਦੇ ਹੋ ਕਿ ਇਲੈਕਟ੍ਰਿਕ ਫੀਲਡ ਮਲਟੀਪਲਾਈਡ ਬਾਈ ਡਿਸਟੈਂਸ, ਐਂ ਕਰਦੇ ਆ ਨਾ। Yes, sir. इलेक्ट्रिक फील्ड ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਆ q ਬਟਾ a ਐਪਸਾਈਲਨ ਨਾਟ ਇਨਟੂ ਡਿਸਟੈਂਸ, ਇਹ ਆਪਣਾ ਹੋ ਗਿਆ v, ਹੈਨਾ। ਇੱਥੋਂ ਹੀ ਤਾਂ q ਬਾਈ v ਵੀ ਕੱਢ ਸਕਦੇ ਹੋ ਤੁਸੀਂ ਸਿੱਧਾ ਹੀ, ਵੈਸੇ ਤਾਂ ਮੈਂ ਤੁਹਾਨੂੰ ਐ ਕਰਾਇਆ q ਬਾਈ v ਦੀ ਵੈਲਿਊ ਪੁੱਟ ਕਰਦੇ ਹਾਂ, ਤਾਂ ਵੈਸੇ ਇੱਥੋਂ ਹੀ ਨਿਕਲ ਰਿਹਾ q ਬਾਈ v ਸਿੱਧਾ ਹੀ। ਤੇ ਤੁਹਾਡਾ ਕੈਪੈਸਿਟੈਂਸ ਕਿੰਨਾ ਆ ਜਾਏਗਾ ਫਿਰ? q ਬਾਈ v ਜਿਹੜਾ ਹੁੰਦਾ ਆ ਇੱਥੇ ਕਿੰਨਾ ਆ ਰਿਹਾ? q ਬਾਈ v ਐਪਸਾਈਲਨ ਨਾਟ a ਬਾਈ d। ਕਲੀਅਰ ਹੈ ਗੱਲ? पर ये अपना टॉपिक नहीं है, टॉपिक ऊपर कुछ और लिखा है। असल विच हुण मैं की करन जा रहा कि आही कैपेसिटर है, मान लो इन्नी ही एरिया ऑफ प्लेट्स है, सब कुछ है, वही डिस्टेंस d है, पर ਇਹਦੇ ਵਿੱਚ ਹੁਣ ਹਵਾ ਨਹੀਂ ਹੈ। ਤੇ ਇਹਦੇ ਅੰਦਰ ਆਪਾਂ ਹੁਣ डाइलेक्ट्रिक स्लैब फिट की जमा पूरी बिल्कुल जमा फिट होगी, थोड़ी जी भी हवा भी नहीं छड्डी, इस तरह स्लैब ना भरता, मतलब मटीरियल भरता विचकार कुट कुट के भरता, समझ लो तुसीं ऐ सोच लो स्लैब वांगू भावें ना भी सोचो, इस तरह कुट कुट के मटीरियल भरता। ठीक है, ते जिहड़ा मटीरियल भरिया ओहदा डाइलेक्ट्रिक कांस्टेंट ऑब्वियसली कोई ना कोई के होगा, ਆਪਾਂ k मान लैंदे आ। हुण इस केस दे विच देखो, जे मान लिया आप मान लिया कि प्लेट के ऊपर चार्ज है प्लस क्यू, ते इधर है मान लो माइनस क्यू, ਇਹਦੇ ਅੰਦਰ ਜਿਹੜੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਜੋ ਕਿ ਇਸੇ ਪਲੱਸ ਕਿਊ ਤੇ ਇਸੇ ਮਾਈਨਸ ਕਿਊ ਦੇ ਕਰਕੇ ਪਹਿਲਾਂ ਸੀਗੀ ਇੰਨੀ ਸੀ ਨਾ। ਹਾਂਜੀ ਸਰ। ਪਰ ਹੁਣ ਇਲੈਕਟ੍ਰਿਕ ਫੀਲਡ ਪਹਿਲਾਂ ਨਾਲੋਂ ਕੀ ਹੋ ਗਿਆ ਹੋਣਾ? ਸਰ ਘਟ ਗਿਆ ਹੋਣਾ। ਤਾਂ ਆਪਾਂ ਇਸ ਮੀਡੀਅਮ ਦੇ ਵਿੱਚ ਇਲੈਕਟ੍ਰਿਕ ਫੀਲਡ ਜਿਹੜਾ ਹੈਗਾ ਵਾ ਉਹਦਾ ਨਾਮ E ਰੱਖ ਦਿੰਨੇ ਆ। ਉਹ ਜਿਹੜਾ E ਹੋਊਗਾ ਉਹ ਪਹਿਲਾਂ ਨਾਲੋਂ ਕਿੰਨਾ ਇੰਨਾ ਘਟ ਗਿਆ ਹੋਣਾ, ਹਨਾ। ਹਾਂਜੀ ਸਰ। ਤੇ ਪਹਿਲਾਂ ਵਾਲਾ ਤਾਂ ਤੁਹਾਨੂੰ ਪਤਾ ਹੀ ਆ, ਪਹਿਲਾਂ ਵਾਲਾ ਤਾਂ Q by A ਐਪਸਾਈਲਨ ਨੋਟ ਸੀਗਾ ਨਾ। ਹਾਂਜੀ। ਤਾਂ ਇੰਨਾ ਹੋ ਗਿਆ ਹੋਣਾ ਇਲੈਕਟ੍ਰਿਕ ਫੀਲਡ। ਡਿਸਟੈਂਸ ਨੂੰ ਤਾਂ ਕੋਈ ਫਰਕ ਨਹੀਂ ਪਿਆ ਨਾ, ਤਾਂ ਇੱਥੇ ਪੋਟੈਂਸ਼ੀਅਲ ਡਿਫਰੈਂਸ ਫਰਕ ਜ਼ਰੂਰ ਪੈ ਗਿਆ ਹੋਣਾ। ਦੇਖੋ ਜਿਹੜਾ ਨਵਾਂ ਪੋਟੈਂਸ਼ੀਅਲ ਡਿਫਰੈਂਸ ਆਊਗਾ V ਡੈਸ਼, ਸਮਝ ਲਓ ਇਸ ਕੇਸ 'ਚ, ਕਿਉਂਕਿ ਇੱਥੇ V कहता है ना, ਉਹ ਹੋਊਗਾ ਨਵਾਂ ਜਿਹੜਾ ਇਲੈਕਟ੍ਰਿਕ ਫੀਲਡ ਹੈਗਾ ਗੁਣਾ ਡਿਸਟੈਂਸ ਦਾ ਉਨਾ ਹੀ ਹਾਲੇ ਵੀ। देखो आ वाला रिजल्ट देखो। हाँ जी सर, आ इंपॉर्टेंट रिजल्ट है। Yes, sir. जे इलेक्ट्रिक फील्ड ही थोड़ा पहले नालों कमजोर हो गया तो V डैश भी थोड़ा घट गया होना ना। Yes, sir. इसलिए आप इसे देख रहे हैं कि V डैश रखता ना, E दी वैल्यू पुट करोगे ये सारी ਤੁਹਾਨੂੰ डेरिवेशन चंगी तरह पता होनी चाहिए क्योंकि ये स्कूल एग्जाम ਵਿੱਚ आ जाती है, बड़ी इंपॉर्टेंट है। ये हो गया गुणा D हो गया V डैश। तो नवा ਜਿਹੜਾ कैपेसिटेंस आएगा C डैश ਉਹ ਹੋਊਗਾ ਕੀ ਬੇਸਿਕਲੀ, ਉਹ ਹੋਊਗਾ ਜਿੰਨਾ ਚਾਰਜ ਬਟਾ V ਡੈਸ਼, ਹੈ ਨਾ। Yes, sir. ਤੇ Q by V ਡੈਸ਼ ਇੱਥੇ ਕੀ ਹੋਊਗਾ K ਟਾਈਮਸ ਐਪਸਾਈਲਨ ਨਾਟ A by D। ਆ ਕੀ ਆ, ਇਹ ਪਹਿਲਾ ਵਾਲਾ ਕੈਪੈਸਿਟੈਂਸ ਨਹੀਂ ਹੋ ਗਿਆ। Yes, sir. ਮਤਲਬ ਕਿ ਕੈਪੈਸਿਟੈਂਸ ਜਿਹੜਾ ਹੁੰਦਾ ਉਹ K ਨਾਲ ਗੁਣਾ ਹੋ ਜਾਂਦਾ ਆ। ਇਲੈਕਟ੍ਰਿਕ ਫੀਲਡ ਕਮਜ਼ੋਰ ਹੋ ਜਾਂਦਾ ਆ
ਦੋਨਾਂ ਪਲੇਟਾਂ ਵਿਚਕਾਰ ਡਾਇਲੈਕਟ੍ਰਿਕ ਪਾਉਣ ਦੇ ਨਾਲ ਪੋਟੈਂਸ਼ੀਅਲ ਡਿਫਰੈਂਸ ਥੋੜਾ ਪਹਿਲਾਂ ਨਾਲੋਂ ਘਟ ਜਾਂਦਾ ਆ, ਹਨਾ। ਪਰ ਆਪਾਂ ਨੂੰ ਇਹਨਾਂ ਦੀ ਗੱਲਾਂ ਦਾ ਮਤਲਬ ਨਹੀਂ ਹੈਗਾ, ਆਪਾਂ ਸਿਰਫ ਇਹਦੇ ਥਰੂ ਇਹ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਨਾ ਹੀ ਚਾਰਜ ਪਲੇਟਾਂ ਤੇ, ਉਨਾ ਹੀ ਡਿਸਟੈਂਸ, ਉਨਾ ਹੀ ਏਰੀਆ, ਸਭ ਕੁਝ ਕਰਦੇ ਹੋਏ ਜਿਵੇਂ ਤੁਸੀਂ ਡਾਇਲੈਕਟ੍ਰਿਕ ਪਲੇਟ ਪਾਈ ਤਾਂ ਤੁਹਾਡਾ ਕਪੈਸਿਟੈਂਸ K ਨਾਲ ਗੁਣਾ ਹੋ ਗਿਆ। ਸਮਝ ਲੱਗ ਰਹੀ ਗੱਲ? ਸਰ ਫਿਰ ਕਪੈਸਿਟੈਂਸ ਵੱਧ ਜਾਂਦਾ ਨਾ? ਵੱਧ ਗਿਆ ਨਾ ਕਿਉਂਕਿ K ਦੀ ਵੈਲਿਊ ਤਾਂ ਗ੍ਰੇਟਰ ਦੈਨ 1 ਹੀ ਹੋਊਗੀ ਡਾਇਲੈਕਟ੍ਰਿਕ ਲਈ। ਹਾਂਜੀ ਸਰ। ਇਸ ਲਈ ਜਿਹੜਾ C ਡੈਸ਼ ਹੈ ਤੁਹਾਡਾ ਉਹ ਪਹਿਲਾਂ ਵਾਲੇ C ਨਾਲੋਂ ਵੱਡਾ ਹੀ ਹੋਏਗਾ, ਕਿਉਂਕਿ ਤੁਹਾਡਾ K ਜਿਹੜਾ ਉਹ ਇੱਕ ਤੋਂ ਵੱਡਾ ਹੁੰਦਾ ਹੈ ਡਾਇਲੈਕਟ੍ਰਿਕ ਮਟੀਰੀਅਲ ਪਾਉਣ ਤੇ। ਹਾਂਜੀ ਸਰ। ਸਮਝ ਲੱਗ ਗਈ ਗੱਲ ਸਾਰਿਆਂ ਨੂੰ? Yes, sir. ਹੁਣ ਜੇ ਹਵਾ ਪਾਓਗੇ, ਹਵਾ ਹੀ ਰੱਖੋਗੇ ਵਿੱਚ ਤਾਂ ਪਹਿਲਾਂ ਵਾਰੀ ਤਾਂ K ਦੀ ਵੈਲਿਊ 1 ਪੁੱਟ ਕਰੋਗੇ C ਡੈਸ਼ ਬਰਾਬਰ ਸੀ, ਕੋਈ ਫਰਕ ਨਹੀਂ ਪਿਆ। ਜੇ ਡਾਇਲੈਕਟ੍ਰਿਕ ਪਾਓਗੇ ਤਾਂ K ਟਾਈਮਸ ਯਾਨੀ ਫਾਈਨਾਈਟਲੀ ਮਲਟੀਪਲਾਈ ਹੋ ਕੇ ਕੁਛ ਨਾ ਕੁਛ ਕਪੈਸਿਟੈਂਸ ਆ ਜਾਏਗਾ। ਪਰ ਜੇ ਆਪਾਂ ਵਿੱਚ ਮੈਟਲ ਦੀ ਸਲੈਬ ਪਾ ਦਿੱਤੀ ਤਾਂ ਕੀ ਹੋਊਗਾ ਦੱਸੋ? ਇਨਫਿਨਿਟੀ, ਕਪੈਸਿਟੈਂਸ ਇਨਫਿਨਿਟੀ ਹੋ ਜਾਊਗਾ। ਹੁਣ ਬੱਚੇ ਸੋਚਦੇ ਕਿ ਯਾਰ ਇੱਥੇ ਦਾ ਕੀ ਸਿਗਨੀਫੀਕੈਂਸ ਆ, ਕਪੈਸਿਟੈਂਸ ਦੇ ਇਨਫਿਨਿਟੀ ਹੋਣ ਦਾ ਮਤਲਬ ਕੀ ਸਿਗਨੀਫੀਕੈਂਸ ਆ? ਸਮਝ ਆਉਂਦੀ ਨਾ ਗੱਲ ਇਹ? Yes, sir. ਜਿਵੇਂ ਹੁਣ ਸ਼ੁਭਮ ਪੁੱਛ ਰਿਹਾ ਸੀ, ਹੁਣ ਤੁਸੀਂ ਸੋਚੋ ਕਿ ਜੇ ਤੁਸੀਂ ਆ ਨਿੱਕੀ ਮੋਟੀ ਬਾਲਟੀ ਹੈ, ਬਾਲਟੀ ਦੇ ਵਿੱਚ ਜੇ ਤੁਸੀਂ ਪਾਣੀ ਪਾਉਂਦੇ ਹੋ ਤਾਂ ਇਹਦਾ ਪੋਟੈਂਸ਼ੀਅਲ ਰਾਈਜ਼ ਕਰਦਾ ਨਾ? Yes, sir. ਆ ਮੱਗੇ 'ਚ ਤੁਸੀਂ ਪਾਣੀ ਲਿਆ, ਆ ਮੱਗੇ ਦਾ ਪਾਣੀ ਵਿੱਚ ਪਾਇਆ, ਇਹਦਾ ਪੋਟੈਂਸ਼ੀਅਲ ਵੱਧ ਗਿਆ, ਹਨਾ? ਤੇ ਜਿੰਨਾ ਚਾਰਜ ਤੁਸੀਂ ਪਾਇਆ ਆ ਵਾਲਾ ਤੇ ਜਿੰਨਾ ਪੋਟੈਂਸ਼ੀਅਲ ਵੱਧ ਗਿਆ ਆ ਵਾਲਾ, ਤੁਸੀਂ ਉਹਨੂੰ ਬਟਾ ਕਰੋਗੇ ਤਾਂ ਤੁਹਾਡਾ ਕਪੈਸਿਟੈਂਸ ਆ ਜਾਂਦਾ, ਹਨਾ? Yes, sir. ਜੇ ਤੁਸੀਂ ਚਾਰਜ ਪਾਓ ਪੋਟੈਂਸ਼ੀਅਲ ਵਧੇ ਹੀ ਨਾ, ਪੋਟੈਂਸ਼ੀਅਲ ਦਾ ਵਾਧਾ 0 ਹੋਵੇ ਤਾਂ C ਇਨਫਿਨਿਟੀ ਹੋ ਜਾਊਗਾ, ਹਨਾ? Yes, sir. ਹੁਣ ਤੁਸੀਂ ਆਹੀ ਮੱਗਾ ਪਾਣੀ ਲੈ ਕੇ ਜਾ ਕੇ ਸਮੁੰਦਰ 'ਚ ਸੱਟਿਆ ਤੇ ਤੁਸੀਂ ਆ ਕੇ ਕਹੋ ਆਪਣੇ ਨਾ ਪਿੱਠ ਥਾਪੀਆਂ ਮਾਰੋ, ਲੈ ਵੀ ਮੈਂ ਤਾਂ ਸਮੁੰਦਰ ਦਾ ਲੈਵਲ ਵਧਾ ਆਇਆ। ਬੰਦਾ ਪੂਗਾ ਕਿਵੇਂ ਹੋਇਆ? ਮੈਂ ਇੱਕ ਮੱਗਾ ਪਾਣੀ ਪਾ ਕੇ ਆਇਆ ਹੁਣੇ। ਕੀ ਹੋਊਗਾ ਦੱਸੋ ਫਿਰ? ਤੁਹਾਨੂੰ ਲੱਗਦਾ ਇਹ ਤੁਹਾਡੇ ਇੱਕ ਮੱਗੇ ਜੀ ਪਾਣੀ ਨਾਲ, ਹਨਾ, ਜਿਹਦੇ ਨਾਲ ਤੁਸੀਂ ਮੂੰਹ ਵੀ ਮਸਾਂ ਧੋਨੇ ਹੋ, ਹਨਾ, ਵੀ ਉਸ ਇੱਕ ਮੱਗੇ ਪਾਣੀ ਨਾਲ ਜਿਹਦੇ ਨਾਲ ਬਰਸ਼ ਕਰਦੇ ਹੋ, ਇਸ ਇੱਕ ਮੱਗੇ ਪਾਣੀ ਦੇ ਨਾਲ ਤੁਸੀਂ ਮਤਲਬ ਸਮੁੰਦਰ ਦਾ ਲੈਵਲ ਵਧਾ ਦੋਗੇ? ਨਹੀਂ ਵਧਾ ਸਕਦੇ ਨਾ। No, sir. ਸੋ ਸੋਚੋ ਇਸ ਚੀਜ਼ ਨੂੰ ਐ ਰਿਲੇਟ ਕਰਕੇ ਸੋਚੋ ਕਿ ਇਦਾਂ ਦਾ ਇੱਕ ਬਹੁਤ ਵੱਡਾ ਰਿਜ਼ਰਵਾਇਰ ਆ ਜਿਸ 'ਚ ਚਾਰਜ ਪਾਈ ਜਾਣਾ ਕੁਝ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਤੁਹਾਨੂੰ ਮੈਂ ਪ੍ਰਿੰਸੀਪਲ ਆਫ ਕੈਪੈਸਿਟਰ ਦਾ ਸਮਝਾਇਆ ਸੀ ਨਾ। Yes, sir. ਆ ਮੈਟਲ ਪਲੇਟਾਂ ਨੇ ਤੇ ਇਧਰਲੀ ਪਲੇਟ ਆਪਾਂ ਅਰਥ ਕਰਦੇ ਨਾ ਬੇਸਿਕਲੀ। Yes, sir. Yes, sir. ਤੇ ਜੇ ਤੁਸੀਂ ਇਹਦੇ ਅੰਦਰ ਮੈਟਲ ਹੀ ਭਰਤੀ, ਤਾਂ ਬੇਸਿਕਲੀ ਮੈਟਲ ਭਰਨ ਦੇ ਨਾਲ ਕੀ ਹੋ ਰਿਹਾ ਵਾ? ਇਹ ਸਾਰਾ ਮੈਟਲ ਆ, ਤਾਂ ਜਿਹੜਾ ਵੀ ਚਾਰਜ ਤੁਸੀਂ ਇਹਨੂੰ ਦੋਗੇ ਤੇ ਰੁਕਣਾ ਥੋੜੀ, ਉਹ ਤਾਂ ਸਾਰਾ ਕੁਝ ਜਾਈ ਜਾਣਾ ਤੇ ਜਿੰਨਾ ਮਰਜ਼ੀ ਚਾਰਜ ਜਾਈ ਜਾਊਗਾ ਅੰਦਰ ਤੇ ਤੁਹਾਡਾ ਚਾਰਜ ਜਾਊਗਾ, ਪੋਟੈਂਸ਼ੀਅਲ ਤਾਂ ਵਧੂਗਾ ਨਹੀਂ, 0, ਹਨਾ? ਕਿਉਂਕਿ ਇਹਦੀ ਅਰਥਿੰਗ ਹੋ ਗਈ, ਮਤਲਬ ਇਹਦੀ ਅਰਥਿੰਗ ਹੋ ਗਈ ਹੁਣ ਤਾਂ ਨਾ, ਜੇ ਮੈਟਲ ਹੀ ਪਾਤੀ ਵਿੱਚ ਤਾਂ। ਸਮਝ ਲੱਗੀ ਗੱਲ? Yes, sir. ਆਹ ਵਾਲੀ ਪਲੇਟ ਵੀ ਅਰਥ ਹੋ ਗਈ, ਫਿਰ ਪਾਈ ਹੋ ਜਿਹੜਾ ਮਰਜ਼ੀ। ਤੇ ਇਸ ਗੱਲ ਨੂੰ ਮੈਥਮੈਟਿਕਲੀ ਕਿਵੇਂ ਲਿਖਦੇ ਹਾਂ ਅਸੀਂ? C dash is equal to K times C। ਜੇ ਹਵਾ ਸੀਗੀ ਤਾਂ C, ਜੇ ਮੈਟਲ ਪਾਤੀ ਤਾਂ K ਦੀ ਵੈਲਿਊ ਇਨਫਿਨਿਟੀ ਪੜੋ, ਇਨਫਿਨਿਟੀ। ਸਮਝ ਲੱਗ ਗਈ ਗੱਲ? Yes, sir. Yes, sir. ਇਸ ਡੈਰੀਵੇਸ਼ਨ ਨੂੰ ਆਪਾਂ ਕਈ ਹੋਰ ਐਂਗਲ ਤੋਂ ਵੀ ਕੰਨ ਫੜ ਸਕਦੇ ਹਾਂ, ਪਰ ਇੱਕ ਵਾਰ ਤੁਸੀਂ ਇਸ ਗੱਲ ਨੂੰ ਸਮਝੋ ਇਹਦਾ ਧਿਆਨ ਨਾਲ। ਹੁਣ ਦੇਖੋ, ਹਾਂਜੀ ਫਿਰ ਸਮਝਾ ਰਹੇ ਹਾਂਜੀ ਬੋਲੋ ਸਰ। ਪਿੱਛੇ ਸਰ ਸਮਝ ਆਇਆ। ਪਿੱਛੇ ਇੱਥੇ ਹਾਂ ਨਹੀਂ ਸਰ, ਅਗਲਾ ਪੇਜ। ਹਾਂਜੀ ਆਹ ਵਾਲਾ ਸਰ, ਅਰਥਿੰਗ ਕਿਉਂ ਕੀਤੀ? ਤੂੰ ਪ੍ਰਿੰਸੀਪਲ ਆਫ ਕੈਪੈਸਿਟਰ ਵਾਲਾ ਚੈਪਟਰ ਜਦੋਂ ਮੈਂ ਕਰਾਇਆ ਸੀ ਤੁਹਾਨੂੰ, ਪ੍ਰਿੰਸੀਪਲ ਆਫ ਕੈਪੈਸਿਟਰ ਤਾਂ ਤੂੰ ਪੜ੍ਹਿਆ ਸੀ, ਲੈਕਚਰ ਲਾਇਆ ਸੀ? ਹਾਂਜੀ ਸਰ। ਤਾਂ ਕੈਪੈਸਿਟੈਂਸ ਕਿਵੇਂ ਬਣਾਇਆ ਸੀ? ਪਹਿਲਾਂ ਇੱਕ ਪਲੇਟ ਲਈ ਸੀ, ਫਿਰ ਇੱਕ ਹੋਰ ਪਲੇਟ ਲਈ ਸੀ ਨਾ, ਬਾਅਦ ਚ ਪਲੇਟ ਨੂੰ ਅਰਥਿੰਗ ਕੀਤੀ ਸੀ ਨਾ। ਹਾਂਜੀ ਸਰ। ਮੈਂ ਤੁਹਾਨੂੰ ਕਿਹਾ ਸੀ ਆਪਾਂ ਸ਼ੋ ਐਂ ਕਰਿਆ ਕਰਾਂਗੇ ਸਰਕਟਸ ਵਿੱਚ, ਪਰ ਅਸਲ ਵਿੱਚ ਮਤਲਬ ਉਹਦਾ ਇਹਨੂੰ ਸਮਝ ਕੇ ਚੱਲਾਂਗੇ, ਹਨਾ? ਹਾਂਜੀ ਸਰ। ਤੇ ਫਿਰ ਅਰਥਿੰਗ ਤਾਂ ਉਹਦੇ ਕੈਪੈਸਿਟਰ ਦੇ ਪ੍ਰਿੰਸੀਪਲ ਚ ਪਈ ਆ, ਹੁਣ ਉਹਨੂੰ ਚ ਕਿਹੜਾ ਆਪਾਂ ਕੁਝ ਨਵਾਂ ਚੇਂਜ ਕਰ ਰਹੇ ਹਾਂ, ਹਨਾ? ਓਕੇ ਸਰ। ਆਪਾਂ ਬਸ ਆ ਸਮਝ ਰਿਹਾ ਕਿ ਆਪਾਂ ਵਿੱਚ ਮੈਟਲ ਪਲੇਟ ਪਾਤੀ, ਜੇ ਮੈਟਲ ਹੀ ਬਿਨਾ ਭਰ ਦੋਗੇ ਤਾਂ ਸਾਰਾ ਜੁੜ ਹੀ ਗਿਆ ਉਹਦਾ ਫਿਰ। ਹਾਂਜੀ ਸਰ। ਠੀਕ ਹੈ ਗੱਲ? ਯੈਸ ਸਰ। ਹੁਣ ਇੱਕ ਗੱਲ ਬੜੀ ਇੰਪੋਰਟੈਂਟ ਹੈ ਕਿ ਆਪਾਂ ਜੇ ਇਹੀ ਕੰਮ ਕਰੀਏ ਫਿਰ ਇਨ ਕੇਸ, ਇਹ ਬੜਾ ਇੰਪੋਰਟੈਂਟ ਪਾਰਟ ਹੈ, ਇਹਨੂੰ ਤੁਸੀਂ ਆਪਣੇ ਨੋਟਸ ਇੰਨੇ ਸਵਾਰ ਕੇ ਲਿਖਣਾ। ਇਨ ਕੇਸ capacitor
is connected with battery, connected with battery, ਅਸੀਂ ਜੇ ਕਪੈਸਿਟਰ ਨੂੰ ਬੈਟਰੀ ਨਾਲ ਕਨੈਕਟ ਕਰ ਦਈਏ ਤੇ ਉਦੋਂ ਇਹ ਸਾਰਾ ਕੰਮ ਕਰੀਏ, ਆਹੀ ਸਾਰਾ ਕੰਮ, ਫਿਰ ਕੀ ਹੋਊਗਾ? ਪਹਿਲੀ ਗੱਲ ਤਾਂ ਤੁਸੀਂ ਦੇਖੋ, ਆ ਯਾਦ ਰੱਖਿਓ, ਆਹ ਜਿਹੜਾ ਰਿਜ਼ਲਟ ਹੈ, ਆਹ ਵਾਲਾ ਰਿਜ਼ਲਟ, ਦਿਸ ਰਿਜ਼ਲਟ ਇਜ਼ ਵੈਲਿਡ ਵੈਦਰ ਚਾਹੇ ਕਪੈਸਿਟੈਂਸ ਤੁਹਾਡਾ ਕਪੈਸਿਟਰ ਜਿਹੜਾ ਉਹ ਕਨੈਕਟਡ ਹੈ ਤੇ ਚਾਹੇ ਨਹੀਂ ਹੈ, ਕਿਉਂਕਿ ਇਹਦੇ ਚ ਦੇਖੋ ਐਪਸਾਈਲਨ ਨੋਟ ਦੀ ਵੈਲਿਊ ਤਾਂ ਨਹੀਂ ਬਦਲਣੀ ਕਦੀ ਵੀ, ਹੈ ਨਾ, ਏਰੀਆ ਪਲੇਟ ਦਾ ਨਹੀਂ ਬਦਲਣਾ, ਡਿਸਟੈਂਸ ਵੀ ਉਹੀ ਰਹਿਣਾ, ਤੇ ਜਿਹੜੀ ਕੇ ਦੀ ਵੈਲਿਊ ਹੈਗੀ ਆ ਮਤਲਬ ਉਹ ਤਾਂ ਕੇ ਹੀ ਰਹਿਣੀ ਹੈ, ਉਹ ਡਾਇਲੈਕਟ੍ਰਿਕ ਦੀ ਆ। ਸੋ ਬੇਸਿਕਲੀ ਆ ਜਿਹੜਾ ਰਿਜ਼ਲਟ ਹੈ, ਇਹ ਰਿਜ਼ਲਟ ਦਾ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਚਾਹੇ ਬੈਟਰੀ ਨਾਲ ਉਹਨੂੰ ਜੋੜਿਆ ਹੈ ਤੇ ਚਾਹੇ ਨਹੀਂ। ਪਰ ਜੇ ਆਪਾਂ ਬੈਟਰੀ ਨਾਲ ਜੋੜ ਕੇ ਕਰਦੇ ਹਾਂ ਤਾਂ ਹੋਰ ਬਾਕੀ ਫੈਕਟਰਸ ਕਿਵੇਂ ਆਪਣੇ ਆਪ ਨੂੰ ਐਡਜਸਟ ਕਰਦੇ ਨੇ ਕਿ ਇਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਆਪਾਂ ਦੇਖਦੇ ਹਾਂ। ਉਹਦੇ ਲਈ ਆਪਾਂ ਇਹ ਸਮਝਦੇ ਹਾਂ, ਹੁਣ ਮੈਂ ਪਲੇਟਾਂ ਤੁਹਾਨੂੰ ਐਂ ਸ਼ੋ ਕਰ ਦਿੰਦਾ ਮੋਟੀ ਜੀ ਐਂਡ ਡਰਾ ਕਰਕੇ, ਉਦਾਂ ਨਹੀਂ ਬਣਾਉਂਦਾ ਮੈਂ ਪ੍ਰੋਪਰ। ਆ ਪਲੇਟਾਂ ਨੇ ਮੰਨ ਲਓ ਕਪੈਸਿਟਰ ਦੀਆਂ, ਤੇ ਆਪਾਂ ਇਹਦੇ ਅਰਾਊਂਡ ਮੰਨ ਲਓ ਬੈਟਰੀ ਲਾਈ ਹੋਈ ਹੈ ਜਾਂ ਸੈੱਲ ਲਾਇਆ ਹੋਇਆ, ਵੈਸੇ ਇੱਕ ਨੂੰ ਸੈੱਲ ਬੋਲਦੇ ਆ ਪਰ ਬੈਟਰੀ ਨਿਕਲ ਜਾਂਦਾ ਮੂੰਹ, ਤੁਸੀਂ ਇਹਨਾਂ ਕੁ ਐਡਜਸਟ ਕਰਿਓ। ਆ ਮੰਨ ਲਓ ਹੈਗੀ ਆ 20 ਵੋਲਟ ਦੀ, ਠੀਕ ਹੈ। ਜਦੋਂ ਬੈਟਰੀ ਲਗਾਤੀ ਨਾਲ, ਆ ਕੈਪੈਸਿਟਰ ਹੈ, ਬਿਲਕੁਲ ਪਹਿਲਾਂ ਵਾਂਗੂ ਹੀ ਆ, ਪਿਛਲੇ ਵਾਲੇ ਇਸ ਚੀਜ਼ ਨੂੰ ਸੋਚੋ, ਜਦੋਂ ਮੈਂ ਇਹਦੇ ਵਿੱਚ ਇਨਸਰਟ ਕੀਤਾ ਸੀ ਡਾਇਲੈਕਟ੍ਰਿਕ ਤਾਂ ਉਹਦੇ ਨਾਲ ਪਿਛਲੇ ਕੇਸ ਚ ਕੀ ਹੋਇਆ ਸੀ, ਪੋਟੈਂਸ਼ੀਅਲ ਤੁਹਾਡਾ ਘਟਿਆ ਸੀ ਕਿ ਵਧਿਆ ਸੀ? ਸਰ ਘਟਿਆ ਸੀ। ਘਟਿਆ ਸੀ ਨਾ, ਤੇ ਇੱਥੇ ਕੀ ਹੋ ਰਿਹਾ ਵਾ, ਇੱਥੇ ਹੁਣ ਪੋਟੈਂਸ਼ੀਅਲ ਤਾਂ ਘਟ ਸਕਦਾ ਹੀ ਨਹੀਂ, ਹਨਾ ਕਿ ਨਹੀਂ? ਹਾਂਜੀ ਸਰ, ਕਿਉਂਕਿ ਬੈਟਰੀ ਤੁਸੀਂ ਲਾਈ ਹੋਈ ਹੈ ਨਾਲ ਦੀ ਨਾਲ, ਤੇ ਜਦੋਂ ਮੈਂ ਤੁਹਾਨੂੰ ਸਮਝਾਇਆ ਸੀ ਕਿ ਬੈਟਰੀ ਲੱਗੀ ਹੁੰਦੀ ਹੈ ਤਾਂ ਪੋਟੈਂਸ਼ੀਅਲ ਨਹੀਂ ਘਟ ਸਕਦਾ ਹੁੰਦਾ, ਪਰ ਕਿਉਂਕਿ ਇੱਕ ਰਸਤਾ ਹੁੰਦਾ ਹੈ ਬੈਟਰੀ ਚੋਂ ਚਾਰਜ ਪਾਸ ਹੋਣ ਦਾ, ਇਸ ਲਈ ਫਿਰ ਚਾਰਜ ਘਟ ਵੱਧ ਸਕਦਾ। ਜਿਵੇਂ ਪਿਛਲੇ ਕੇਸ ਤੇ ਚਾਰਜ ਉਨਾ ਹੀ ਸੀ ਨਾ, ਕਿਊ ਦੋਨੋਂ ਪਾਸੇ, ਤੇ ਜਦੋਂ ਇਹਦੇ ਵਿੱਚ ਹੁਣ ਮੈਂ ਆਪਾਂ ਸਲੈਬ ਪਾ ਦੇਵਾਂਗੇ ਡਾਇਲੈਕਟ੍ਰਿਕ ਵਾਲੀ, ਜਿਹਦਾ ਡਾਇਲੈਕਟ੍ਰਿਕ ਕਾਂਸਟੈਂਟ ਕੇ ਹੋਊਗਾ, ਤਾਂ ਇਹਦੇ ਚ ਹੁਣ ਚਾਰਜ ਜਿਹੜਾ ਆ ਤੁਹਾਡਾ ਉਹ ਸੇਮ ਨਹੀਂ ਰਹੂਗਾ, ਹਨਾ? ਯੈਸ ਸਰ। ਠੀਕ ਹੈ, ਤਾਂ ਇਸ ਕੇਸ ਕੀ ਹੋਗਾ, ਇਹਦੇ ਵਿੱਚ ਫਿਰ ਚਾਰਜ ਹੈਗਾ ਪੋਜ਼ਿਟਿਵ ਇਸ ਪਾਸੇ ਨੈਗੇਟਿਵ। ਜੇ ਮੈਂ ਇੱਧਰ ਗੱਲ ਕਰਾਂ ਇਸ ਪਾਸੇ ਜੇ ਇਹਦਾ ਕਪੈਸਿਟੈਂਸ ਹੈਗਾ C ਮੰਨ ਲਓ ਜੋ ਵੀ ਹੈ, ਤਾਂ ਇਹਦੇ ਉੱਪਰ ਚਾਰਜ ਜਿਹੜਾ ਹੁੰਦਾ Q ਕਿਹਦੇ ਬਰਾਬਰ ਹੁੰਦਾ, C × V। ਤੇ ਜਦੋਂ ਮੈਂ ਇਸ ਪਾਸੇ ਗੱਲ ਕਰਾਂ ਇਸ ਜਗ੍ਹਾ ਤੇ, ਤਾਂ ਜਿਹੜਾ ਚਾਰਜ ਹੋਏਗਾ ਇਸ ਕੈਪੈਸਿਟਰ ਦੀ ਪਲੇਟ ਦੇ ਉੱਪਰ, ਉਹ ਹੁਣ C ਨਹੀਂ ਹੋਏਗਾ, ਉਹ C ਡੈਸ਼ × V ਹੀ ਹੋਏਗਾ, ਕਿਉਂਕਿ V ਮੇਨਟੇਨ ਰਹੇਗਾ, है ना? Yes. समझ लगी ना? C डैश × V होएगा, ते या फिर कह लो कि ਜਿਹੜਾ ਚਾਰਜ ਹੈ ਉਹ C डैश ਕੀ ਹੋਏਗਾ, K टाइम्स C × V, है ना? ਤੇ ਇਹਦਾ ਮਤਲਬ ਕੀ ਹੋਗਾ, K टाइम्स Q नहीं हो गया है, Q डैश, सॉरी Q डैश कह लो ना। Yes sir. ਤੁਹਾਡਾ ਜਿਹੜਾ ਫਿਰ ਇਹਦਾ ਮਤਲਬ ਚਾਰਜ ਹੁੰਦਾ ਹੈ Q ਡੈਸ਼ ਹੁੰਦਾ ਹੈ, that is K times Q। ਮਤਲਬ ਜਿਵੇਂ ਹੀ ਤੁਸੀਂ ਉਹ ਚ ਪਲੇਟ ਇਨਸਰਟ ਕਰੋਗੇ ਨਾਲ ਹੀ ਉੱਤੇ ਚਾਰਜ ਵੱਧ ਜਾਏਗਾ ਘਟ ਗਿਆ, ਦੇਖੋ ਵੱਧ ਗਿਆ, ਮਤਲਬ ਕਿ ਉਵੇਂ ਇਨਸਰਟ ਕਰਦੇ ਹੀ ਬੈਟਰੀ ਨੇ ਵਾਧੂ ਚਾਰਜ ਕਿੰਨਾ ਰਿਲੀਜ਼ ਕੀਤਾ, ਜਿਵੇਂ ਇਨਸਰਟ ਕੀਤਾ ਗਿਆ ਇੰਨਾ ਰਿਲੀਜ਼ ਕੀਤਾ ਨਾ। ਸਮਝ ਲੱਗੀ ਗੱਲ? मतलब कैपेसिटेंस ही नहीं बढ़िया, कैपेसिटेंस तो K टाइम्स हो ही गया, कैपेसिटेंस दे बदलने दे करके चार्ज भी K टाइम्स हो गया, ठीक है? Yes sir. Yes sir. ते वोल्टेज नहीं रहा, ठीक है गल? Yes sir. ते इलेक्ट्रिक फील्ड कितना रहेगा दसो, सोच के दसो। पर सेम ही रहेगा सेम क्यों रहेगा सर, क्योंकि इलेक्ट्रिक फील्ड अपन को पता है कि Q/A। हाँ, नेट इलेक्ट्रिक फील्ड वो इलेक्ट्रिक फील्ड बेसिकली क्योंकि V सेम रहा ना अपना, V मेंटेन रहा, डिस्टेंस भी नहीं है, इसलिए इलेक्ट्रिक फील्ड में कोई फर्क नहीं पेगा। हुण इत्थे बच्चे सोचणगे लै हुणे कह रहे सी जिवें डायलैक्ट्रिक पाओगे
ਇਲੈਕਟ੍ਰਿਕ ਫੀਲਡ ਘਟਣਾ ਚਾਹੀਦਾ, ਤੇ ਇਸ ਕੇਸ 'ਚ ਕਿਉਂ ਨਹੀਂ ਘਟਿਆ ਅਨੁਰਾਗ? ਸਰ ਆਪਾਂ ਨੂੰ ਪਤਾ ਕਿ ਸਰ ਇਲੈਕਟ੍ਰਿਕ ਫੀਲਡ ਸਰ ਮਤਲਬ ਕਿ ਆਪਾਂ ਲਿਖ ਸਕਦੇ ਹਾਂ Q/K ਐਪਸੀਲਨ ਨੋਟ ਹੁੰਦਾ ਸਰ, ਜੇ ਆਪਾਂ ਹਾਂ। ਡਾਇਲੈਕਟ੍ਰਿਕ ਪਾਈਏ ਤਾਂ ਸਰ Q ਆਪਾਂ ਨੂੰ ਪਤਾ KC ਵੀ ਹੁੰਦਾ, ਤਾਂ ਸਰ K ਤੇ K ਕੱਟ ਜਾਏਗਾ, ਸੇਮ ਹੀ ਰਹਿ ਜਾਏਗਾ। ਨਹੀਂ, ਉਹ ਤਾਂ ਠੀਕ ਹੈ ਗੱਲ। ਮੈਂ ਇਹ ਕਹਿ ਰਿਹਾ, ਇਸ ਤੋਂ ਪਹਿਲਾਂ ਮੈਂ ਹੁਣੇ ਜੋ ਪੜ੍ਹਾ ਰਿਹਾ ਸੀ, ਇੱਥੇ ਦੇਖੋ ਮੈਂ ਸ਼ੁਰੂ 'ਚ ਕੀ ਕਿਹਾ, ਮੈਂ ਕਿਹਾ ਕਿ ਜਿਵੇਂ ਹੀ ਕਿਸੇ ਵੀ ਜਗ੍ਹਾ ਡਾਇਲੈਕਟ੍ਰਿਕ ਰੱਖੂੰਗਾ ਤਾਂ ਇਲੈਕਟ੍ਰਿਕ ਫੀਲਡ ਘਟਣਾ ਚਾਹੀਦਾ, ਸਿੰਪਲ ਜੀ ਗੱਲ ਹੈ, ਜੋ ਮਰਜ਼ੀ ਹੋਵੇ, ਹਨਾ। ਯੈਸ ਸਰ। ਫਿਰ ਇੱਥੇ ਮੈਂ ਪੜਾਇਆ ਆ ਚੀਜ਼ਾਂ, ਇੱਥੇ ਆ ਕੇ ਮੈਨੂੰ ਲੱਗ ਰਿਹਾ ਕਿ ਵੀ ਇੱਥੇ ਤੱਕ ਤਾਂ ਠੀਕ ਸੀਗਾ, ਇੱਥੇ ਇਹ ਜਿਹਾ ਕੀ ਹੋ ਰਿਹਾ ਕਿ ਇੱਥੇ ਇਲੈਕਟ੍ਰਿਕ ਫੀਲਡ, ਮਤਲਬ ਸਿੰਪਲ ਜੀ ਗੱਲ ਆ, ਇਲੈਕਟ੍ਰਿਕ ਫੀਲਡ ਜੇ E ਸੀਗਾ, ਇੱਥੇ E/K ਹੋਣਾ ਚਾਹੀਦਾ ਕਿ ਨਹੀਂ? Yes, ਪਰ ਮੈਂ sir. ਕਹ ਰਿਹਾ ਇਸ ਕੇਸ 'ਚ ਨਹੀਂ ਹੋਏਗਾ। ਇਸ ਕੇਸ ਜੋ ਤੁਸੀਂ ਕਰ ਰਹੇ ਹੋ ਆ ਇੱਕ ਵੱਖਰੀ ਨਵੀਂ ਚੀਜ਼ ਹੈ, ਇਹਦੇ 'ਚ ਪਿਛਲੇ ਨਾਲ ਕੁਝ ਫਰਕ ਵੀ ਹੈਗੇ ਆ। ਕੀ ਫਰਕ ਆ ਪਤਾ? Sir, voltage same है। Voltage same है। हाँ, वोल्टेज तो सेम है, पर फिर गल मतलब यही है। देखो इलेक्ट्रिक फील्ड में दसो, आ वाला इलेक्ट्रिक, मेरी गल सुनो, आ वाला इलेक्ट्रिक फील्ड जिहड़ा हैगा, जे मैं इस चीज नूं इदां ही रखा, अच्छा मेरी गल सुनो, इस केस च चार्ज कितना है? चार्ज वध गया ना? Yes, sir. Yes. मतलब यह आ कि इस E तो बाद जे डाइलैक्ट्रिक मैं पा देवां इत्थे ही ते बैटरी हटा लवां तां ओहदा इलेक्ट्रिक फील्ड E/K हो जाएगा। पर क्योंकि तुसी बैटरी ला रखी आ, डाइलैक्ट्रिक दे पाण दे करके इलेक्ट्रिक फील्ड बटा K होना सी, पर नाल ही बैटरी ने चार्ज होर देता ते चार्ज इन्ना वधाता, सिग्मा इन्ना वधाता कि जिहड़ा बटा K होना सी, चार्ज गुणा K हो गया, जिहड़ी हुण अनुराग गल कर रहे हैं। बेसिकली अनुराग ने गल बिल्कुल सही कही है। इसको तुसी ऐ समझो बस कि जिहड़ा चार्ज इन्ना वधाता इस प्लेट च उन्हें कि इलेक्ट्रिक फील्ड पे घटन नहीं दिता, वो E ही रह गया। समझ लगी गल कि नहीं लगी? Yes, sir. सो मेरी गल नूं बहुत ध्यान नाल समझो कि विद बैटरी या विदाउट बैटरी फर्क पैंदा इस चीज का। सो मैं एक बार इस चीज नूं इत्थे लिख दिना तुसीं ताकि अपने कापियां ते आराम नाल लिख सको, ते ये तुहाडे नोट्स बहुत इंपॉर्टेंट पेज होना है, ये याद रखियो। पहला आपां गल करदे हां कि एक आइसोलेटेड कैपेसिटर दी। मान लो एक कैपेसिटर हैगा ये आइसोलेटेड, ते आइसोलेटेड कैपेसिटर दे विच ਅਸੀਂ ਪਾ ਦਿੰਦੇ ਹਾਂ ਕੋਈ ਡਾਈਇਲੈਕਟ੍ਰਿਕ, ਪਰ ਕੈਪੈਸਿਟਰ ਨੂੰ ਕਿਸੇ ਬੈਟਰੀ ਨਾਲ ਜੋੜਿਆ ਨਹੀਂ ਹੋਇਆ। ਸੋ ਦੇਖੋ ਇਹਦੇ ਉੱਪਰ ਮੰਨ ਲਓ ਚਾਰਜ ਹੈਗਾ +Q -Q, ਤੇ ਆਪਾਂ ਦੂਸਰੇ ਕੇਸ ਕੀ ਕੀਤਾ, ਇਹਦੇ ਉੱਪਰ ਆਪਾਂ ਪਾ ਦਿੱਤਾ ਉਹਦੇ ਉੱਪਰ ਡਾਈਇਲੈਕਟ੍ਰਿਕ, पर Q बदलेगा, Q नहीं बदलेगा ना। हाँ जी बदल के जावे किथे, चार्ज जावे किथे, रास्ता ही नहीं का कोई जावे किथे हो। इसलिए जिन्ना चार्ज Q रहेगा वो Q प्लेट ते हजे भी वही रहेगा, पर जेड़ा कैपेसिटेंस C सीगा ओने तां K टाइम C होना ही होना है, कैपेसिटेंस वध गया ओदा। समझ लगी गल? Yes, sir. जेड़ा पोटेंशियल सीगा, पोटेंशियल ने V/K होना ही होना है। तेरा E0 है इत्थे जेड़ा इलैक्ट्रिक फील्ड E0 ने भी E0/K होना ही होना है, क्योंकि V घट गया तो फिर E भी घट जाएगा ना, क्योंकि E = V/D हुंदा ना। ते तुसीं देखो C ते V नूं गुणा करके Q बनदा ना, इत्थे भी इन्हां दोनों नूं गुणा करके Q बन रहा ना, सेम Q। Yes, sir. सो ये गल पता लग जाएगी, ये दर्ज कर लियो किहड़ी चीज बदली किहड़ी चीज नहीं बदली, लैफ्ट तो राइट नाल जो आप डाइलैक्ट्रिक पाया। आही चीज नूं तुसीं जे इमेजिन करके देखो बैटरी दे नाल तां की होएगा। जिवें कि आही चीज इत्थे रख दिंदा मैं, हुण मैं बैटरी ला दिंदा। सो इत्थे बैटरी लाई हुई है, हुण बैटरी लगाई है, बैटरी लगा के V वोल्टेज हो गया, तो बैटरी लगाने तो बाद इत्थे Q चार्ज आ गया मान लो, ठीक है। पर जदों तुसीं डाइलैक्ट्रिक पाओगे तो हुण आ चार्ज Q नहीं रहूगा,
ਤੇ ਬੈਟਰੀ ਜੋ ਲਗਾਈ ਹੈ ਬੈਟਰੀ ਤੇ ਵੋਲਟੇਜ V ਹੈ ਤਾਂ ਆਬਵੀਅਸਲੀ ਵੋਲਟੇਜ ਨੂੰ ਤੁਹਾਨੂੰ ਬਦਲਣ ਨਹੀਂ ਦੇਣਾ। ਮਤਲਬ ਇਹ ਹੈ ਕਿ ਇੱਥੇ ਜਿਹੜਾ ਵੋਲਟੇਜ ਹੈ ਵੋਲਟੇਜ V ਦਾ V ਹੀ ਰਹੂਗਾ, ਹੈ ਨਾ। ਤੇ ਜੇ ਵੋਲਟੇਜ V ਦਾ V ਰਹੂਗਾ ਤਾਂ ਇਲੈਕਟ੍ਰਿਕ ਫੀਲਡ ਤੇ ਵੋਲਟੇਜ ਬਿਲਕੁਲ ਸੇਮ ਹੈ, ਉਹਨੇ ਤਾਂ ਇਲੈਕਟ੍ਰਿਕ ਫੀਲਡ ਵੀ E0 ਦਾ E0 ਹੀ ਰਹੂਗਾ। ਹੁਣ ਜਿਵੇਂ ਮੈਂ ਪਿੱਛੇ ਕਰਾਇਆ, ਚਾਰਜ ਜਿਹੜਾ ਹੋਊਗਾ ਨਾ ਉਹ ਹੋ ਜਾਊਗਾ K ਟਾਈਮ, K time. ਠੀਕ ਹੈ। ਤੇ ਚਾਰਜ K ਟਾਈਮ ਹੋ ਜਾਊਗਾ ਤੇ ਕੈਪੈਸਿਟੈਂਸ ਵੀ ਹੋ ਜਾਊਗਾ K time. ਹੁਣ ਤੁਸੀਂ ਦੇਖੋ C ਤੇ V ਨੂੰ ਮਲਟੀਪਲਾਈ ਕਰਕੇ ਦੇਖੋ, ਇੱਥੇ C ਤੇ V ਨੂੰ ਮਲਟੀਪਲਾਈ ਕਰਕੇ ਆ ਵਾਲਾ Q ਆ ਰਿਹਾ, ਇੱਥੇ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਆ K ਟਾਈਮਸ Q ਬਣ ਜਾਊਗਾ ਨਾ, KCV ਤਾਂ K ਟਾਈਮਸ Q, Q ਇਧਰੋਂ ਆਇਆ ਹੋਇਆ। ਸਮਝ ਲੱਗੀ ਗੱਲ? Yes, sir. Yes. तो जे ਉਹਨੂੰ ਸਮਝਣਾ ਚਾਹੇ ਬੰਦਾ ਕਿ ਇਹਦੇ ਬੈਟਰੀ ਨੇ ਐਕਸਟਰਾ ਕਿੰਨਾ ਚਾਰਜ ਰਿਲੀਜ਼ ਕਰਨਾ ਜਦੋਂ ਡਾਇਰੈਕਟਲੀ ਪਾਵਾਂਗੇ ਤਾਂ ਉਹ K-1 ਟਾਈਮਸ Q। ਸੋ ਇੱਥੇ ਮੈਂ ਲਿਖ ਸਕਦਾ ਹੇਅਰ, ਇਹਦੇ ਵਿੱਚ ਲਿਖ ਦੇਣਾ ਹੇਅਰ K-1 ਟਾਈਮਸ Q more charge, ਇੰਨਾ ਹੋਰ ਚਾਰਜ ਜਿਹੜਾ is released from battery। ਕਦੋਂ ਰਿਲੀਜ਼ ਹੋਏਗੀ ਤੁਹਾਨੂੰ ਪਤਾ ਹੀ ਹੈ, ਆਪਣੇ ਸ਼ਬਦਾਂ 'ਚ ਪੂਰੀ ਗੱਲ ਲਿਖ ਲਿਓ, when dielectric slab is inserted। ਸਮਝ ਲੱਗ ਗਈ ਸਾਰਿਆਂ ਨੂੰ? ਦੱਸੋ। Yes, sir. Yes, sir. ਇਸੇ ਦਾ ਇੱਕ ਹੋਰ ਪਾਰਟ ਸਕੂਲ ਐਗਜ਼ਾਮ 'ਚ ਆ ਜਾਂਦਾ ਕਈ ਵਾਰੀ, ਉਹ ਕਹਿੰਦੇ when the capacitance of a parallel plate ਹੀ ਆਪਣੇ ਪੂਰੇ ਜ਼ਿਆਦਾਤਰ ਕੁਝ ਸਿਲੇਬਸ 'ਚ capacitance of a parallel plate capacitor if partially filled with dielectric। ਇਹਦੀ ਆਪਾਂ ਨੂੰ ਕਾਫੀ ਸਮਝ ਹੋਣੀ ਚਾਹੀਦੀ ਹੈ, ਕਈ ਤਰ੍ਹਾਂ ਦੇ ਨਿਊਮੈਰੀਕਲ ਵਿੱਚੋਂ ਫਿਰ ਬਣਨਗੇ ਆਪਣੇ। ਪਾਰਸ਼ਲੀ ਫਿਲਡ ਮਤਲਬ ਪੂਰੀ ਤਰ੍ਹਾਂ ਭਰਿਆ ਨਹੀਂਗਾ, ਵਿੱਚ ਥੋੜਾ ਖਾਲੀ ਵੀ ਹੈ ਤੇ ਕੁਝ ਥੋੜਾ ਡਾਇਲੈਕਟ੍ਰਿਕ ਵੀ। ਸੋ ਫਿਰ ਗੱਲ ਉਹੀ ਹੈ ਐਵੇਂ। ਤੇ ਹੁਣ ਮੈਂ ਇੱਥੇ ਤੁਹਾਨੂੰ ਸਿੱਧਾ ਹੀ ਕਰਾਉਣਾ, ਪਹਿਲਾ ਡਾਇਗਰਾਮ ਨਹੀਂ ਕਰਾਉਂਗਾ 에ਅਰ ਵਾਲਾ। ਮੰਨ ਲਓ ਆ ਆਪਣਾ ਕੈਪੈਸਿਟਰ ਦੀਆਂ ਦੋ ਪਲੇਟਾਂ ਨੇ, ਕੈਪੈਸਿਟੈਂਸ ਦਾ ਰਿਜ਼ਲਟ ਜੋ ਕਰਦੇ ਆ ਬੈਟਰੀ ਲਗਾਉਣ ਨਾਲ ਲਗਾਉਣ ਦਾ ਕੋਈ ਫਰਕ ਨਹੀਂ ਪੈਂਦਾ, ਆਪਾਂ ਬਿਨਾਂ ਉਹਦੇ ਹੀ ਆਪਾਂ ਐਂ ਕਰ ਸਕਦੇ ਹਾਂ। ਤੇ ਆਪਾਂ ਇਹਦੇ 'ਚ ਕੀ ਕਰੀਏ, ਡਾਇਲੈਕਟ੍ਰਿਕ ਸਲੈਬ ਭਰ ਦਿੰਦੇ ਹਾਂ ਇੱਕ, ਉਹ ਜਿੱਦਾਂ ਮਰਜ਼ੀ ਦੀ ਹੋ ਸਕਦੀ ਹੈ, ਬਸ ਥੋੜੀ ਸਿਮੈਟ੍ਰਿਕ ਭਰਨੀ ਹੈ, ਟੇਢੀ ਮੇਢੀ ਐ ਦੀ ਮਤਲਬ ਕਹਿੰਦੇ ਐ ਜੀ ਕੋਈ ਪਲੇਟ ਜਾਂ ਐ ਜੀ ਪਲੇਟ ਕਰ ਦੋਗੇ ਤਾਂ ਫਿਰ ਉਹ ਪੰਗਾ ਪੈ ਜਾਏਗਾ। ਉਸ ਤਰ੍ਹਾਂ ਨਹੀਂ, ਆਪਣੇ ਕੋਲ ਥੋੜਾ ਜਿਹਾ ਸੈਂਸੀਬਲ ਜਿਹਾ ਕੰਮ ਆਏ ਕਿ ਆ ਭਰਤੀ ਤੇ ਮੰਨ ਲਓ ਇੰਨੀ ਭਰਤੀ, ਕੁਝ ਵੀ ਮਤਲਬ ਕੁਝ ਵੀ ਇੱਧਰ ਜ਼ਿਆਦਾ ਹੋ ਸਕਦੀ ਹੈ, ਉੱਧਰ ਘੱਟ ਹੋ ਸਕਦੀ ਹੈ, ਜਿੱਦਾਂ ਮਰਜ਼ੀ ਘੱਟ ਵੱਧ ਹੋ ਜਾਵੇ। ਇਸ ਤਰ੍ਹਾਂ ਸਲੈਬ ਭਰਤੀ ਤੇ ਇਹ ਪੂਰੀ ਭਰੀ ਨਹੀਂ ਹੈ, ਇੰਨੇ ਕੁ ਭਰਿਆ। ਤੇ ਆ ਜਿਹੜਾ ਜਿਹੜੀ ਸਲੈਬ ਹੈਗੀ, ਸਲੈਬ ਦੀ ਵਿਡਥ ਹੁਣ D ਨਹੀਂ ਗਈ, ਪਹਿਲਾਂ D ਸੀ ਨਾ, ਹੁਣ T ਹੈਗੀ ਆ। ਤੇ ਜਿਹੜਾ ਪਲੇਟਾਂ ਵਿੱਚ ਡਿਸਟੈਂਸ ਹੈ ਉਹ ਕਿੰਨਾ ਆ, ਉਹ D ਹੈ। ਜਿਹੜਾ ਆ ਡਿਸਟੈਂਸ ਇਧਰਲੇ ਪਾਸੇ ਪਲੇਟ ਦੇ ਖਾਲੀ ਰਹਿ ਗਿਆ, ਜਿਹੜਾ ਹਵਾਈ ਹੈ ਜਿੱਚ, ਉਹਨੂੰ X ਮੰਨ ਲਓ, ਇੱਧਰ ਜਿਹੜਾ ਖਾਲੀ ਰਹਿ ਗਿਆ ਉਹਨੂੰ Y ਮੰਨ ਲਓ। ਆ ਆਪਣੀ ਮੰਨ ਲਓ ਪੋਜ਼ਿਟਿਵ ਪਲੇਟ ਹੈ, ਆ ਨੈਗੇਟਿਵ ਪਲੇਟ। ਸਿੰਪਲ ਜੀ ਗੱਲ ਹੈ ਕਿ ਤੁਸੀਂ ਦੋਨੋਂ ਪਲੇਟਾਂ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਫਾਈਂਡ ਕਰਨਾ ਹੈ, ਤੇ ਜਦ ਕਿ ਇਹਨੂੰ ਚਾਰਜ ਦਿੱਤਾ ਹੈ Q। ਦੇਖੋ ਨਾ ਤੁਸੀਂ ਜਦੋਂ ਵੀ ਕੰਮ ਕਰਨਾ ਹੈ ਕੈਪੈਸਿਟੈਂਸ ਦਾ, ਕੈਪੈਸਿਟੈਂਸ ਹੁੰਦੀ ਕੀ ਹੈ, Q/V ਹੁੰਦੀ ਹੈ ਨਾ। Yes, sir. ਤੁਸੀਂ ਕੀ ਕਰਨਾ, ਚਾਰਜ Q ਮੰਨ ਲੈਣਾ ਆ, ਦੇ ਦਿਓ ਚਾਰਜ ਤੇ ਦੇਖੋ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਆਇਆ, ਬਸ ਉਹਨੂੰ ਬਾਅਦ ਬਟਾ ਕਰ ਦਿਓ Q/V, ਆਹੀ ਕਰਨਾ। ਤਾਂ ਕਿ ਚਾਰਜ ਤੁਸੀਂ ਬੱਚੇ ਕਹਿੰਦੇ ਪਹਿਲਾਂ ਹੀ Q ਰੱਖ ਲੈਂਦੇ, ਹਾਂ ਪਹਿਲਾਂ ਹੀ Q ਰੱਖਾਂਗੇ ਨਾ, ਮੈਂ Q ਰੱਖ ਲਿਆ। ਹੁਣ ਦੇਖਦਾ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਕ੍ਰੀਏਟ ਹੋਇਆ। ਹੁਣ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਕ੍ਰੀਏਟ ਹੋਊਗਾ ਉਹ ਇਲੈਕਟ੍ਰਿਕ ਫੀਲਡ ਕਰਕੇ ਹੋਊਗਾ, ਹਨਾ। ਤੇ ਇਲੈਕਟ੍ਰਿਕ ਫੀਲਡ ਜਿਹੜਾ ਹੈਗਾ ਆ ਇਸ ਰੀਜਨ ਦੇ ਵਿੱਚ, ਦੇਖੋ ਇਸ ਰੀਜਨ 'ਚ ਇਲੈਕਟ੍ਰਿਕ ਫੀਲਡ ਹੋਊਗਾ। ਹੁਣ ਤੁਸੀਂ ਕਹਿਣਾ ਇੰਡਿਊਸ ਵਾਲਾ ਤਾਂ ਉਲਟਾ ਹੁੰਦਾ, ਹਾਂ ਉਲਟਾ ਹੁੰਦਾ, ਮੈਂ ਨੈਟ ਦੀ ਗੱਲ ਕਰ ਰਿਹਾ। ਨੈਟ ਇਲੈਕਟ੍ਰਿਕ ਫੀਲਡ ਤਾਂ ਇੱਧਰ ਨੂੰ ਹੀ ਹੁੰਦਾ ਨਾ ਜਦੋਂ ਅਪਲਾਈਡ ਹੁੰਦਾ, ਕਿਤੇ ਸੀ ਨਾ ਗੱਲ ਆਪਾਂ। ਹਾਂਜੀ ਸਰ। ਆ ਇਲੈਕਟ੍ਰਿਕ ਫੀਲਡ ਚਾਹੇ ਯੂਨੀਫਾਰਮ ਆਏ, ਬਿਲਕੁਲ ਸੇਮ डिस्टेंस ਤੇ ਨਹੀਂ, ਚਾਹੇ ਥੋੜਾ डिस्टेंस ਜ਼ਿਆਦਾ ਹੋ। ਚਲੋ ਆ ਇਹ ਇਲੈਕਟ੍ਰਿਕ ਫੀਲਡ ਜਿਹੜਾ ਯੈਲੋ ਵਾਲਾ ਇਹ 'ਚ ਮੈਂ ਲਿਖਿਆ, ਇਹ ਇਲੈਕਟ੍ਰਿਕ ਫੀਲਡ ਦੀ ਕਿੰਨੀ ਵੈਲਿਊ ਹੋਏਗੀ। ਜੇ ਮੈਂ ਮੰਨ ਲਵਾਂ ਕਿ ਬਾਹਰ ਜਿਹੜਾ ਇਲੈਕਟ੍ਰਿਕ ਫੀਲਡ ਹੈਗਾ ਇੱਥੇ ਆ ਵਾਲਾ, ਇਹ ਇਲੈਕਟ੍ਰਿਕ ਫੀਲਡ ਬਾਹਰ ਵਾਲਾ E0 ਹੈ, ਤੇ ਉਹ ਬਾਹਰ ਵਾਲਾ ਇੱਧਰ ਵੀ ਤਾਂ ਹੋਏਗਾ ਨਾ। Yes, sir. ਹਵਾ ਦੇ ਵਿੱਚ ਤਾਂ ਹੋਏਗਾ ਹੀ ਉਹ, ਠੀਕ ਹੈ, ਇੱਥੇ ਹੋਏਗਾ। ਸੋ ਆ ਇਲੈਕਟ੍ਰਿਕ ਫੀਲਡ ਇਸ ਪਾਸੇ ਹੋਏਗਾ E0,
इस पासे भी होएगा ई नॉट, ਇਹਦੇ ਅੰਦਰ ਕਿੰਨਾ ਹੋਏਗਾ E naught by K, ਆਪਾਂ ਸਾਰੇ ਇਲੈਕਟ੍ਰਿਕ E naught ਦੀ ਫਾਰਮ ਚ ਲਿਖ ਲਿਆ। ਸੋ ਸਿੰਪਲ ਜੀ ਗੱਲ ਹੈ, ਜੇ ਮੈਂ ਆ ਇੱਥੇ Q ਚਾਰਜ ਇਹਨੂੰ ਦਿੱਤਾ ਹੈ ਵਾ, ਇੱਥੋਂ ਮੈਂ ਉਧਰ ਨੂੰ ਜਾ ਰਿਹਾ, ਪਹਿਲੀ ਗੱਲ ਤਾਂ E naught ਦੀ ਵੈਲਿਊ ਤੁਹਾਨੂੰ ਪਤਾ ਆ, ਉਹ ਹੈਗੀ Q by A epsilon naught, ਇਹ ਗੱਲ ਤਾਂ ਪਤਾ ਨਾ। Yes, sir. Q charge is given to the plates, and ਹੁਣ ਆਪਾਂ ਇਸ ਪਲੇਟ ਤੋਂ ਉਸ ਪਲੇਟ ਤੇ ਜਾਂਦੇ ਪੋਟੈਂਸ਼ੀਅਲ ਡਿਫਰੈਂਸ ਡ੍ਰੌਪ ਦੇਖ ਦਿੰਦੇ ਆ ਕਿੰਨਾ ਹੋਏਗਾ, that is V is equal to E naught multiplied by X ਆਏਗਾ, ਪਹਿਲਾਂ ਇੱਥੋਂ ਇੱਥੇ ਤੱਕ ਜਾਂਦੇ ਹੋਏ प्लस, फिर आगे जाओगे वो होगा E naught by K टाइम्स की आएगा T प्लस, Yes, sir. फिर आएगा E naught टाइम्स Y, Y. ये आ जाऊगा जी E naught टाइम्स X प्लस Y प्लस E naught बटा K टाइम्स T। हुण मैंने Yes, sir. दसो, हुण मैंने दसो पलक, X प्लस Y किहदे बराबर होएगा? Sir, X plus आएगा D minus T. हाँ बिल्कुल, D माइनस टी होएगा, D भी आ गया, ਉਹਦੀ विड्थ भी आ गई, D माइनस टी प्लस E naught by K टाइम्स T। ਤੇ ਇੱਥੋਂ ਤੁਸੀਂ E naught ਚਾਹੇ ਕਾਮਨ ਹੀ ਕੱਢ ਲਓ ਤਾਂ ਸੌਖਾ ਰਹੇਗਾ, D minus T plus T by K, है ना। ਤੇ Yes, E sir. naught ਜਿਹੜਾ ਹੈ, ਹਾਂਜੀ ਹਾਂਜੀ ਬੋਲੋ, ਪਤਾ ਲੱਗੀ ਗੱਲ। Yes. ਤਾਂ ਆ ਜਿਹੜਾ E naught ਹੋਏਗਾ Q by A epsilon naught, ਹੈ ਤਾਂ ਆਈ ਹੋਏਗਾ ਨਾ। ਆ ਜਿਹੜੀ ਚੀਜ਼ ਹੈ ਇਹ ਹੈਗੀ ਆ V ਆ। ਹੁਣ Q by V ਜੇ ਕਰਨਾ ਹੋਵੇ, ਤੁਸੀਂ ਚਾਹੇ V ਦੀ ਵੈਲਿਊ ਇਸ ਰਾਈਟ ਹੈਂਡ ਸਾਈਡ ਨਾਲ ਮੈਂ ਲਿਖਿਆ ਨੀਚੇ ਉਹ ਐਕਸਪ੍ਰੈਸ਼ਨ ਜਿਹਾ ਉਹ ਚ ਪੁੱਟ ਕਰ ਦੋ, ਤੇ ਚਾਹੇ ਤੁਸੀਂ ਇਹ ਚੋਂ Q by V ਪਤਾ ਕਰ ਲਓ। Q by V ਕੀ ਆਇਆ, epsilon naught A by D minus T plus T by K, है ना। आ अपना कैपेसिटेंस epsilon naught A by D minus T plus T by K। इस एक्सप्रेशन ਨੂੰ याद रखना, पार्शियली फिल्ड अगर होए ਤਾਂ T ਜਿਹੜਾ ਹੈ ਇੱਥੇ विड्थ है, इस तरह आंदा है रिजल्ट फिर अपना, जे फिर T is the width of the dielectric slab। ये बड़ा इंपॉर्टेंट है एक्सप्रेशन, ਇਹਨੂੰ C डैश ही बोल दो चाहे ਤੁਸੀਂ, ਕਿਉਂਕਿ ਤੁਸੀਂ C ਲੈਣੇ ਹੋ ਜਦੋਂ ਵਿੱਚ ਹਵਾ ਹੋਵੇ ਤਾਂ ਤੁਸੀਂ C ਦੀ ਵੈਲਿਊ ਲੈ ਲੈਣੇ ਹੋ ਤੁਸੀਂ epsilon naught A by D when air was there, and now when a dielectric slab of width T is there, then C dash ਹੋ ਗਿਆ। ਇੱਥੇ ਤੱਕ ਗੱਲ ਸਮਝ ਲੱਗੀ ਸਭ ਨੂੰ? Yes, sir. Yes, sir. ਇਸ ਐਕਸਪ੍ਰੈਸ਼ਨ ਨੂੰ ਦੇਖ ਕੇ ਦੱਸੋ ਕਿ ਇਹ ਕੈਪੈਸਿਟੈਂਸ ਹੁਣ ਵਧਿਆ ਕਿ ਘਟਿਆ ਹੈ, ਚੈੱਕ ਕਰੋ, ਸੋਚ ਕੇ ਦੱਸੋ, ਕਿਉਂਕਿ ਜਦੋਂ D ਵਿੱਚੋਂ T ਮਾਈਨਸ ਹੋ ਰਿਹਾ ਪਰ T by K ਐਡ ਵੀ ਤਾਂ ਹੋ ਰਿਹਾ। ਸੋ ਤੁਸੀਂ ਸੋਚ ਕੇ ਦੱਸੋ ਕਿ ਇੱਥੇ ਕੈਪੈਸਿਟੈਂਸ ਹੁਣ ਜਦੋਂ ਪਾਰਸ਼ੀਅਲੀ ਫਿਲ ਕੀਤੀ ਹੈ ਡਾਈਲੈਕਟ੍ਰਿਕ ਸਲੈਬ ਤਾਂ ਆਪਣਾ ਕੈਪੈਸਿਟੈਂਸ ਵਧਿਆ ਕਿ ਘਟਿਆ? ਵਧਿਆ। ਵਧਿਆ ਹੀ ਹੈ ਜੀ, ਬਿਲਕੁਲ ਵਧਿਆ ਹੀ ਹੈ, ਕਿਉਂਕਿ ਆ ਜਿਹੜਾ K ਹੈ ਇਹ ਲੈਸ ਦੈਨ 1 ਨੰਬਰ ਹੈ ਨਾ, ਸੌਰੀ ਗ੍ਰੇਟਰ ਦੈਨ 1 ਨੰਬਰ ਹੈ ਨਾ। ਤਾਂ ਤੁਸੀਂ ਇਹਨੂੰ ਚਾਹੇ 2 3 4 ਕੁਝ ਮੰਨ ਕੇ ਵੈਸੇ ਚੈੱਕ ਕਰ ਸਕਦੇ ਹੋ। ਦੂਜੀ ਗੱਲ ਮੈਂ ਤੁਹਾਨੂੰ ਐਵੇਂ ਦਿਖਾ ਸਕਦਾ, epsilon naught A by D माइनस कॉमन ਕੱਢ ਲਓ ਤਾਂ ਬੇਸਿਕਲੀ ਬਣ ਜਾਏਗਾ T ਜਾਂ T ਵੀ ਮਾਈਨਸ T कॉमन ਕੱਢ ਲਓ ਤਾਂ ਇਹ ਆ ਜਾਏਗਾ 1 minus 1 over K, है ना। ਤੇ ਕਿਉਂਕਿ K greater than 1 ਹੁੰਦਾ ਹੈ ਤਾਂ 1 over K less than 1 ਹੋਏਗਾ, ਤੇ 1 minus 1 over K greater than 0 ਹੋਏਗਾ, यानी पॉजिटिव नंबर ही आएगा कोई। आ नंबर पॉजिटिव है तो यानी D ਵਿੱਚੋਂ ਕੁਝ ਘਟਾ ਹੀ ਰਹੇ ਆਪਾਂ, T ਤਾਂ ਪੋਜ਼ਿਟਿਵ ਹੈਗਾ ਹੀ ਹੈ, ਤੇ ਜਦੋਂ ਡਿਨੋਮੀਨੇਟਰ ਘਟੇਗਾ ਤਾਂ ਜਿਹੜਾ ਓਵਰਆਲ ਕੁਆਂਟੀਟੀ ਵਧੇਗੀ ਨਾ ਲੈਫਟ ਹੈਂਡ ਸਾਈਡ ਵਾਲੀ। ਪਰ ਅਦਰਵਾਈਜ਼ ਤੁਸੀਂ ਆਹੀ ਯਾਦ ਰੱਖੋਗੇ, ਉੱਪਰਲਾ ਰਿਲੇਸ਼ਨ ਆਹੀ ਯੂਜ਼ ਕਰਾਂਗੇ ਆਪਾਂ। ਅੱਛਾ ਹੁਣ ਮੈਨੂੰ ਐ ਦੱਸੋ, ਜੇ ਇਸੇ ਰਿਜ਼ਲਟ ਤੋਂ ਮੈਂ ਪੁਰਾਣਾ ਰਿਜ਼ਲਟ ਕੱਢਣਾ ਚਾਹਾਂ, ਮੈਂ ਤਾਂ ਇਸ ਤੋਂ ਹੀ ਕੱਢ ਦਿੰਦਾ ਹੁੰਦਾ ਕਿ ਬਈ ਨੋਰਮਲੀ ਵੀ ਪਹਿਲਾ ਵਾਲਾ ਕਰਦੇ ਨਹੀਂ ਆਪਾਂ, ਅਸੀਂ ਤਾਂ ਆਹੀ ਕਰ ਲੈਂਦੇ ਆ, ਪਾਰਸ਼ਲ ਵਾਲਾ ਕਰ ਲੈਂਦੇ ਆ ਆਪਣੇ ਆਪ। अगर फुली फिल्ड होएगा, अगर पूरा डाइलेक्ट्रिक फुली फिल्ड होएगा तो T की वैल्यू कितने बराबर होएगी? D दे। तो फिर C डैश की आएगा, आएगा फिर। Yes, sir.
यस सर। सो ਆਪਾਂ ਇਸ d ਨੂੰ d ਨਾਲ ਕੱਟ ਦਈਏ, ਆ k ਉੱਪਰ ਲੈ ਜਾਈਏ, ਆਈ ਤਾਂ ਹੈ ਨਾ ਰਿਜ਼ਲਟ, यस सर। आ गया ना फिर मुड़ के उत्थे। सो इसे रिजल्ट तो रिजल्ट निकल रहा अपना, कोई बड़ी गल नहीं है। सब नु समझ लग गई गल? यस सर। यस सर। सो मोस्टली ਤੁਹਾਨੂੰ ਪੁੱਛਿਆ ਡਾਇਲੈਕਟ੍ਰਿਕ ਸਲੈਬ ਬਾਰੇ ਜਾਏਗਾ, ਤੁਹਾਨੂੰ k ਟਾਈਮ c ਇਹ ਗੱਲ ਯਾਦ ਰਹਿਣੀ ਚਾਹੀਦੀ ਜ਼ਿਆਦਾਤਰ, ਤੇ ਆਹ ਵਾਲਾ ਰਿਜ਼ਲਟ ਯਾਦ ਰਹਿਣਾ ਚਾਹੀਦਾ ਜਿਹੜਾ ਇਹ ਆਹ ਵਾਲਾ ਜਿਹੜਾ ਮੈਂ ਸਟਾਰ ਬਣਾਇਆ। ਅਦਰਵਾਈਜ਼ ਤੁਹਾਨੂੰ ਕਈ ਵਾਰ ਪੁੱਛ ਲੈਂਦੇ ਆ ਕਪੈਸਿਟੀ ਵੀ ਕੰਡਕਟਿੰਗ ਪਲੇਟ ਹੀ ਪਾ ਦਈਏ ਪਾਰਸ਼ਲੀ ਫਿਲ ਕਰਕੇ, ਫਿਰ ਕੀ ਹੋਊਗਾ। ਸੋ ਇਹ ਵੀ ਮੈਂ ਕਰ ਹੀ ਦਿੰਦਾ, ਮੈਂ ਇਹਨੂੰ ਸਕਿਪ ਵੀ ਕਰ ਸਕਦਾ ਸੀ ਪਰ ਕਰ ਲੈਂਦੇ ਆਪਾਂ। ਸੋ ਕਪੈਸਿਟੈਂਸ ਜਾਂ ਆਪਾਂ ਇਹਨੂੰ ਪੂਰਾ ਨਿਆਇ ਲਿਖੀਏ, ਇਸ ਦੇ ਲਿਖਦੇ ਨੇ ਇਫ partially filled with conducting slab, conducting slab ले लिया नहीं मैं, ओवली नहीं ली, डायलैक्ट्रिक नहीं है, कंडक्टिंग स्लैब है। फर्क कितने पाऊगा बस आ देख लो तुसी एक बार, ते बस अपने दो लाइनां च मिलना आपने, फिर कैपेसिटर दी प्लेटां ने, हाँ इन्हू पहला चार्ज देता क्यों, वो तो जरूरी है कैपेसिटेंस की एक्सप्रेशन करने लई, हाँ माइनस क्यों देता, ते इहदे अंदर जो स्लैब है वो आपां ये रख दें कंडक्टिंग स्लैब रख ली, ठीक है। यानी वो भी उदा ही कर ली, मान लो इस तरह कुछ भी किसी भी जितनी मर्जी विड्थ सीधी कर लो इस तरह। एक कंडक्टिंग स्लैब है, कंडक्टिंग स्लैब का एक खास गल है भी ਇਹਦੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਆਏਗਾ, 0। ਹਾਂ ਤੇ ਬਾਹਰ ਵਾਲਾ ਉਹੀ ਹੋਏਗਾ ਜਿਹੜਾ ਸੀਗਾ ਜਿਵੇਂ ਹੁਣ ਪਹਿਲਾਂ ਕਰ ਰਹੇ ਸੀ, ਯਾਨੀ ਇੱਥੇ ਇਲੈਕਟ੍ਰਿਕ ਫੀਲਡ ਹੋਏਗਾ नॉट। ਤੇ ਇੱਥੇ ਵੀ ਹੋਏਗਾ, पर ਇਹਦੇ ਵਿੱਚ ਇਲੈਕਟ੍ਰਿਕ ਫੀਲਡ ਨਹੀਂ ਹੋਏਗਾ। ਤਾਂ ਬੇਸਿਕਲੀ ਜਦੋਂ ਤੁਸੀਂ ਇਸ ਕੇਸ ਦੇ ਵਿੱਚ ਮੈਂ ਬਹੁਤ ਸ਼ਾਰਟ ਚ ਲਿਖਣ ਜਾ ਰਿਹਾ, v ਫਾਈਂਡ ਕਰੋਗੇ ਉਹ e naught ਟਾਈਮਸ x ਆ ਜਾਊਗਾ ਪਲੱਸ 0 ਟਾਈਮਸ t ਆ ਜਾਊਗਾ, ਹੈ ਨਾ, t ਹੈ ਨਾ ਇਹ ਵੀ, यस सर। यस सर। ਪਲੱਸ e naught ਟਾਈਮਸ y ਆ ਜਾਊਗਾ, ਇਹ ਆ ਜਾਊ e naught ਟਾਈਮਸ ਕੱਲਾ x ਪਲੱਸ y, ਤੇ x ਪਲੱਸ y ਹੁਣੀ ਦੱਸਿਆ ਸੀ ਪਲਕ ਨੇ d ਮਾਈਨਸ t, फिर E नॉट की वैल्यू क्या आएगी Q by A एप्सिलॉन नॉट into D minus T V, फिर Q by V जो C डैश आएगा तो Q by V वो बेसिकली कितने बराबर आएगा एप्सिलॉन नॉट A by सीधा सीधे दिख रहा है D minus T होया, बस समझ लगी गल? यस सर। ये भी बस ਵਧੂਗਾ, मतलब स्लैब भावें कंडक्टिंग पाती भावें डाइलेक्ट्रिक पाती ਵਧਣਾ ही है, कैपेसिटेंस घटदा नहीं है। ते एक होर इंपॉर्टेंट गल ਵੀ ਜੇ ਆ ਫੁੱਲੀ ਫਿਲਡ ਕਰ ਦਈਏ ਤਾਂ ਇੱਥੋਂ ਹੀ ਐਕਸਪ੍ਰੈਸ਼ਨ ਕੱਢੀਏ, ਜੇ ਫੁੱਲੀ ਫਿਲਡ ਕਰਤਾ ਤਾਂ d = t = d ਹੋ ਗਿਆ, यस सर। c डैश अप्रोचेस टू इंफिनिटी हो गया ना। यस सर। ਆਪਾਂ ਤਾਂ ਇਹ ਗੱਲਾਂ ਪਹਿਲਾਂ ਹੀ ਸਮਝ ਪਾਏ ਆ ਚੁੱਕੇ ਆ, ਸਮਝ ਲੱਗ ਗਈ ਸਾਰਿਆਂ ਨੂੰ ਗੱਲ? यस सर। यस सर। ਹੁਣ ਬਸ ਦੋ ਤਿੰਨ ਚੀਜ਼ਾਂ ਹੋਰ ਛੋਟੀ ਛੋਟੀਆਂ ਕਰਕੇ ਆਪਾਂ ਅੱਜ ਖਤਮ ਕਰਾਂਗੇ, ਆਪਾਂ ਬਾਕੀ ਗੱਲ ਫਿਰ ਇਸ ਤੋਂ ਅੱਗੇ ਵਾਲੀ ਕੱਲ ਨੂੰ ਕਰ ਲਾਂਗੇ ਆਰਾਮ ਨਾਲ, ਤੇ ਪਰਸੋਂ ਆਪਾਂ ਪ੍ਰੋਬਲਮਸ ਲਵਾਂਗੇ ਸੋ ਦੈਟ ਕਿ ਇੱਕਦਮ ਵਧੀਆ ਟੈਸਟ ਹੋਵੇ ਤੁਹਾਡਾ ਇਸ ਵਾਰ। ਪੂਰੀ ਇਮਾਨਦਾਰੀ ਨਾਲ ਟੈਸਟ ਦਿਓ, ਸਿੱਖ ਕੇ ਟੈਸਟ ਦਿਓ ਤਾਂ ਕਿ ਨਾ ਮਜ਼ਾ ਆਵੇ ਤੁਹਾਨੂੰ ਅੱਗੇ ਦੇ ਚੈਪਟਰਸ ਦਾ ਵੀ। ਐਵੇਂ ਨਕਲਾਂ ਨੁਕਲਾਂ ਮਾਰਦੇ ਹੋ ਇਧਰੋਂ ਉਧਰੋਂ ਜਾਂ ਕੁਝ ਵੀ ਗੂਗਲ ਕਰਦੇ ਹੋ, ਇੱਕ ਦੂਜੇ ਤੋਂ ਹੈਲਪ ਲੈਣੇ ਹੋ, ਉਹਦੇ ਨਾਲ ਕੀ ਲੈ ਲਓਗੇ ਤੁਸੀਂ, ਨੰਬਰ ਲੈ ਲਓਗੇ ਬਸ। ਮੈਨੂੰ ਤਾਂ ਪਤਾ ਹੀ ਆ ਜਿਹੜੇ ਬੱਚੇ ਇੰਟਰੈਕਟ ਕਰਦੇ ਆ, ਜਿਹੜੇ ਵਧੀਆ ਬੋਲਦੇ ਆ, ਜਿਹੜੇ ਵਧੀਆ ਹੋਮਵਰਕ ਕਰਦੇ ਆ, ਜਿਹੜੇ ਵਧੀਆ मतलब ਕੁਐਸਚਨਿੰਗ ਕਰਦੇ ਆ, ਤੇ ਉਹਦਾ ਪਤਾ ਲੱਗ ਹੀ ਜਾਂਦਾ ਵਾ ਕਿ ਕੌਣ ਕਰਦਾ, ਨਹੀਂ ਤਾਂ ਨਕਲਾਂ ਨੁਕਲਾਂ ਵਾਲਾ ਵੀ ਪਤਾ ਹੀ ਆ। ਮੈਂ ਹੁਣ ਨਾਮ ਨਹੀਂ ਲੈਂਦਾ ਕਿਸੇ ਦਾ, ਬਸ ਤੁਸੀਂ ਸੋਚਦੇ ਮੈਂ ਨਾਮ ਨਹੀਂ ਲਿਆ ਵੀ ਸਾਰੇ ਮਤਲਬ ਐਵੇਂ ਕਮਲੇ ਤੁਰੇ ਫਿਰਦੇ ਆ, ਇਦਾਂ ਦੀ ਗੱਲ ਨਹੀਂ। ਸੋ ਇਮਾਨਦਾਰੀ ਨਾਲ ਟੈਸਟ ਦਿਓ, ਸਮਝ ਕੇ ਚੱਲੋ ਇਸ ਚੀਜ਼ ਨੂੰ। ਅੱਛਾ ਐਲਟਰਨੇਟ ਮੈਥਡ ਮੈਂ ਕਰਾਉਣ ਲੱਗਾ ਵਾਂ ਇਸ ਐਕਸਪ੍ਰੈਸ਼ਨ ਦਾ ਕਿ ਜੇ ਡਾਇਲੈਕਟ੍ਰਿਕ ਸਲੈਬ ਨੂੰ ਆਪਾਂ ਪਾਰਸ਼ਲੀ ਫਿਲ ਕਰਦੇ ਹਾਂ ਤਾਂ ਆਹ ਜਿਹੜਾ ਐਕਸਪ੍ਰੈਸ਼ਨ ਆਇਆ ਸੀ ਆਪਣਾ, ਇਹਦਾ ਇੱਕ ਐਲਟਰਨੇਟ ਮੈਥਡ ਵੀ ਹੈ, ਉਹਨੂੰ ਆਪਾਂ ਸਮਝ ਸਕਦੇ ਹਾਂ ਕਿਵੇਂ। ਆਪਾਂ ਇੱਕ ਹੀ ਕੈਪੈਸਿਟਰ ਨੂੰ ਕਈ ਹਿੱਸਿਆਂ 'ਚ ਤੋੜ ਕੇ ਸਮਝ ਸਕਦੇ ਹਾਂ ਕਿਵੇਂ ਤੇ ਕਿਉਂ, ਆ ਵੀ ਦੱਸਦਾ ਤੁਹਾਨੂੰ ਮੈਂ। ਆਹ ਮੰਨ ਲਓ ਕੈਪੈਸਿਟਰ ਹੈ,
ਹੁਣੀ ਜੋ ਕੀਤਾ ਆਪਾਂ, ਇਹਦੇ ਵਿੱਚ ਆਪਾਂ ਇੱਕ ਡਾਈਲੈਕਟ੍ਰਿਕ ਸਲੈਬ ਭਰੀ ਹੋਈ ਹੈ ਇਸ ਤਰ੍ਹਾਂ। ਤੁਸੀਂ ਮੈਨੂੰ ਨਾ ਹੁਣ ਬਹੁਤ ਧਿਆਨ ਨਾਲ ਸੋਚ ਕੇ ਦੱਸੋ ਵੀ ਦੇਖੋ ਇੱਥੇ ਆਪਾਂ ਇਲੈਕਟ੍ਰਿਕ ਫੀਲਡ ਦੀ ਜਦੋਂ ਗੱਲ ਕਰਦੇ ਆ ਨਾ, ਇਸ ਜਗ੍ਹਾ ਦੇ ਵਿੱਚ ਇਲੈਕਟ੍ਰਿਕ ਫੀਲਡ ਦੀ ਗੱਲ ਕਰਦੇ ਆ ਤਾਂ ਇੱਥੇ ਇੱਕ ਪੋਟੈਂਸ਼ੀਅਲ ਡ੍ਰੌਪ ਆਉਂਦਾ ਜੋ ਆਪਾਂ ਕੈਲਕੂਲੇਟ ਕਰਦੇ ਆ। ਪਿਛਲੇ ਉਹਦੇ ਵਿੱਚ ਦੇਖਿਆ E0 x ਕੀਤਾ ਨਾ, ਉਹ ਪੋਟੈਂਸ਼ੀਅਲ ਡ੍ਰੌਪ ਜਿਹੜਾ ਉਹ ਮੰਨ ਲਓ V1 ਆ ਗਿਆ। ਫਿਰ ਪੋਟੈਂਸ਼ੀਅਲ ਡ੍ਰੌਪ ਆਪਾਂ ਇਹਦੇ ਅੰਦਰ ਵੀ ਕੈਲਕੂਲੇਟ ਕਰਦੇ ਆ ਨਾ, ਜਦੋਂ ਆਪਾਂ E0/k ਟਾਈਮਸ t ਲਿਖਿਆ ਹੈ ਨਾ, ਉਹਨੂੰ ਆਪਾਂ V2 ਕਹਿ ਦਿੰਦੇ ਆ। ਤੇ V3 ਪੋਟੈਂਸ਼ੀਅਲ ਡ੍ਰੌਪ ਇੱਥੇ ਵੀ ਕੈਲਕੂਲੇਟ ਕਰਦੇ ਆ ਨਾ ਕਿ ਨਹੀਂ? Yes, sir. V3 ਕਹਿ ਦਿੰਦੇ ਆ। ਸੋ ਬੇਸਿਕਲੀ ਹੁੰਦਾ ਕੀ ਹੈ, ਬੇਸਿਕਲੀ ਆਪਾਂ ਇਸ ਨੂੰ ਇਮੇਜਿਨ ਕਰਕੇ ਚੱਲੋ, ਇਮੇਜਿਨ ਕਰਕੇ ਚੱਲ ਸਕਦੇ ਹਾਂ ਆਪਾਂ ਕਿ ਜਿਹੜਾ ਪੋਟੈਂਸ਼ੀਅਲ ਡ੍ਰੌਪ ਹੈ ਉਹ V1 V2 V3 ਐਵੇਂ ਹੋ ਰਿਹਾ ਜਿਵੇਂ 3 ਕੈਪੈਸਿਟਰ ਹੋਣ ਤੇ ਸੀਰੀਜ਼ ਚ ਹੋਣ, ਜਿਵੇਂ ਇਹਦਾ V1 ਇਹਦਾ V2 ਇਹਦੇ ਕ੍ਰਾਸ V3 ਕਰਦੇ ਨਾ ਆਪਾਂ। ਯੈਸ। ਤਾਂ ਉਹ ਕਹਿ ਰਹੇ ਨੇ ਕਿ ਤੁਸੀਂ ਇਸ ਚੀਜ਼ ਨੂੰ, ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਇਮੇਜਿਨ ਕਰ ਸਕਦੇ ਹੋ ਜਿਵੇਂ ਕਿ ਇੱਥੇ ਤੁਹਾਡੇ ਕੋਲ ਇੱਕ ਕੈਪੈਸਿਟਰ ਹੈਗਾ ਆ। ਮੈਂ ਇੱਥੇ ਪੂਰੀ ਚਲੋ ਮੈਂ ਬਣਾ ਹੀ ਦਿੰਦਾ, ਵੱਡੀ ਜ਼ਿਆਦਾ ਬਣਾਤੀ ਮੈਂ। ਇੱਕ ਆਹ ਕੈਪੈਸਿਟਰ ਹੈਗਾ ਆ ਮੰਨ ਲਓ, ਉਸ ਤੋਂ ਬਾਅਦ ਇਸ ਤਰ੍ਹਾਂ ਮੰਨ ਲਓ ਕਿ ਇਸ ਤੋਂ ਬਾਅਦ ਇਹ ਕੈਪੈਸਿਟਰ ਵੱਖਰਾ ਹੋਣ ਤੋਂ ਬਾਅਦ ਆਹ ਕੈਪੈਸਿਟਰ ਹੋਣ ਤੋਂ ਬਾਅਦ ਜਿਹਦੀ ਕੀ ਵਿਡਥ ਹੈਗੀ ਆ x ਹਨਾ, ਇਹਦਾ ਵਿੱਚ ਪਲੇਟਾਂ ਵਿਚਕਾਰ ਮੰਨ ਲਓ ਅੱਗੇ ਕਨੈਕਸ਼ਨ ਫਿਰ ਮੈਟਲ ਪਲੇਟ ਦਾ ਹੀ ਹੈਗਾ ਆ ਇਸ ਤਰ੍ਹਾਂ, ਤੇ ਅਗਲੀ ਪਲੇਟ ਤੇ ਉਸ ਪਲੇਟ ਦੇ ਵਿੱਚ ਡਾਈਇਲੈਕਟ੍ਰਿਕ ਵਾਲਾ ਉਹ ਹੋ ਗਿਆ, ਤੇ ਆ ਵੀ ਕਨੈਕਟ ਕਰ ਦਿੱਤਾ ਜਾਵੇ ਅੱਗੇ ਫਿਰ ਆਪਣਾ ਹੋ ਗਿਆ ਇੱਕ ਹੋਰ ਕੈਪੈਸਿਟਰ ਜਿਹਦੇ ਵਿੱਚ ਕੀ ਕਿੰਨਾ ਡਿਸਟੈਂਸ ਹੈ ਪਲੇਟਾਂ ਵਿਚਕਾਰ y। ਸੋ ਇੱਕ ਕੈਪੈਸਿਟੈਂਸ ਹੋ ਗਿਆ ਤੁਹਾਡਾ, ਕੈਪੈਸਿਟਰ ਹੋ ਗਿਆ ਆ C1 ਯਾਨੀ ਜਿਹੜਾ ਕਿ ਆ ਵਾਲਾ ਹੈ, C2 ਆ ਵਾਲਾ ਜਿਹੜਾ ਮੈਂ ਇੱਥੇ ਸ਼ੋ ਕੀਤਾ ਹੈ ਤੁਹਾਨੂੰ, ਇਹ ਡਾਇਲੈਕਟ੍ਰਿਕ ਦੇ ਨਾਲ। C3 ਵਾਲਾ ਆ ਹੋਇਆ ਜਿਹੜਾ ਇੱਥੇ ਸ਼ੋ ਕੀਤਾ ਹਵਾ ਦੇ ਨਾਲ। ਸਮਝ ਲੱਗ ਰਹੀ ਗੱਲ? Yes, sir. C1 ਦਾ ਕੈਪੈਸਿਟੈਂਸ ਤੁਸੀਂ ਸਿੱਧਾ ਹੀ ਲਿਖ ਸਕਦੇ ਹੋ ε0 A/x x ਆ y ਹੈ ਆ t ਹੈ। ਤੇ ਦੂਜੇ ਦਾ ਕੈਪੈਸਿਟੈਂਸ ਤੁਸੀਂ ਲਿਖ ਸਕਦੇ ਹੋ, ਉਹ ਸੌਰੀ ਪਲੱਸ ਨਹੀਂ ਲਿਖਣਾ ਇੱਥੇ, ਪਹਿਲਾਂ C1 C2 C3 ε0 A/t पर k टाइम्स करना पड़ेगा क्योंकि वो है। तीसरा फिर हवा वाले कैपेसिटर है A बाय कितना आ गए थे y ठीक है गल। ते ये तीनों कैपेसिटर ਜਿਹੜੇ ਹੈਗੇ ਨੇ ਦੱਸੋ ਸੀਰੀਜ਼ ਨੇ ਕਿ ਪੈਰਲਲ ਚ? सीरीज ने। so all in series ਤੇ ਤੁਸੀਂ ਇਹਨਾਂ ਨੂੰ ਸੀਰੀਜ਼ ਸੋਲੂਸ਼ਨ ਲਈ ਐ ਕਰ ਸਕਦੇ ਹੋ 1/c ਇਫੈਕਟਿਵ ਜਿਹੜਾ ਆਏਗਾ ਤਿੰਨਾਂ ਦੇ ਮਿਲਾ ਕੇ ਉਹ ਆਏਗਾ ਤੁਹਾਡਾ 1/c1 + 1/c2 + 1/c3। ਜੋ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਬੇਸਿਕਲੀ ਇਹਨਾਂ ਦੇ ਵੈਲਿਊਜ਼ ਇੱਥੇ ਪੁੱਟ ਕਰਿਓ, ਸੋਲਵ ਕਰੇ ਬਾਅਦ ਫਿਰ ਰੈਸੀਪ੍ਰੋਕਲ ਕਰੋਗੇ ਤਾਂ ਮੁੜ ਕੇ ਇਹਨੂੰ ਸੋਲਵ ਕਰਕੇ ਤੁਹਾਡਾ ਆਨਸਰ ਆ ਜਾਏਗਾ c ਇਫੈਕਟਿਵ। ਇਹ ਤੁਹਾਡਾ ਹੋਮਵਰਕ ਹੈ, ਕਰਕੇ ਦੇਖ ਲਿਓ। t - t ਇਹ ਥੋੜਾ ਰੀਅਰੇਂਜ ਕਰਨਾ ਪਏਗਾ, ਤੁਹਾਡਾ ਫਾਰਮ ਕਿਸੇ ਹੋਰ ਚ ਆਏਗਾ। ਹੋ ਸਕਦਾ ਤੁਹਾਡਾ k ਇੱਥੇ ਐਲਸੀਐਮ ਲੈ ਕੇ ਇੱਥੇ k ਆ ਰਿਹਾ ਤੇ k ਉੱਪਰ ਫਸਿਆ ਹੋਵੇ ਜਾ ਕੇ ਐਪਸਿਲਨ। ਸੋ ਇਟ ਡਿਪੈਂਡ, ਤੁਸੀਂ ਆਪਣੇ ਆਪ ਵੈਰੀਫਾਈ ਕਰ ਲਓਗੇ ਕਿ ਦੋਨਾਂ ਨੂੰ ਸੇਮ ਫਾਰਮ ਚ ਕਨਵਰਟ ਕਰ ਸਕੋਗੇ। ਤੁਹਾਨੂੰ ਸਿਰਫ ਮੈਥਡੋਲੋਜੀ ਨਾਲ ਜਾਣੂ ਕਰਾਉਣਾ ਸੀ ਕਿ ਮੈਥਡੋਲੋਜੀ ਨੂੰ ਤੁਸੀਂ ਸਮਝੋ ਕਿ ਕਿਵੇਂ ਇੱਥੇ ਇੱਕ ਹੀ ਕੈਪੈਸਿਟਰ ਦੇ ਵਿੱਚ ਜੇ ਮਾੜਾ ਮਾੜਾ ਡਾਈਇਲੈਕਟ੍ਰਿਕ ਭਰ ਦਿੱਤਾ ਜਾਵੇ ਕਿਤੇ ਤੇ ਬਾਕੀ ਚ ਹਵਾ ਹੋਵੇ ਤਾਂ ਆਪਾਂ ਕਿਵੇਂ ਉਹਨਾਂ ਨੂੰ ਮੈਨੇਜ ਕਰਦੇ ਹਾਂ, ਕੈਲਕੂਲੇਟ ਕਰਦੇ ਹਾਂ, ਕਿਵੇਂ ਉਹਨਾਂ ਨੂੰ ਪਲੱਸ ਮਾਈਨਸ ਕਰਦੇ ਹਾਂ, ਸੀਰੀਜ਼ ਜਾਂ ਪੈਰਲਲ ਚੈੱਕ ਕਰਦੇ ਹਾਂ। ਤੇ ਇਹ ਬੜੇ ਸੌਖੇ ਕੁਐਸਚਨ ਨੇ, ਕਹਿੰਦੇ HC ਵਰਮਾ ਵਿੱਚ ਵੀ ਤੁਸੀਂ ਦੇਖੋਗੇ ਕੁਐਸਚਨ ਮਿਲ ਜਾਣਗੇ ਤੁਹਾਨੂੰ। ਤੇ ਇਦਾਂ ਦੇ ਆਪਾਂ ਇੱਕ ਕੁਐਸਚਨ ਕਰਦੇ ਹਾਂ, ਜਿਵੇਂ ਕਿ ਮੰਨ ਲਓ ਆ ਇੱਕ ਡਾਈਇਲੈਕਟ੍ਰਿਕ ਆਪਣਾ ਕੈਪੈਸਿਟਰ ਹੋਵੇ, ਤੇ ਕੈਪੈਸਿਟਰ ਆਪਣਾ ਐ ਆ ਤੇ ਇਹਦੇ ਵਿੱਚ ਡਾਈਇਲੈਕਟ੍ਰਿਕ ਸਲੈਬ ਜਿਹੜੀ ਭਰੀ ਹੋਈ ਹੈ ਨਾ ਉਹ ਅੱਧੇ ਚ ਭਰੀ ਹੋਈ ਆ। ਮਤਲਬ ਇਹ ਡੂੰਗੀ ਅੰਦਰ ਉਨੀ ਆ, ਅੰਦਰ ਇਹ ਸਮਝ ਲਿਓ ਪਲੇਟ ਜਿਵੇਂ ਹੁੰਦੀ ਨਾ। ਹੁਣ ਇਹ ਜਿਹੜੀ ਚੀਜ਼ ਤੁਹਾਨੂੰ ਦਿਖ ਰਹੀ ਹੈ ਮੈਂ ਉਨੀ ਦਿਖਾ ਰਿਹਾ ਮੈਂ 2 ਡਾਇਮੈਂਸ਼ਨ ਚ, ਬਾਕੀ ਅੰਦਰ ਪੂਰੀ ਭਰੀ ਹੋਈ ਹੈ। ਤੇ ਇਹਦੇ ਅੰਦਰ ਜਿਹੜਾ ਮਟੀਰੀਅਲ ਜਿਹੜਾ ਹੈਗਾ ਇਹ ਮਟੀਰੀਅਲ ਡਾਈਇਲੈਕਟ੍ਰਿਕ ਆ।
डाइलेक्ट्रिक के, डाइलेक्ट्रिक कांस्टेंट के वाला डाइलेक्ट्रिक भरिया है, पर ये अद्धे च भरिया वा। समझ लग रही गल? यस सर Yes, ਹੁਣ sir. ਇਹਦੇ ਵਿੱਚ ਜੇ ਮੈਂ ਦੇਖਾਂ ਮੈਂ ਇਹਦਾ ਕੈਪੈਸਿਟੈਂਸ ਪਤਾ ਕਰਨਾ ਹੋਵੇ, ਹੁਣ ਮੈਂ ਇੱਕ ਗੱਲ ਨੂੰ ਇਹਨੂੰ 3 ਡਾਇਮੈਂਸ਼ਨ ਸੋਚ ਲਿਓ ਜ਼ਰੂਰ ਕਿ ਬੇਸਿਕਲੀ ਮੈਂ ਪਹਿਲਾਂ ਆ ਵਾਲੀ ਬਣਾ ਦਵਾਂ ਪਲੇਟਾਂ, ਮੰਨ ਲਓ ਇਸ ਤਰ੍ਹਾਂ ਆ ਆਪਣੀ ਪਲੇਟਾਂ ਨੇ, ਮੰਨ ਲਓ ਥੋੜਾ ਜਿਹਾ ਕੋਸ਼ਿਸ਼ ਕਰਦਾ ਮੈਂ ਬਣਾਉਣ ਦੀ, ਪਤਾ ਨਹੀਂ ਹੁਣ ਇਹ ਕਿੰਨੀ ਕੁ ਵਧੀਆ ਬਣੂਗੀ ਕਿ ਨਹੀਂ, ਦੇਖ ਲਓ ਐ ਕਰ ਲਓ। ਆ ਪਲੇਟਾਂ ਨੇ ਸਮਝ ਲਓ, ਆ ਇੱਕ ਪਲੇਟ ਹੋਗੀ ਤੁਹਾਡੀ ਇਸ ਤਰ੍ਹਾਂ, ਜਾਂ ਦੂਜੀ ਪਲੇਟ ਹੋਗੀ ਇਸ ਤਰ੍ਹਾਂ, ਇਸ ਤਰ੍ਹਾਂ। ਤੇ ਜਿਹੜਾ ਡਾਈਇਲੈਕਟ੍ਰਿਕ ਮਟੀਰੀਅਲ ਹੈਗਾ ਆ ਉਹ ਐ ਭਰਿਆ ਆ ਅੱਧ ਵਿਚਕਾਰ, ਪਰ ਡੂੰਘਾਈ ਚ ਪੂਰਾ ਹੀ ਆ ਇੱਥੇ ਤੱਕ, ਪੂਰਾ ਜਿਵੇਂ ਜਿੰਨਾ ਪਲੇਟ ਸੀਗੀ, ਤੇ ਆ ਸਾਰਾ ਭਰਿਆ ਆ ਇੱਥੇ ਤੱਕ। ਸਮਝ ਲੱਗ ਰਹੀ ਗੱਲ ਮੇਰੀ? Yes, sir. यस सर ਠੀਕ ਹੈ, ਅੱਧਾ ਭਰਿਆ ਮਤਲਬ ਕਹਿੰਦਾ ਹੁਣ ਆਪਾਂ ਦਿਖਾਉਂਦੇ ਨਹੀਂ ਨਾ, ਆਪਾਂ ਤਾਂ ਆਪਾਂ ਇਹਦਾ ਸਾਹਮਣੇ ਵਾਲਾ ਫੇਸ ਦਿਖਾ ਰਹੇ ਆ, ਆਪਾਂ ਆ ਦਿਖਾ ਰਹੇ ਆ ਬਸ ਵੀ ਆ ਚੀਜ਼ ਦਿਖਾ ਰਹੇ ਆ ਬਸ। ਠੀਕ ਹੈ, ਤੁਸੀਂ ਇਹ ਸਮਝ ਕੇ ਚੱਲਣੀ ਹੈ ਪਿੱਛੇ ਵਾਲੀ, ਠੀਕ ਹੈ ਗੱਲ? Yes, sir. ਹੁਣ ਪਹਿਲਾਂ ਇਹਦਾ ਡਾਇਲੈਕਟ੍ਰਿਕ ਕਾਂਸਟੈਂਟ ਤਾਂ ਸੌਰੀ ਕੈਪੈਸਿਟੈਂਸ ਸੀਗਾ ਐਪਸਿਲਨ ਨੋਟ a/d, ਹੁਣ ਆਪਾਂ ਡਾਇਲੈਕਟ੍ਰਿਕ ਪਾਇਆ ਤਾਂ ਹੈ ਪਰ ਪੂਰਾ ਪਾਇਆ ਹੀ ਨਹੀਂ, ਤਾਂ ਇਹਨੂੰ ਇਹਦਾ ਕੋਈ ਫਾਰਮੂਲਾ ਐ ਰੱਟਾ ਘੋਟਾ ਨਹੀਂ ਮਾਰਨਾ, ਕਿਸੇ ਗੱਲ ਨੂੰ ਸਮਝ ਲੈਣਾ ਹੈ, ਕਰ ਲੈਣਾ ਹੈ। ਪਹਿਲੀ ਗੱਲ ਤਾਂ ਤੁਸੀਂ ਦੱਸੋ ਆ ਜਿਹੜੀ ਮੈਟਲ ਪਲੇਟ ਹੈ, ਆ ਮੈਟਲ ਪਲੇਟ ਦੇ ਵਿੱਚ ਹਿਮਾਨੀ यस सर। ਅੱਜ ਤੁਮ ਰੁੱਸੀ ਹੋਈ ਹੈ? नहीं नहीं सर। ਅੱਛਾ, ਤਬੀਅਤ ਠੀਕ ਹੈ ਤੇਰੀ ਹੁਣ? सर पहले नालों ठीक है ਕੀ ਹੋਇਆ ਕੀ ਆ? सर, स्टमक इन्फेक्शन हो गया। ਜਲੇਬੀਆਂ ਖਾਈਆਂ ਸੀ? नहीं सर। ਘਰੇ ਕੁਝ ਬਣਾਇਆ ਸੀ, ਸਮੋਸੇ, ਪਾਓ ਭਾਜੀ, नहीं सर। ਗੋਲ ਗੱਪੇ ਕੁਝ ਆਰਡਰ ਕੀਤੇ ਹੁਣ ਬਾਹਰੋਂ ਸਾਫ ਸੁਥਰੇ ਕਹਿ ਕੇ? नहीं सर। नहीं। ਜਿਹੜਾ ਪਾਣੀ ਆਂਦਾ ਗੋਲ ਗੱਪੇ ਵਾਲਾ, ਅੱਜ ਕੱਲ੍ਹ ਪਾਣੀ ਆਣ ਲੱਗਾ ਘਰੇ ਤਲ ਕੇ ਖਾ ਲੈਂਦੇ ਵੀ ਹਮ ਤਾਂ ਬਹੁਤ ਹਾਈਜੀਨਿਕ ਖਾਤੇ हैं, ਏਦਾਂ ਬੋਲਦੇ ਲੋਕੀ, ਫਿਰ ਉਹਦਾ ਨਹੀਂ ਖਾ ਲਿਆ? नहीं सर। ਚਲੋ ਫਿਰ ਖਾਓ, ਖਿਚੜੀਆਂ ਖਾਓ ਫਿਰ, सर वही चल रही है हल्का। ਬਸ ਠੀਕ ਹੈ, ਇੰਜੋਏ ਕਰੋ ਉਹਨੂੰ, ਦਲੀਏ ਦਲੀਏ ਖਾਓ। ਹੁਣ ਇਹਦੇ ਚ ਬਸ ਆਹ ਦੇਖੋ ਤੁਸੀਂ, ਜੇ ਮੈਂ ਉਹ ਜਨਰਲ ਗੱਲ ਕਰਾਂ, ਤੁਹਾਨੂੰ ਪਤਾ ਹੈ ਡਾਇਲੈਕਟ੍ਰਿਕ ਤਾਂ ਮੈਂ ਪਾਤਾ ਇੱਥੇ ਤੇ ਇਸ ਮੈਨੇਜ ਕੀਤਾ। ਆਹ ਪੁਆਇੰਟ ਤੇ ਜਿਹੜਾ ਪੋਟੈਂਸ਼ੀਅਲ ਹੋਏਗਾ, ਆਹ ਪੁਆਇੰਟ ਤੇ ਇਧਰਲੇ ਪਾਸੇ, ਤੇ ਆਹ ਜਿਹੜਾ ਪੁਆਇੰਟ ਇਧਰਲੇ ਪਾਸੇ ਹੈ, ਇਹਨਾਂ ਦੋਨਾਂ ਦੇ ਵਿੱਚ ਜਿਹੜਾ ਪਹਿਲਾਂ ਇਹਨੂੰ ਨਾ ਸੋਚੋ, ਪਹਿਲਾਂ ਸੋਚੋ ਆਹ ਪੁਆਇੰਟ ਤੇ ਜਿਹੜਾ ਪੋਟੈਂਸ਼ੀਅਲ ਹੋਏਗਾ ਤੇ ਆਹ ਜਿਹੜਾ ਪੁਆਇੰਟ ਹੈ ਇੱਥੇ, ਇਹ ਦੋਨੋਂ ਪੁਆਇੰਟਸ ਤੇ ਪੋਟੈਂਸ਼ੀਅਲ ਸੇਮ ਹੋਏਗਾ ਕਿ ਨਹੀਂ ਦੱਸੋ? ਸਰ ਇਹ ਜਮਾਨ ਸਾਹਿਬ ਨੇ ਹੈ ਹੋਊਗਾ ਕਿ ਨਹੀਂ ਬਲਜੀਤ? ਕਿਉਂਕਿ ਸੇਮ ਹੀ ਮੈਟਲ ਦੇ ਉੱਪਰ ਤਾਂ ਹੈਗੇ ਨੇ ਨਾ ਪੁਆਇੰਟ, ਦੋਨੋਂ ਮੈਟਲ ਤਾਂ ਜੁੜੀ ਹੋਈ ਹੈ, ਪਲੇਟ ਉੱਪਰੋਂ ਤੋਂ ਥੱਲੇ ਤੱਕ ਇੱਕੋ ਹੀ ਆ। ਜਿਵੇਂ ਤਾਰ ਹੁੰਦੀ ਆ, ਆਪਾਂ ਗੱਲ ਕਰਦੇ ਹਾਂ ਤਾਰ ਦੇ ਹਰ ਪੁਆਇੰਟ ਤੇ ਪੋਟੈਂਸ਼ੀਅਲ ਸੇਮ ਹੁੰਦਾ ਆ, ਜੇ ਵਿੱਚ ਕੁਝ ਆਵੇ ਨਾ, ਇਹ ਤਾਂ ਮੈਟਲ ਪਲੇਟ ਹੀ ਹੈ ਤਾਂ ਸਾਰੇ ਪੋਟੈਂਸ਼ੀਅਲ ਸੇਮ ਹੀ ਹੋਊਗਾ। ਹਾਂਜੀ ਜਿੰਨਾ ਜੇ ਇੱਥੇ ਕਹਿਣ ਦਾ ਭਾਵ ਹੈ ਇੱਥੇ V1 ਆ ਤਾਂ ਇੱਥੇ ਵੀ V1 ਹੀ ਹੋਊਗਾ, ਬਸ ਸਿੰਪਲ ਜੀ ਗੱਲ ਇਹ ਹੈ। ਤੇ ਜੇ ਇੱਥੇ V2 ਹੋਊਗਾ ਤਾਂ ਇਸ ਪੁਆਇੰਟ ਤੇ ਵੀ V2 ਹੀ ਹੋਊਗਾ ਨਾ, ਯੈਸ ਸਰ। Yes, sir। ਪੋਟੈਂਸ਼ੀਅਲ ਡਿਫਰੈਂਸ ਸੇਮ ਆ। ਇਹਦਾ ਮਤਲਬ ਜੇ ਇੱਥੇ V2 ਆ ਤੇ V2 ਆ, ਤਾਂ ਮਤਲਬ ਉੱਪਰਲਾ ਜੇ ਆਪਾਂ ਕੈਪੈਸਿਟਰ ਵੱਖਰਾ ਹੀ ਮੰਨ ਲਈਏ, ਮਤਲਬ ਆਹ ਵਾਲਾ ਅੱਧਾ, ਆਹ ਵਾਲਾ ਤੇ ਨਿਚਲਾ ਅੱਧਾ ਵਾਲਾ ਵੱਖਰਾ ਮੰਨ ਲਈਏ, ਤਾਂ ਦੋਨਾਂ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਸੇਮ ਆ ਨਾ? ਹਾਂਜੀ ਸਰ। यस सर ਇੱਕ ਤਾਂ ਆਹ ਗੱਲ ਹੋਗੀ ਕਿ ਦੋਨੋਂ ਸੇਮ ਹੋਏਗਾ, ਬਲਕਿ ਫਿਰ ਇਲੈਕਟ੍ਰਿਕ ਫੀਲਡ ਵੀ ਜੇ ਕਹੇ ਵੀ ਇਸ ਪੁਆਇੰਟ ਤੇ ਇਸ ਪੁਆਇੰਟ ਤੇ ਸੇਮ ਹੋਏਗਾ ਨਾ, ਇਸ ਪੁਆਇੰਟ ਤੇ ਇਸ ਪੁਆਇੰਟ ਤੇ एकदम सेम सामने सामने ले लिए पॉइंट सेम, वैसे सोचने नहीं कह रहे हैं, बस सेम होएगा ना। चलो आप इतने फिर सोचते हैं, पहला आप गल कर ली, इनू आप किवें हल करांगे? इनू आप मान लवांगे कि अपने को मान लो दो कैपेसिटर ने, एक आया अद्धी प्लेट ऊपर ले लो, आए दोनों को की चलाओगे, पैरेलल चलाओगे ना? यस Yes, sir. बस ਉੱਪਰ ਵਾਲਾ ਜਿਹੜਾ ਹੈ ਤੁਸੀਂ ਡਾਇਲੈਕਟ੍ਰਿਕ ਸਲੈਬ ਦੇ ਨਾਲ ਮੰਨ ਲਓ, ਇਹਦੀ ਸਲੈਬ ਭਰੀ ਹੋਈ ਆ ਡਾਇਲੈਕਟ੍ਰਿਕ ਕਾਂਸਟੈਂਟ ਕੇ ਵਾਲੀ, ਪਰ ਹੁਣ ਉੱਪਰਲੇ ਦਾ ਕਿੰਨਾ ਆਏਗਾ ਕੈਪੈਸਿਟੈਂਸ ਦੱਸ ਸਕਦਾ ਕੋਈ? ਐਪਸਿਲਨ ਨॉट ਸਰ a/2 ਆਏਗਾ, a/2 ਪਾਇਓ ਇਹਨੂੰ,
ਬਾਈ ਡੀ ਤੇ ਨਾਲ ਗੁਣਾ ਕਰਿਓ ਕੇ ਦੇ ਨਾਲ। ਸਮਝ ਲੱਗੀ ਗੱਲ? ਹਾਂਜੀ ਸਰ। Yes, sir. ਜਿਹੜਾ C2 ਆਊਗਾ ਉਹ ਵੀ ਐਪਸਿਲਨ ਨੋਟ ਆਊਗਾ A/2 ਆਊਗਾ ਇੱਥੇ, ਕਿਉਂਕਿ ਪਲੇਟ ਅੱਧੀ ਹੋ ਗਈ ਆ ਹੁਣ ਇਧਰਲੀ ਵਾਲੀ, ਬਟਾ ਹਾਂਜੀ। ਡੀ ਉਹ ਨਹੀਂ ਰਹਿ ਗਿਆ ਵਾ, A ਅੱਧੀ ਹੋ ਗਈ ਆ। ਆ ਜਿਹੜੇ C1 ਤੇ C2 ਦੋਨੋਂ ਕਿਹਦੇ ਚ ਨੇ, ਪੈਰਲਲ ਚ ਕਿ ਸੀਰੀਜ਼? ਸਰ ਪੈਰਲਲ ਚ। Parallel. ਤੇ C ਇਫੈਕਟਿਵ ਕੀ ਆਊਗਾ? C1 plus ਸਿੱਧੇ ਜੋੜ ਦੋ C1 plus ਤੇ ਬੇਸਿਕਲੀ ਇਹ ਆਊਗਾ ਐਪਸਿਲਨ ਨੋਟ A/2D ਕਾਮਨ ਆ ਜਾਊਗਾ, K ਜਮਾ 1। ਠੀਕ ਹੈ ਗੱਲ, ਇਹ ਆਨਸਰ ਆ ਗਿਆ। ਬਸ ਗੱਲ ਕਲੀਅਰ ਹੋ ਗਈ? Yes, ਯੈਸ। sir. ਫਿਰ ਗੱਲ ਬਸ ਇੱਥੇ ਆ ਗਿਆ, V1 V2 ਵਾਲੀ ਗੱਲ ਤਾਂ ਆਪਾਂ ਨੂੰ ਸਮਝ ਆ ਗਈ ਹੈ ਨਾ। ਹਾਂਜੀ। ਆ ਵਿਚਕਾਰ ਆ ਪੁਆਇੰਟਾਂ ਵਿੱਚ ਇਲੈਕਟ੍ਰਿਕ ਫੀਲਡ ਵੀ ਦੋਨਾਂ ਚ ਸੇਮ ਹੋਊਗਾ, ਮੈਂ ਇਹ ਕਿਉਂ ਕਹਿ ਰਿਹਾ ਤੁਹਾਨੂੰ, ਪਰ ਇਹ ਸੇਮ ਕਿਉਂ ਹੋਊਗਾ, ਇਹ ਬਸ ਥੋੜੀ ਜਿਹੀ ਗੱਲ ਆਪਾਂ ਨੂੰ ਫਸਦੀ ਹੈ ਵੀ ਆ ਤੁਹਾਡਾ ਦਿਮਾਗ ਇਹ ਮੰਨਦਾ ਨਾ, ਜਦੋਂ ਡਾਇਲੈਕਟ੍ਰਿਕ ਪਾਤਾ ਆਪਾਂ ਕਹਿੰਦੇ ਇਲੈਕਟ੍ਰਿਕ ਦਾ ਘਟ ਜਾਣਾ ਚਾਹੀਦਾ ਨਾ, Yes, sir. ਪਰ ਡਾਇਲੈਕਟ੍ਰਿਕ ਘਟਦਾ ਨਹੀਂ ਹੈ। ਕਿਉਂ ਨਹੀਂ ਘਟਦਾ, ਇਸ ਗੱਲ ਨੂੰ ਸਮਝਾ ਕੇ ਮੈਂ ਗੱਲ ਖਤਮ ਕਰ ਦਿੰਦਾ। ਬਾਕੀ ਆਪਾਂ ਇੱਥੋਂ ਹੀ ਲੈਕਚਰ ਕੱਲ ਦਾ ਸ਼ੁਰੂ ਕਰਾਂਗੇ। ਦੇਖੋ ਧਿਆਨ ਨਾਲ, ਬਸ ਮੈਂ ਤੁਹਾਨੂੰ ਇੰਨੀ ਗੱਲ ਸਮਝਾ ਦਿੰਦਾ। ਇਹਦੇ ਨਾਲ ਆਪਣੇ ਸਵਾਲ ਦੇ ਸੋਲੂਸ਼ਨ ਤੇ ਕੋਈ ਫਰਕ ਨਹੀਂ ਪਿਆ, ਪਰ ਆਪਾਂ ਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਕਿਵੇਂ ਹੋਇਆ, ਤੇ ਆਪਾਂ ਨੂੰ ਇਨ ਫਿਊਚਰ ਕੁਝ ਹੋਰ ਇਸ ਦੇ ਰਿਲੇਟਡ ਕੁਐਸਚਨ ਆ ਸਕਦੇ ਆ। ਆ ਦੇਖੋ, ਆ ਸੀਗੀ ਆਪਣੀ ਪਲੇਟ, ਇਹ ਕਦੋਂ ਸੀਗੀ? ਜਦੋਂ ਹਵਾ ਸੀਗੀ। ਇੱਥੇ ਚਾਰਜ ਕਿਉਂ ਦਿੱਤਾ ਸੀ, ਇੱਥੇ ਮਾਈਨਸ ਕਿਉਂ ਦਿੱਤਾ ਸੀ। ਸਮਝ ਲੱਗ ਗਈ ਗੱਲ? ਜਿਹੜਾ ਕਿਉ ਚਾਰਜ ਸੀਗਾ ਇਸ ਪੂਰੀ ਪਲੇਟ ਤੇ ਯੂਨੀਫਾਰਮਲੀ ਡਿਸਟ੍ਰੀਬਿਊਟ ਹੋਇਆ ਸੀ ਨਾ, Yes, sir. ਇਹਦਾ ਨੈਗੇਟਿਵ ਡਿਸਟ੍ਰੀਬਿਊਟ ਹੋਇਆ ਸੀ ਯੂਨੀਫਾਰਮਲੀ। ਸੋ ਜੇ ਮੈਂ ਇਹਦੀ ਇਕੱਲੀ ਅੱਧੀ ਪਲੇਟ ਦਾ ਗੱਲ ਕਰਾਂ, ਅੱਧੀ ਪਲੇਟ ਇੱਥੇ ਤੱਕ ਦੀ, ਤਾਂ ਉਹਦੇ ਤੇ ਜਿਹੜਾ ਚਾਰਜ ਸੀਗਾ ਪੂਰੀ ਤਰ੍ਹਾਂ ਉਹ Q/2 ਸੀਗਾ ਨਾ, ਤੇ ਨੀਚੇ ਵਾਲੀ ਅੱਧੀ ਤੇ Q/2 ਸੀਗਾ ਨਾ, ਹਨਾ। ਸੋ ਯੂਨੀਫਾਰਮ, ਇਸ ਲਈ ਇਲੈਕਟ੍ਰਿਕ ਫੀਲਡ ਜਿਹੜਾ ਜਿੰਨਾ ਇੱਥੇ ਸੀਗਾ ਉਹਨਾਂ ਇੱਥੇ ਸੀਗਾ। ਇੱਥੇ ਤਾਂ ਗੱਲ ਬਣਦੀ ਸੀ ਹਨਾ, ਇੱਕਦਮ ਸਾਹਮਣੇ ਸਾਹਮਣੇ ਜੇ ਲੈ ਲਈਏ, ਆਪਾਂ ਦੇਖਿਆ ਇਲੈਕਟ੍ਰਿਕ ਫੀਲਡ ਦੇ ਪਰਪੈਂਡੀਕੂਲਰ ਨਹੀਂ ਚੇਂਜ ਹੁੰਦਾ ਹਨਾ ਪੋਟੈਂਸ਼ੀਅਲ। ਪਰ ਜਦੋਂ ਆਪਾਂ ਇਹ ਕੀਤਾ, ਇਹਦੇ ਵਿੱਚ ਆਪਾਂ ਡਾਇਲੈਕਟ੍ਰਿਕ ਪਾਤਾ, ਪਰ ਡਾਇਲੈਕਟ੍ਰਿਕ ਪਾਇਆ ਅੱਧਾ, ਉੱਪਰਲੇ ਪਾਸੇ ਭਰਤਾ ਇੱਥੇ, ਤਾਂ ਕੁਝ ਚੀਜ਼ਾਂ ਬਦਲ ਜਾਂਦੀਆਂ ਨੇ। ਬਦਲਦੀਆਂ ਕੀ ਨੇ ਕਿ ਹੁਣ ਜਦੋਂ ਗੱਲ ਕਰੋਗੇ ਤੁਸੀਂ ਕਿ ਉੱਪਰ ਆਪਾਂ ਡਾਇਲੈਕਟ੍ਰਿਕ ਪਾਇਆ ਹੋਇਆ ਜਿੱਥੇ ਅੱਧੇ ਵਿਚਕਾਰ, ਇੱਥੇ ਤੱਕ, ਐ ਕਰਕੇ ਹੁਣ ਪਤਾ ਕੀ ਹੈ, ਹੁਣ ਕਿਉਂਕਿ ਤੁਹਾਨੂੰ ਪਤਾ ਆ ਦੋਨੋਂ ਕੈਪੈਸਿਟਰ ਕਿਵੇਂ ਬਿਹੇਵ ਕਰ ਰਹੇ ਨੇ, ਜਿਵੇਂ ਕਿ ਦੋਨੋਂ ਪੈਰਲਲ ਚ ਹੋਣ, ਹਨਾ। ਸਮਝ ਲੱਗੀ ਗੱਲ? Yes, sir. ਅੱਛਾ, ਤੁਸੀਂ ਚਾਹੁੰਦੇ ਤਾਂ ਇਹਨੂੰ ਵੀ ਐਂ ਕਰ ਸਕਦੇ ਸੀ ਵੀ ਦੋ ਕੈਪੈਸਿਟਰ ਨੇ ਦੋਨੋਂ ਪੈਰਲਲ ਚ ਨੇ, ਤੁਸੀਂ ਐ ਵੀ ਕਰ ਸਕਦੇ ਸੀ, ਪਰ ਉਹਦੇ ਨਾਲ ਕੀ ਹੁੰਦਾ, ਉੱਪਰਲੇ ਦਾ ਕੈਪੈਸਿਟੈਂਸ ਕਿੰਨਾ ਆਣਾ ਸੀ, ਐਪਸਿਲਨ ਨੋਟ A/2D, ਇਹਦਾ ਕਿੰਨਾ ਆਣਾ ਸੀ, ਇਹ ਵੀ ਉਨਾ ਹੀ ਆਣਾ ਸੀ, ਹਨਾ। ਹਾਂਜੀ। ਤੇ ਦੋਨਾਂ ਨੇ ਜੁੜ ਕੇ ਫਿਰ ਮੁੜ ਕੇ ਐਪਸਿਲਨ ਨੋਟ A/D ਬਣਾ ਦੇਣਾ ਸੀ, C1 + C2, ਹੈ ਕਿ ਨਹੀਂ? ਹਾਂਜੀ sir. ਬੇਸਿਕਲੀ ਤੁਸੀਂ ਇੱਕ ਕੈਪੈਸਿਟਰ ਦੇ ਭਾਵੇਂ 3 ਟੋਟੇ ਕਰ ਲਓ, ਚਾਹੇ 4 ਟੋਟੇ ਕਰ ਲਓ, A/4 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 A/4, ਪਰ 4-5 ਸਾਰੇ ਸੀਰੀਜ਼ ਪੈਰਲਲ ਚ ਹੀ ਆਣਗੇ ਨਾ, ਉਹ ਤਾਂ ਐਂ ਲਿਖਾਂਗੇ ਆਪਾਂ, ਮੁੜ ਕੁੜ ਕੇ ਉਹੀ ਆ ਜਾਣਗੇ। ਪਰ ਇੱਥੇ ਆਪਾਂ ਦੇਖੀਏ, ਜੇ ਇੱਥੇ ਮੰਨ ਲਓ ਚਾਰਜ ਕਿਉਂ ਦਿੱਤਾ, ਮੰਨ ਲਓ ਇਹਨੂੰ ਇਸ ਪਾਸਿਓਂ, ਤਾਂ ਉਹਦੀ ਡਿਸਟ੍ਰੀਬਿਊਸ਼ਨ ਇਸ ਲਈ ਤਾਂ ਅੱਧੀ ਅੱਧੀ ਹੋਊਗੀ ਨਾ, ਕਿਉਂਕਿ ਦੋਨੋਂ ਕੈਪੈਸਿਟਰ ਬਰਾਬਰ ਨੇ ਨਾ, ਹਨਾ। Yes, sir. ਇਸੇ ਲਈ ਚਾਰਜ ਉੱਪਰਲੀ ਪਲੇਟ ਤੇ ਅੱਧਾ ਤੇ ਨੀਚੇ ਪਲੇਟ ਤੇ ਅੱਧਾ ਆ ਗਿਆ ਸੀ, ਪਰ ਇੱਥੇ ਕੈਪੈਸਿਟਰ ਅਲੱਗ-ਅਲੱਗ ਨੇ। ਇੱਥੇ ਉੱਪਰ ਵਾਲਾ ਕੈਪੈਸਿਟਰ ਜਿਹੜਾ ਹੈਗਾ ਵਾ, ਉਹ ਤੁਹਾਨੂੰ ਪਤਾ ਹੈ ਨਾ ਕਿ ਉਹ ਅਲੱਗ ਹੈ, ਹਨਾ। ਉੱਪਰਲੇ ਜੇ ਡਾਇਲੈਕਟ੍ਰਿਕ ਭਰਿਆ ਆ, ਉਹਦੀ ਕੈਪੈਸਿਟੈਂਸ ਹੈਗੀ ਹੈ C', ਇਹਦੀ ਹੈਗੀ C = basically ਐਪਸਿਲਨ ਨੋਟ A/2D, ਤੇ ਇਹ ਆਊਗਾ K times that, ਹਨਾ। Yes. ਹਾਂਜੀ। ਇਸ ਲਈ ਜਦੋਂ ਹੁਣ ਚਾਰਜ ਤੁਸੀਂ ਦੋਗੇ ਨਾ Q, ਹੁਣ ਉਹ ਉੱਪਰ ਚਾਰਜ ਜ਼ਿਆਦਾ ਜਾਊਗਾ, ਹੈ ਕਿ ਨਹੀਂ? ਉੱਪਰ ਚਾਰਜ ਜ਼ਿਆਦਾ ਜਾਊਗਾ, Q1 ਨੀਚੇ Q2, ਤੇ Q1 ਜਿਹੜਾ ਆ ਉਹ Q2 ਨਾਲ ਵੱਡਾ ਹੋਊਗਾ। ਤੇ ਕਿੰਨਾ ਵੱਡਾ ਹੋਊਗਾ ਇਹ ਵੀ ਤੁਸੀਂ ਕਰ ਸਕਦੇ ਹੋ, ਹੁਣੇ ਤਾਂ ਕਰਾਇਆ ਸੀ ਕੱਲ। ਜਿਹੜਾ Q1 ਹੋਊਗਾ ਉਹ ਹੋਊਗਾ ਟੋਟਲ Q ਗੁਣਾ ਜਿੰਨਾ ਇੱਥੇ ਕੈਪੈਸਿਟੈਂਸ ਹੈ ਵਟਾ ਜਿੰਨਾ ਟੋਟਲ ਕੈਪੈਸਿਟੈਂਸ ਹੈ, ਆਈ ਹੈ ਨਾ। ਤਾਂ ਉੱਪਰ ਚਾਰਜ ਵੱਧ ਗਿਆ ਇੱਥੇ, ਹੁਣ
ਇੱਥੇ ਚਾਰਜ ਦੀ ਡੈਂਸਿਟੀ ਥੋੜੀ ਘੱਟ ਹੈ। ਸਮਝ ਲੱਗੀ ਹੁਣ ਗੱਲ? यस सर। ਇਸੇ ਲਈ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਤੇ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਬਿਲਕੁਲ ਬਰਾਬਰ ਹੋਣਗੇ। ਉਹਨੂੰ ਵਧਾਉਣ ਲਈ ਆ ਚਾਰਜ ਆ ਗਿਆ ਬੇਸਿਕਲੀ। ਇਹ ਉਹੀ ਗੱਲ ਹੈ ਜਿਹੜੀ ਹੁਣੀ ਕਰ ਰਿਹਾ ਸੀ ਇਸ ਤੋਂ ਪਹਿਲਾਂ, ਕਿਉਂਕਿ ਤੁਸੀਂ ਦੇਖੋ ਜੇ V ਸੇਮ, ਇਹ ਬੜੀ ਇੰਪੋਰਟੈਂਟ ਗੱਲ ਹੈ, ਜੇ V ਸੇਮ ਆ ਦੋ ਪੁਆਇੰਟਸ ਵਿੱਚ ਚਾਹੇ ਉੱਪਰ ਤੇ ਚਾਹੇ ਨੀਚੇ ਤੇ D ਸੇਮ ਹੈ ਹਨਾ, ਤਾਂ V/D E ਨੂੰ ਸੇਮ ਹੋਣਾ ਹੀ ਪੈਂਦਾ ਆ। ਉਹਦੇ ਲਈ ਚਾਹੇ ਉਹ ਚਾਰਜ ਦੀ ਡਿਸਟ੍ਰੀਬਿਊਸ਼ਨ ਨੂੰ ਅਸਰ ਪਾ ਦਿੰਦਾ ਹੈ, ਚਾਰਜ ਉੱਪਰ ਵੱਧ ਨੀਚੇ ਘੱਟ। ਇੱਥੇ ਦੋਨੋਂ ਬਰਾਬਰ ਬਰਾਬਰ ਵੰਡੇ ਹੋਏ ਸੀ, ਇੱਥੇ ਚਾਰਜ ਉੱਪਰ ਨੂੰ ਸ਼ਿਫਟ ਹੋ ਗਿਆ ਜਿੱਧਰ ਪਾਸੇ ਡਾਇਲੈਕਟ੍ਰਿਕ ਸੀਗਾ। ਸਮਝ ਲੱਗ ਗਈ ਸਾਰਿਆਂ ਨੂੰ ਗੱਲ? ਸਰ ਉੱਪਰ ਕਿਉਂ ਹੈ ਸਰ, ਇਹ ਨਹੀਂ ਸਮਝ ਆਇਆ। ਆ ਹੁਣੀ ਕੀਤਾ ਤਾਂ ਹੈ ਆਪਾਂ, ਉੱਪਰਲੇ ਕੈਪੈਸਿਟਰ ਨੂੰ ਆ ਰੱਖਿਆ ਵਾ, ਆ ਨਿਚਲੇ ਨੂੰ ਆ ਰੱਖਿਆ, ਇੱਥੇ ਚਾਰਜ ਵੱਧ ਆਊਗਾ। ਹੁਣੀ ਆ ਗੱਲ ਸਮਝ ਲੱਗੀ ਨੀਚੇ? ਨਹੀਂ ਸਰ ਇਹ ਨਹੀਂ ਸਮਝ ਲੱਗੀ ਕਿਉਂ ਵੱਧ ਕਿਉਂ। ਕੱਲ ਆਪਾਂ ਜੋ ਕੀਤਾ ਸੀ ਕਿ ਦੋ ਕੈਪੈਸਿਟਰ ਜੇ ਆਪਣੇ ਲੱਗੇ ਹੋਣ ਇਸ ਤਰ੍ਹਾਂ C1 ਤੇ C2 ਹੈ, ਜੇ ਇੱਥੋਂ ਚਾਰਜ Q ਦੇਗਾ ਤਾਂ ਉੱਪਰ ਵਾਲਾ ਕੈਪੈਸਿਟਰ ਹੈਗਾ 4 ਮਾਈਕਰੋਫੈਰਡ ਦਾ ਤੇ ਇੱਥੇ ਹੈਗਾ ਮੰਨ ਲਾ 2 ਮਾਈਕਰੋਫੈਰਡ ਦਾ, ਜ਼ਿਆਦਾ ਚਾਰਜ ਉੱਪਰ ਜਾਊਗਾ ਕਿ ਨੀਚੇ ਆਊਗਾ? ਸਰ ਉੱਪਰ ਜਾਊਗਾ। ਉੱਪਰ ਜਾਊਗਾ ਨਾ। ਤੇ ਭਰਾਵਾ ਫਿਰ ਇੱਥੇ ਮੈਂ ਕੀ ਕਰ ਰਿਹਾ, ਉੱਪਰ ਕੈਪੈਸਿਟੈਂਸ ਜ਼ਿਆਦਾ ਨਹੀਂ ਹੈਗਾ ਡਾਇਲੈਕਟ੍ਰਿਕ ਵਾਲੇ ਪੋਰਸ਼ਨ ਦਾ, ਹਾਂਜੀ ਸਰ। ਤੇ ਫਿਰ ਚਾਰਜ ਉੱਪਰ ਜਾਊਗਾ ਜ਼ਿਆਦਾ। ਓਕੇ। ਉਹੀ Q ਚਾਰਜ ਦਿੱਤਾ ਪਰ ਉਹਨੇ ਉੱਪਰ ਜ਼ਿਆਦਾ ਰੱਖ ਲਿਆ, ਥੱਲੇ ਘੱਟ ਦਿੱਤਾ। ਫਿਰ ਪਰ ਫੀਲਡ ਐ ਮੈਨੇਜ ਕੀਤਾ ਕਿ ਪੋਟੈਂਸ਼ੀਅਲ ਮੈਨੇਜ ਹੋ ਜਾਵੇ ਸਾਰਾ ਕੁਝ। ਦੇਖੋ ਨਾ ਸਰਕਟ ਇਹਨਾਂ ਦਾ ਬੜੇ ਇੰਟੈਲੀਜੈਂਟ ਨੇ, ਆਪਣੇ ਆਪ ਹੀ ਚਾਰਜ ਨੂੰ ਇਹਨੂੰ ਹਰ ਚੀਜ਼ ਮੈਨੇਜ ਐ ਕਰਦੇ ਨੇ ਜੋ ਚੀਜ਼ਾਂ ਆਪਾਂ ਪੜ੍ਹਦੇ ਹਾਂ। ਇਸ ਲਈ ਰੂਲਸ ਨੂੰ ਜਿਹੜੇ ਨੇਚਰ ਦੇ ਲਾਜ਼ ਨੇ, ਸੌਰੀ ਸਰਕਟ ਦੇ ਲਾਜ਼ ਨੇ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਤਮਸਾਤ ਕਰੋ ਵੀ ਇਹਨਾਂ ਨੂੰ ਤੁਹਾਨੂੰ ਪਤਾ ਹੋਵੇ ਚੀਜ਼ਾਂ ਬਾਰੇ ਵੀ ਇਹਨੂੰ ਕਿਵੇਂ ਕੰਮ ਕਰਦੀਆਂ ਨੇ। ਬਹੁਤ ਵਧੀਆ ਰਿਹਾ ਆਪਣਾ ਅੱਜ ਦਾ ਇੰਟਰੈਕਸ਼ਨ, ਕਾਫੀ ਵਧੀਆ ਇੰਪੋਰਟੈਂਟ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਨੇ। ਇਹਨਾਂ ਚੀਜ਼ਾਂ ਨੂੰ ਹੁਣ ਸਮਝ ਕੇ ਤਿਆਰ ਕਰੋ। ਕੱਲ ਨੂੰ ਆਪਾਂ ਇੱਥੋਂ ਥੋੜਾ ਕੰਟੀਨਿਊ ਕਰਾਂਗੇ, 1-2 ਛੋਟੇ ਟੌਪਿਕ ਨੇ, ਫਿਰ ਤੁਹਾਡੀ ਕੁਝ ਪ੍ਰੋਬਲਮਸ ਕਰਾਉਂਗਾ ਮੈਂ, ਕੁਝ ਤੁਹਾਨੂੰ ਨੂਮੈਰਿਕਲਸ ਕਰਾਉਂਗਾ, ਹੋਰ ਫਿਰ ਪਰਸੋਂ ਵੀ ਤੁਹਾਡੀ ਪ੍ਰੋਬਲਮਸ ਹੀ ਲੈ ਲਵਾਂਗਾ, ਕੋਈ ਗੱਲ ਨਹੀਂ। ਆਪਾਂ ਫਿਰ ਤੁਹਾਡਾ ਟੈਸਟ ਤਿਆਰ ਮਤਲਬ ਵਧੀਆ ਤਰ੍ਹਾਂ ਹੋਈ ਤਾਂ ਠੀਕ ਹੈ ਜੀ। ਥੈਂਕ ਯੂ ਸਰ ਰਿਕਾਰਡਿੰਗ ਥੈਂਕ ਯੂ। सर। ਕੀ ਕਹਿ ਰਿਹਾ ਮਲਜੀਤ? ਮੈਂ ਸਰ ਰਿਕਾਰਡਿੰਗ ਮੈਂ ਕਿਹਾ ਹੁਣੀ ਪਾ ਦਿਓ। ਉਹ ਕੋਈ ਨਹੀਂ, ਹੁਣੀ ਤਾਂ ਪਤਾ ਨਹੀਂ, ਮੈਂ 1 ਘੰਟੇ ਬਾਅਦ ਉਹਨਾਂ ਦੀ ਵੀ ਕਲਾਸ ਹੈਗੀ ਹੈ ਨਾ +1 ਦੀ, ਦੇਖ ਲੈਣਾ ਮੈਂ, ਕੋਈ ਨਹੀਂ ਕੋਸ਼ਿਸ਼ ਕਰਕੇ ਜੇ ਹੁਣੀ ਪੈ ਸਕਦੀ ਹੁਣੀ ਪਾ ਦੂੰਗਾ। ਕਨਵਰਟ ਵੀ ਤਾਂ ਹੋਣੀ ਨਾ, ਹੁਣੀ ਟਾਈਮ ਲੱਗਣਾ। ਓਕੇ ਸਰ।